ਮੇਰਾ ਪੰਜਾਬ ਲਾਈਵ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਹੋਸਟ ਸੈਮੀ ਧਾਲੀਵਾਲ ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹੋਸਟ ਨੇ ਅਮਰਤ ਕੈਂਬੋ ਜੀ। ਸੋ ਆਓ ਪਹਿਲਾਂ ਅਮਰਤ ਕੈਂਬੋ ਜੀ ਦਾ ਸਵਾਗਤ ਕਰੀਏ ਪ੍ਰੋਗਰਾਮ ਦੇ ਵਿੱਚ, ਕਿਉਂਕਿ ਉਹ ਸਾਡੇ ਨਾਲ ਇਸ ਟਾਈਮ ਤੇ ਸਕਾਈਪ ਦੇ ਰਾਹੀਂ ਜੁੜੇ ਹੋਏ ਨੇ। ਕੋਵਿਡ-19 ਦੇ ਕਾਰਨ ਜਿਹੜਾ ਕਿ ਅਸੀਂ ਜਿਹੜਾ ਸੋਸ਼ਲ ਡਿਸਟੈਂਸ ਆ ਉਸ ਨੂੰ ਰੱਖ ਕੇ ਜਿਹੜਾ ਆਪਣਾ ਪ੍ਰੋਗਰਾਮ ਇਹ ਕਰ ਰਹੇ ਹਾਂ। ਸੋ ਅਮਰਤ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਪ੍ਰੋਗਰਾਮ ਦੇ ਵਿੱਚ ਸਕਾਈਪ ਦੇ ਰਾਹੀਂ ਜੁੜਨ ਦੇ ਲਈ। ਧੰਨਵਾਦ ਸੈਮੀ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਮੈਂ ਆਪਣੇ ਸੁਣਨ ਵਾਲੇ ਵੀ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਦਾ। ਤੇ ਕੋਵਿਡ-19 ਦੇ ਕਰਕੇ ਅਦਰਵਾਈਜ਼ ਤਾਂ ਆਪਾਂ ਰੂਬਰੂ ਹੋ ਕੇ ਗੱਲਬਾਤ ਕਰਦੇ ਤੇ ਇਸ ਵੇਲੇ ਆਪਾਂ ਨੂੰ ਸਕਾਈਪ ਦੇ ਥਰੂ ਗੱਲ ਕਰਨੀ ਪੈ ਰਹੀ ਹੈ। ਤੇ ਚਾਹੁੰਦਾ ਕਿ ਸਾਰਿਆਂ ਦੇ ਵਾਸਤੇ ਜਿਹੜਾ ਕੋਵਿਡ-19 ਵੀ ਹੈ ਉਹਦੇ ਵਿੱਚੋਂ ਆਪਾਂ ਸਾਰੇ ਸਿਹਤਮੰਦ ਹੋ ਕੇ ਨਿਕਲੀਏ ਤੇ ਦੁਬਾਰਾ ਥੋੜਾ ਖੋਲੀਏ ਸਾਰਾ ਕੰਮ ਕਰਨ, ਖੁੱਲ ਜਾਣ ਜਿਹੜੇ ਪ੍ਰੋਪਰ ਵੇ ਦੇ ਨਾਲ, ਤਾਂ ਸਾਰਿਆਂ ਨੂੰ ਤੰਦਰੁਸਤੀ ਦੀ ਮੈਂ ਜਦੋਂ ਕਾਮਨਾ ਅਮਰਤ ਜੀ, ਕਰੂੰਗੀ। ਇੱਕ ਵਾਰ ਮੈਂ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਉਹ ਕਿਸ ਮਾਧਿਅਮ ਰਾਹੀਂ ਸਾਡੇ ਨਾਲ ਜੁੜ ਸਕਦੇ ਨੇ। ਤੁਸੀਂ ਮੇਰਾ ਪੰਜਾਬ ਲਾਈਵ ਦੇ ਨਾਲ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਮੇਰਾ ਪੰਜਾਬ ਲਾਈਵ, ਟਵਿੱਟਰ ਤੇ ਫੋਲੋ ਕਰ ਸਕਦੇ ਹੋ ਮੇਰਾ ਪੰਜਾਬ ਲਾਈਵ, YouTube ਤੇ ਸਾਡਾ ਚੈਨਲ ਹੈ ਮੇਰਾ ਪੰਜਾਬ ਲਾਈਵ, ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਇਸ ਤੋਂ ਇਲਾਵਾ ਰੇਡੀਓ ਮੇਰਾ ਪੰਜਾਬ ਲਾਈਵ ਤੁਸੀਂ ਸੁਣ ਸਕਦੇ ਹੋ ਹਫਤੇ ਦੇ 7 ਦਿਨ 24 ਘੰਟੇ। ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਟਿਊਨ ਇਨ ਐਪ ਦੇ ਰਾਹੀਂ ਰੇਡੀਓ ਮੇਰਾ ਪੰਜਾਬ ਲਾਈਵ ਸੁਣ ਸਕਦੇ ਹੋ। 24 ਘੰਟੇ ਅਸੀਂ ਜਿਹੜਾ ਮਿਊਜ਼ਿਕ ਆ ਰੇਡੀਓ ਮੇਰਾ ਪੰਜਾਬ ਲਾਈਵ ਦੇ ਉੱਪਰ ਜਿਹੜਾ ਪਲੇ ਕਰਦੇ ਆ। ਇਸ ਤੋਂ ਇਲਾਵਾ USA ਦੇ ਵਿੱਚ ਤੁਸੀਂ ਫੋਨ ਨੰਬਰ ਡਾਇਲ ਕਰਕੇ ਜਿਹੜਾ ਰੇਡੀਓ ਮੇਰਾ ਪੰਜਾਬ ਲਾਈਵ ਹੈ ਉਹ ਸੁਣ ਸਕਦੇ ਹੋ। USA ਦੇ ਵਿੱਚ ਸਾਡਾ ਫੋਨ ਨੰਬਰ ਹੈ 5188961628, 518-896-1628। ਇਸ ਫੋਨ ਨੰਬਰ ਨੂੰ ਤੁਸੀਂ ਆਪਣੇ ਫੋਨ ਤੋਂ ਡਾਇਲ ਕਰਕੇ ਰੇਡੀਓ ਮੇਰਾ ਪੰਜਾਬ ਲਾਈਵ ਸਿਰਫ USA ਦੇ ਵਿੱਚ ਹੀ ਸੁਣ ਸਕਦੇ ਹੋ। ਟਿਊਨਇਨ ਦੇ ਰਾਹੀਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਤੁਸੀਂ ਸੁਣ ਸਕਦੇ ਹੋ। ਇਸ ਤੋਂ ਇਲਾਵਾ radio.net ਐਪ ਦੇ ਰਾਹੀਂ ਜੇਕਰ ਤੁਸੀਂ ਰੇਡੀਓ ਮੇਰਾ ਪੰਜਾਬ ਲਾਈਵ ਸੁਣਨਾ ਚਾਹੋ ਤਾਂ ਸੁਣ ਸਕਦੇ ਹੋ। radio.net ਐਪ ਦੇ ਰਾਹੀਂ ਮੈਂ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਤੁਸੀਂ Amazon Fire TV, Apple TV, Sonos ਅਤੇ Android TV ਦੇ ਉੱਪਰ ਵੀ ਅਸੀਂ radio.net ਐਪ ਦੇ ਰਾਹੀਂ ਅਵੇਲੇਬਲ ਹਾਂ। ਹਫਤੇ ਦੇ 7 ਦਿਨ 24 ਘੰਟੇ ਮਿਊਜ਼ਿਕ ਜਿਹੜਾ ਅਸੀਂ ਉਹ ਪਲੇ ਕਰਦੇ ਹਾਂ। ਇਸ ਤੋਂ ਇਲਾਵਾ ਤੁਸੀਂ ਸਾਡੀ ਵੈਬਸਾਈਟ www.merapunjablive.com ਤੇ ਜਾ ਕੇ ਵੀ ਰੇਡੀਓ ਮੇਰਾ ਪੰਜਾਬ ਲਾਈਵ ਸੁਣ ਸਕਦੇ ਹੋ। ਤੁਸੀਂ ਸਾਡੇ ਨਾਲ ਜਿਹੜਾ ਕਿ ਅਸੀਂ ਐਤਵਾਰ ਨੂੰ ਅਮਰਤ ਕੈਂਬੋ ਜੀ ਜਿਹੜੇ ਮੇਰੇ ਨਾਲ ਹੁੰਦੇ ਨੇ ਪ੍ਰੋਗਰਾਮ ਦੇ ਵਿੱਚ, ਸੋ ਅਸੀਂ ਆਪਣੀ ਗੱਲਬਾਤ ਜਿਹੜੀ ਉਹ ਹੁਣ ਸ਼ੁਰੂ ਕਰ ਰਹੇ ਹਾਂ। ਅਮਰਤ ਜੀ, ਮੈਂ ਚਾਹੁੰਦਾ ਜਿਸ ਤਰ੍ਹਾਂ ਕਿ ਮੈਂ ਵੀ ਕਿਸੇ ਸਿਆਸਤ ਦੇ ਵਿੱਚ ਕੋਈ ਐਡਾ ਇੰਟਰਸਟਡ ਨਹੀਂ ਗਾ, ਪਰ ਮੈਂ ਜੋ ਕਿ ਸਾਡੇ ਲੋਕਲ ਟੌਪਿਕ ਨੇ, ਜੋ ਸਾਡੀਆਂ ਸਮੱਸਿਆਵਾਂ ਨੇ, ਮੈਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਉੱਪਰ ਹੀ ਕੇਂਦਰਿਤ ਜਿਹੜਾ ਉਹ ਰਹਿਣਾ ਚਾਹੁੰਦਾ ਹਾਂ। ਆਪਣੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਅਸੀਂ ਕੋਈ ਗੱਲਬਾਤ ਦੇ ਰਾਹੀਂ, ਪੱਤਰਕਾਰ ਸਾਡੀ ਗੱਲ ਚੱਲ ਰਹੀ ਹੈ ਉਸ ਨੂੰ ਲਿਆ ਕੇ ਫਿਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਵੀ ਸਿਆਸਤ ਦੇ ਬਾਰੇ ਦੇ ਵਿੱਚ ਟੌਪਿਕ ਹੋਣਗੇ ਉਹ ਫਿਰ ਸਾਡੇ ਜਿਹੜੇ ਰਿਪੋਰਟਰ ਹੋਣਗੇ ਉਹ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰ ਲਿਆ ਕਰਾਂਗੇ। ਪਰ ਮੈਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸਿਰਫ ਉਹੀ ਕੇਂਦਰਿਤ ਰਹਿਣਾ ਚਾਹੁੰਦਾ ਹਾਂ ਜੋ ਸਾਡੀਆਂ ਨਿੱਤ ਦੀਆਂ ਸਮੱਸਿਆਵਾਂ ਨੇ, ਜੋ ਸਾਨੂੰ ਆਉਂਦੀਆਂ ਨੇ, ਜਾਂ ਸਾਡੇ ਇੱਥੇ ਕਮਿਊਨਿਟੀ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ। ਅਸੀਂ ਕਿਉਂਕਿ ਇੱਕ ਨਿੱਕੀ ਨਿੱਕੀ ਗੱਲ ਹੁੰਦੀ ਆ ਜਿਹੜੀ ਕਿ ਅਸੀਂ ਬਾਹਰ ਜਦੋਂ ਕਮਿਊਨਿਟੀਆਂ ਦੇ ਵਿੱਚ ਜਾਂਦੇ ਹਾਂ, ਹੋਰਾਂ ਦੇ ਵਿੱਚ ਵੀ, ਤਾਂ ਇੱਕ ਨਿੱਕੀ ਨਿੱਕੀ ਗੱਲ ਨੂੰ ਵੀ ਜਿਹੜਾ ਕਿ ਨੋਟ ਉਹ ਕੀਤਾ ਜਾਂਦਾ ਹੈ। ਸੋ ਅਮਰਤ ਜੀ, ਅੱਜ ਮੈਂ ਆਪਣੀ ਗੱਲਬਾਤ ਸਭ ਤੋਂ ਪਹਿਲਾਂ ਜਿਹੜੀ ਕਿ ਕਰ ਰਿਹਾ ਹਾਂ ਸ਼ੁਰੂ, ਉਹ ਜਿਸ ਤਰ੍ਹਾਂ ਕਿ ਸਿਟੀ ਆਫ ਕੈਲਗਰੀ ਨੇ ਇਸ ਟਾਈਮ ਤੇ ਜਿਹੜਾ ਕਿ ਸਟਰੀਟ ਸਵੀਪਿੰਗ ਪ੍ਰੋਗਰਾਮ ਜਿਹੜਾ ਉਹਨਾਂ ਦਾ, ਕਿ ਜਦੋਂ ਸਨੋ ਖਤਮ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਜਿਹੜੀਆਂ ਸੜਕਾਂ ਨੇ ਉਹ ਫਿਰ ਸਾਫ਼ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੇ ਬਜਰੀ ਵਗੈਰਾ, ਲੂਣ ਵਗੈਰਾ ਜਿਹੜਾ ਉਹ ਸੜਕਾਂ ਦੇ ਉੱਪਰ ਸਿੱਟਿਆ ਹੁੰਦਾ ਹੈ। ਤਾਂ ਮੋਸਟਲੀ ਮੈਂ ਨੋਟ ਕੀਤਾ ਹੈ, ਕਿਉਂਕਿ ਮੈਂ ਕੱਲ ਵੀ ਪਰਸੋਂ ਵੀ ਰਾਉਂਡ ਕੀਤਾ ਕਮਿਊਨਿਟੀਆਂ ਦੇ ਵਿੱਚ, ਕਿ ਉਹਨਾਂ ਨੇ ਜਿਹੜੇ ਸਾਈਨ ਰੱਖ ਦਿੰਦੇ ਆ ਸਭ ਤੋਂ ਪਹਿਲਾਂ ਉਹ, ਕਿ ਇਸ ਤਰੀਕ ਨੂੰ ਅਸੀਂ ਜਿਹੜਾ ਕਿ ਉਹ ਤੁਹਾਡੇ ਏਰੀਏ ਦੇ ਵਿੱਚ
ਸੜਕ ਜਿਹੜੀ ਤੁਹਾਡੀ ਹੈਗੀ ਆ, ਰੋਡ ਹੈ, ਉਹ ਸਾਫ਼ ਕਰਨ ਆਉਣਾ ਹੈ। ਸੋ ਇੰਨੇ ਟਾਈਮ ਤੋਂ ਲੈ ਕੇ ਇੰਨੇ ਟਾਈਮ ਤੱਕ ਜਿਹੜਾ ਕਿ ਤੁਸੀਂ ਆਪਣੀ ਗੱਡੀ ਨੂੰ ਉਹ ਮੂਵ ਕਰ ਲੈਣਾ ਹੈ, ਤਾਂ ਜੋ ਕਿ ਅਸੀਂ ਉਹ ਜਿਹੜੇ ਉਹਨਾਂ ਦੇ ਕਰੂ ਨੇ ਉਹ ਸੜਕ ਨੂੰ ਉਹ ਸਾਫ਼ ਕਰ ਸਕਣ। ਪਰ ਮੋਸਟਲੀ ਮੈਂ ਨੋਟ ਕੀਤਾ ਕਿ ਕਈ ਲੋਕ ਇਦਾਂ ਵੀ ਆ ਕਿ ਜਿਹੜੇ ਸੜਕਾਂ ਤੋਂ ਗੱਡੀਆਂ ਜਿਹੜੇ ਉਹ ਪਾਸੇ ਨਹੀਂ ਕਰਦੇਗੇ। ਤਾਂ ਇੱਕ ਮੇਰੀ ਗੱਲ ਹੋਈ ਕਿਸੇ ਦੇ ਨਾਲ, ਉਸਨੂੰ ਮੈਂ ਕਿਹਾ ਕਿ ਸੜਕਾਂ ਦੇ ਉੱਪਰੋਂ ਗੱਡੀ ਸਾਫ਼ ਨਹੀਂ ਕੀਤੀ, ਸੌਰੀ ਮੂਵ ਨਹੀਂ ਤੁਸੀਂ ਕੀਤੀ, ਤਾਂ ਉਹਨਾਂ ਨੇ ਜਿਹੜੀ ਉਹ ਰੋਡ ਸੀ ਉਹ ਸਾਫ਼ ਕਰਨੀ ਸੀ। ਉਹ ਮੈਨੂੰ ਬੰਦਾ ਕਹਿੰਦਾ ਕਿ ਯਾਰ ਕੋਈ ਗੱਲ ਨਹੀਂ, $35 ਦੀ ਟਿਕਟ ਹੀ ਹੈ। ਇੱਥੇ ਅਮਰਤ ਜੀ ਮੈਂ ਸਮਝਦਾ ਕਿ $35 ਦੀ ਟਿਕਟ ਦਾ ਜਿਹੜਾ ਉਹ ਕੋਈ ਕੰਸਰਨ ਮੈਂ ਨਹੀਂ ਸਮਝਦਾ, ਕਿਉਂਕਿ ਚਲੋ $35 ਆ, ਕੋਈ ਅਫੋਰਡ ਕਰ ਸਕਦਾ, ਉਹ ਕਹਿੰਦਾ ਕਿ ਮੈਂ ਪੇ ਕਰ ਦੂੰ, ਪਰ ਗੱਡੀ ਆ ਜਿਹੜੀ ਉਹ ਮੈਂ ਨਹੀਂ ਮੂਵ ਕੀਤੀ। ਪਰ ਜਿਹੜਾ ਮੇਰਾ ਕੰਸਰਨ ਹੈ ਜੀ ਕਿ ਅਸੀਂ ਇਸ ਮੁਲਕ ਦੇ ਵਿੱਚ ਬੈਠੇ ਹਾਂ, ਸੋ ਇੱਥੋਂ ਦੇ ਜਿਹੜੇ ਕਾਨੂੰਨ ਨੇ, ਇੱਥੋਂ ਦੇ ਜੋ ਵੀ ਨੇ, ਉਹ ਸਾਨੂੰ ਫਾਲੋ ਕਰਨ ਦੀ ਲੋੜ ਹੈ, ਨਾ ਕਿ $35 ਅਸੀਂ ਪੇ ਕਰ ਸਕਦੇ ਹਾਂ, ਅਫੋਰਡ ਕਰਦੇ ਹਾਂ। $35 ਜੇ ਸਾਨੂੰ ਟਿਕਟ ਮਿਲ ਵੀ ਜਾਊਗੀ, ਕਾਰ ਨਹੀਂ ਮੂਵ ਕੀਤੀ, ਗੱਡੀ ਨਹੀਂ ਮੂਵ ਕੀਤੀ, ਕੀ ਅਸੀਂ ਇੱਥੋਂ ਦੇ ਜਿਹੜੇ ਕਿ ਉਹ ਲਾ ਫਾਲੋ ਕਰ ਰਹੇ ਹਾਂ, ਜਦੋਂ ਕਿ 2 ਤੋਂ 3 ਦਿਨ ਪਹਿਲਾਂ ਉਹਨਾਂ ਦੇ ਵੱਲੋਂ ਜਿਹੜੇ ਕਿ ਉਹ ਸਾਈਨ ਵੀ ਰੱਖੇ ਜਾਂਦੇ ਨੇ। ਪਰ ਮਸਲਾ ਇਹ ਆ ਕਿ ਇੱਥੋਂ ਦੇ ਲਾ ਕਾਨੂੰਨ ਅਸੀਂ ਜਿਹੜਾ ਕਿ ਉਹ ਫਾਲੋ ਨਹੀਂ ਕਰਨਾ ਚਾਹੁੰਦੇ। ਅਸੀਂ ਉਹੀ ਚੀਜ਼ ਸਮਝਦੇ ਹਾਂ ਬੈਕ ਹੋਮ ਵਾਲੀ, ਕਿ ਅਸੀਂ ਜੋ ਗੱਡੀ ਖੜੀ ਆ ਖੜੀ ਰਹਿਣ ਦਿਓ, ਕੋਈ ਗੱਲ ਨਹੀਂ, ਜਿਹੜੀ ਉਹ $35 ਆ ਅਸੀਂ ਉਹ ਪੇ ਕਰ ਦੇਵਾਂਗੇ। ਪਰ ਇੱਥੋਂ ਦੇ ਜਿਹੜੇ ਕਾਨੂੰਨ ਨੇ, ਮੈਂ ਸਮਝਦਾ ਕਿ ਉਹਨਾਂ ਨੂੰ ਫਾਲੋ ਕਰਨ ਦੀ ਜਿਹੜੀ ਉਹ ਜ਼ਰੂਰਤ ਹੈ। ਬਿਲਕੁਲ ਸੈਮੀ ਜੀ, ਆਪਾਂ ਨੂੰ ਜਿਹੜੇ ਕਾਨੂੰਨ ਆ, ਜਿਵੇਂ ਸਫਾਈ ਦਾ ਅਭਿਆਨ ਚੱਲ ਰਿਹਾ, ਉਹਨਾਂ ਨੇ ਬੋਰਡ ਰੱਖ ਦਿੰਦੇ ਨੇ, ਆਪਾਂ ਨੂੰ ਜ਼ਰੂਰ ਆਪਦੀ ਗੱਡੀ ਹੈ ਜਿਹੜੀ ਉਹ ਆਪਾਂ ਨੂੰ ਮੂਵ ਕਰ ਲੈਣੀ ਚਾਹੀਦੀ ਆ। ਹੁਣ ਤਾਂ ਤਕਰੀਬਨ ਸਾਰੇ ਹੀ ਘਰ ਨੇ ਬੰਦੇ, ਕਿਉਂਕਿ ਕੰਮਕਾਰ ਟੋਟਲੀ ਬੰਦ ਪਏ ਨੇ, ਤੇ ਜੇ ਹੁਣ ਵੀ ਉਹ ਪਾਸੇ ਸਾਈਡ ਤੇ ਨਹੀਂ ਕਰਦੇ ਤੇ ਸਫਾਈ, ਉਹ ਗੱਡੀ ਆਉਂਦੀ ਆ ਤੇ ਉਹ ਸਾਈਡ ਤੋਂ ਹੀ ਲੰਘ ਜਾਂਦੇ ਨੇ, ਤੇ ਉਹ ਜਿਹੜਾ ਫਿਰ ਮੂਹਰੇ ਆਪਣੇ ਪਿਆ ਹੁੰਦਾ ਵਾ ਬਜਰੀ ਵਗੈਰਾ ਜਾਂ ਕੁਛ ਉੱਦਾਂ ਹੀ ਰਹਿ ਜਾਂਦੀ ਆ। ਉਹਦੇ ਵਿੱਚ ਕੀ ਆ ਕਿ ਆਪਾਂ ਨੂੰ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਕਿ ਆਪਾਂ ਆਪ ਦਾ ਆਲਾ ਦੁਆਲਾ ਵੀ ਸਾਫ਼ ਰੱਖੀਏ, ਲੰਘਦੇ ਟੱਪਦੇ ਬੰਦਿਆਂ ਨੂੰ ਵੀ ਵਧੀਆ ਲੱਗਦਾ ਵਾ। ਪਰ ਜਿਹੜੇ ਲੋਕ ਆ, ਪਹਿਲਾਂ ਤਾਂ ਆਪਾਂ ਸੋਚਦੇ ਵੀ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਤਾਂ ਚਲੋ ਕੋਈ ਸਵੇਰੇ ਕੰਮ ਕਰਦਾ, ਕੋਈ ਰਾਤ ਨੂੰ ਕੰਮ ਕਰਦਾ, ਤੇ ਉਹਨਾਂ ਕੋਲੇ ਕਈ ਵਾਰੀ ਟਾਈਮ ਨਹੀਂ ਹੁੰਦਾ ਜਾਂ ਬੰਦਾ ਤਾਂ ਨਹੀਂ ਮੂਵ ਕਰ ਪਾਉਂਦਾ। ਪਰ ਹੁਣ ਇਸ ਟਾਈਮ ਦੇ ਵਿੱਚ ਤਾਂ ਸਾਰੇ ਹੀ ਘਰੇ ਨੇ, ਤੇ ਹੁਣ ਘਰੇ ਹੋਣ ਦੇ ਬਾਵਜੂਦ ਵੀ ਜੇ ਉਹ ਗੱਡੀ ਮੂਵ ਨਹੀਂ ਕਰਦੇ ਤਾਂ ਫਿਰ ਇਹ ਬਹੁਤ ਮਾੜੀ ਗੱਲ ਆ। ਗੱਲ 35 ਦੀ ਜੀ, ਮੈਂ ਚਾਹੁੰਦਾ ਕਿ ਇਹ ਜਿਹੜੀ ਟਿਕਟ ਆ $35 ਤੋਂ ਵੀ ਜ਼ਿਆਦਾ, ਘੱਟੋ ਘੱਟ $500 ਦੀ ਹੋਣੀ ਚਾਹੀਦੀ ਆ, ਕਿ ਫਿਰ ਇਹਨਾਂ ਨੂੰ ਹੋਵੇ ਹਾਂਜੀ 500 ਭਰ ਦਿੰਦੇ ਆ, ਫਿਰ ਇਹਨਾਂ ਨੂੰ ਫੀਲ ਹੋਊਗਾ ਕਿ ਨਹੀਂ ਹਾਂਜੀ ਸਾਨੂੰ ਗੱਡੀ ਨਹੀਂ ਸਾਈਡ ਨਹੀਂ ਤੇ ਅਮਰ ਕਰਨੀ ਜੀ, ਚਾਹੀਦੀ ਹੈ। ਸਵਾਲ ਇਹ ਸੀਗਾ ਕਿ ਮੈਂ ਨਾਰਮਲੀ ਗੱਲ ਕੀਤੀ ਸੀ ਉਸ ਇਨਸਾਨ ਹੀ ਕਹੂੰਗਾ, ਕਿਉਂਕਿ ਪਰ ਜਿਹੜਾ ਮੈਨੂੰ ਜਵਾਬ ਮਿਲਿਆ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਕੋਈ ਗੱਲ ਨਹੀਂ, $35 ਹੀ ਆ, ਅਸੀਂ ਭਰ ਦਿੰਨੇ ਆ। ਪਰ ਅਸੀਂ ਇੱਥੋਂ ਦੇ ਲਾ ਦੀ ਜਿਹੜੀ ਉਹ ਕਾਨੂੰਨ ਦੀ ਪਰਵਾਹ ਨਹੀਂ ਕੀਤੀ, ਅਸੀਂ $35 ਆ ਜਿਹੜੇ ਉਹ ਭਰ ਸਕਦੇ ਆ। ਸੋ ਮੇਨ ਮਕਸਦ ਤਾਂ ਸਾਡਾ ਇਹ ਆ ਕਿ ਜੋ ਵੀ ਸਾਨੂੰ ਕਿਹਾ ਜਾਂਦਾ, ਅਸੀਂ ਇਸ ਰਹਿੰਦੇ ਆ। ਜਿਸ ਤਰ੍ਹਾਂ ਅਸੀਂ ਕਹਿ ਦਿੰਨੇ ਆ ਕਿ ਪੰਜਾਬ ਸਾਡੀ ਜਨਮ ਭੂਮੀ ਹੈ, ਸੋ ਜਿਹੜਾ ਕੈਨੇਡਾ ਇਹ ਸਾਡਾ ਦੂਜਾ ਘਰ ਹੈ, ਕਰਮ ਭੂਮੀ ਆ ਸਾਡੀ। ਬਿਲਕੁਲ। ਸੋ ਜਿੱਥੇ ਸਾਨੂੰ ਹਾਂਜੀ ਸਾਡੇ ਅਸੀਂ ਆਪਣਾ ਕੰਮ ਕਰਦੇ ਆ, ਰਹਿੰਦੇ ਆ, ਸਾਡਾ ਆਲਾ ਦੁਆਲਾ ਹੈ, ਸਾਡਾ ਉਸ ਨੂੰ ਹੱਕ ਬਣਦਾ ਕਿ ਅਸੀਂ ਉਸ ਨੂੰ ਸਾਫ਼ ਰੱਖੀਏ। ਜੋ ਵੀ ਸਿਟੀ ਕਹਿੰਦੀ ਆ ਉਸ ਨੂੰ ਫਾਲੋ ਕਰਕੇ ਅਸੀਂ ਆਪਣੀਆਂ ਗੱਡੀਆਂ ਜਿਹੜੀਆਂ ਉਹ ਮੂਵ ਕਰੀਏ, ਨਾ ਕਿ ਅਸੀਂ ਇਹ ਸੋਚੀਏ ਕਿ ਕੋਈ ਗੱਲ ਨਹੀਂ, ਜੇ $35 ਦੀ ਟਿਕਟ ਆ ਜਾਊਗੀ ਪਾਰਕਿੰਗ ਦੀ ਤਾਂ ਅਸੀਂ ਉਹ ਪੇ ਕਰ ਦੇਵਾਂਗੇ। ਹਾਂਜੀ। ਹੂੰ। ਨਹੀਂ, ਨਹੀਂ ਬਿਲਕੁਲ ਜੀ, $35 ਦੇ ਪੈਸਿਆਂ ਦਾ ਹੀ ਚੱਕਰ ਆ ਸਾਰਾ। ਇਹ ਟਿਕਟ ਬਹੁਤ ਜ਼ਿਆਦਾ ਛੋਟੀ ਹੈ, ਇਸ ਕਰਕੇ ਉਹ ਕੇਅਰ ਨਹੀਂ ਕਰਦੇਗੇ। ਚਲੋ ਟਿਕਟ ਵੀ ਪੇ ਕਰ ਦੇਣਗੇ, ਪਰ ਇੰਨਾ ਕਿ ਆਪਾਂ ਨੂੰ ਜਿਹੜਾ ਸਫਾਈ ਆ ਆਪਦੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੇ ਵਿੱਚ ਸਾਨੂੰ ਵੀ ਆਪਦੀ ਸਿਟੀ ਦੇ ਨਾਲ ਪਿਆਰ ਹੋਣਾ ਚਾਹੀਦਾ, ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਕਿ ਜੇ ਉਹ ਆਉਂਦੇ ਨੇ ਤਾਂ ਆਪਾਂ ਪ੍ਰੋਪਰ ਵੇ ਦੇ ਨਾਲ ਆਪਦੀ ਗੱਡੀ ਨੂੰ ਮੂਵ ਕਰ ਲਈਏ, ਕਿਉਂਕਿ ਉਹ 2-3 ਦਿਨ ਪਹਿਲਾਂ ਹੀ ਲਾ ਜਾਂਦੇ ਨੇ ਸਾਈਨ ਬੋਰਡ, ਤੇ ਹੁਣ ਜੋ ਲਾ ਕੇ ਜਾਂਦੇ ਨੇ ਤਾਂ ਆਪਾਂ ਨੂੰ ਚਾਹੀਦਾ ਕਿ ਆਪਾਂ ਉਹਨਾਂ ਦਾ ਸਾਥ ਦੇਈਏ ਤੇ ਆਪਾਂ ਆਲਾ ਦੁਆਲਾ ਜਿਹੜਾ ਸਾਫ਼ ਰੱਖੀਏ। ਸਾਡੀ ਸਿਟੀ ਸਾਫ਼ ਹੋਊਗੀ, ਸਾਡੀ ਕੰਟਰੀ ਸਾਫ਼ ਹੋਊਗੀ, ਤਾਂ ਉਹ ਸਾਰਿਆਂ ਨੂੰ ਹੀ ਚੰਗਾ ਲੱਗਦਾ ਤੇ ਹਾਂਜੀ ਸੋਹਣਾ ਅਮਰਤ ਜੀ। ਲੱਗਦਾ। ਤੇ ਅਮਰਤ ਜੀ, ਇਸ ਤੋਂ ਅੱਗੇ ਜਿਹੜੀ ਮੈਂ ਆਪਣੀ ਅੱਜ, ਕਿਉਂਕਿ ਇਹ ਤਾਂ ਮੈਂ ਜਿਹੜਾ ਕਿ ਰਾਈਟ ਨਾਓ ਚੱਲ ਰਹੀ ਹੈ ਸਿਚੁਏਸ਼ਨ, ਉਸ ਦੇ ਉੱਪਰ ਗੱਲ ਕੀਤੀ ਸੀ। ਪਰ ਜਿਹੜੀ ਕਿ ਮੈਂ ਗੱਲ ਕਰਨੀ ਚਾਹੁੰਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਉਹ ਮੈਂ ਗੱਲ ਕਰਨੀ ਚਾਹੁੰਦਾ ਕਿ ਮੈਂ ਬੈਠੇ ਬੈਠੇ ਨੇ ਸੋਚਿਆ ਕਿ ਬੈਕ ਇਨ ਮੈਂ 95 96 ਦੇ ਵਿੱਚ ਮੈਂ ਬੈਕ ਗਿਆ, ਜਦੋਂ ਕਿ ਮੈਂ ਵੀ ਕੈਨੇਡਾ ਆਇਆ ਸੀਗਾ। ਤਾਂ ਮੈਂ ਸੋਚਿਆ ਕਿ ਉਸ ਟਾਈਮ ਗੱਲਬਾਤ ਚੱਲ ਰਹੀ ਸੀ ਕਿਤੇ ਕਿ ਸਾਡੇ ਅੱਜ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਆ ਜਿਹੜਾ ਉਹ
ਨਹੀਂ ਮਿਲ ਰਿਹਾ, ਉਹ ਇਸ ਕਰਕੇ ਜਿਹੜਾ ਪ੍ਰਵਾਸ ਪੰਜਾਬ ਦੇ ਵਿੱਚੋਂ ਕਰ ਰਹੇ ਨੇ। ਕੋਈ ਸਟੂਡੈਂਟ ਪਰਮਿਟ ਤੇ ਇੱਧਰ ਆ ਰਿਹਾ, ਕੋਈ ਵਰਕ ਪਰਮਿਟ ਤੇ ਆ ਰਿਹਾ। ਸੋ ਮੈਂ ਜਦੋਂ ਬੈਕ 95 96 ਦੇ ਦੌਰ ਦੇ ਵਿੱਚ ਗਿਆ ਕਿ ਅਸੀਂ ਪੰਜਾਬ ਨੂੰ ਉਦੋਂ ਕਿਉਂ ਛੱਡਿਆ ਸੀਗਾ। ਸੋ ਕਾਰਨ ਉਦੋਂ ਵੀ ਉਹੀ ਸੀਗਾ ਕਿ ਸਾਡੇ ਲਈ ਅਸੀਂ ਪੜ੍ਹ ਲਿਖ ਕੇ ਸਾਡੇ ਲਈ ਕੋਈ ਜੋਬਾਂ ਨਹੀਂ ਸੀ ਉੱਥੇ, ਇਸ ਕਰਕੇ ਅਸੀਂ ਜਿਹੜਾ ਕਿ ਕੈਨੇਡਾ ਜਾਂ ਅਮਰੀਕਾ ਨੂੰ ਬੈਕ ਇਨ 95 96 ਦੇ ਵਿੱਚ ਆ ਰਹੇ ਸੀਗੇ। ਸੋ ਹੁਣ ਵੀ ਕਾਰਨ ਉਹੀ ਆ। 24-25 ਸਾਲ ਦੇ ਵਿੱਚ ਜੇ ਮੈਂ ਕਹਾਂ ਤਾਂ ਜਿਹੜੀ ਸਿਚੁਏਸ਼ਨ ਆ ਉੱਥੇ ਹੀ ਆ। ਸੋ ਸਾਡੇ ਜਿਹੜੇ ਅੱਜ ਵੀ ਜਿਹੜੇ ਬੱਚੇ ਨੇ ਉਹ ਪ੍ਰਵਾਸ ਉੱਥੋਂ ਕਰ ਰਹੇ ਨੇ, ਸਟੂਡੈਂਟ ਪਰਮਿਟ ਤੇ ਆ ਰਹੇ ਨੇ ਜਾਂ ਵਰਕ ਪਰਮਿਟ ਤੇ ਆ ਰਹੇ ਨੇ, ਇੱਥੇ ਉਹ ਸੈਟਲ ਹੋਣਾ ਚਾਹੁੰਦੇ ਨੇ ਇੱਥੇ ਆ ਕੇ, ਕਿਉਂਕਿ ਇੱਥੇ ਜਿਹੜੇ ਕਿ ਕੰਮਕਾਰ ਨੇ ਉਹ ਸਭ ਨੂੰ ਮਿਲ ਜਾਂਦੇ ਨੇ। ਸੋ ਪੰਜਾਬ ਦੀ ਜਿਹੜੀ ਸਥਿਤੀ ਆ ਸਾਨੂੰ ਪਤਾ, ਮੈਂ ਉਸ ਤੇ ਉੱਥੋਂ ਦੀ ਸਿਆਸਤ ਦੇ ਵਿੱਚ ਨਹੀਂ ਜਾਣਾ ਚਾਹੁੰਦਾਗਾ, ਨਾ ਹੀ ਮੈਂ ਉਸ ਟੌਪਿਕ ਦੇ ਉੱਪਰ ਗੱਲ ਕਰਨਾ ਚਾਹੁੰਦਾ ਹੈ। ਸੋ ਮੇਰਾ ਜਿਹੜਾ ਅੱਜ ਦਾ ਜਿਹੜਾ ਇਹ ਟੌਪਿਕ ਤੇ ਮੈਂ ਗੱਲ ਕਰ ਰਿਹਾ ਵਾਂ ਉਹ ਇਹ ਹੈ ਕਿ ਅੱਜ ਤੋਂ 24-25 ਸਾਲ ਪਹਿਲਾਂ ਵੀ ਜਿਹੜੀ ਉੱਥੇ ਪ੍ਰੋਬਲਮ ਸੇਮ ਸੀ, ਅੱਜ ਵੀ ਉਹ ਪ੍ਰੋਬਲਮ ਸੇਮ ਹੈ। ਹੁਣ ਅਸੀਂ ਜਿਹੜਾ ਪ੍ਰਵਾਸ ਕਰਕੇ ਇਸ ਕੰਟਰੀ ਦੇ ਵਿੱਚ ਆ ਗਏ ਹਾਂ, ਕੈਨੇਡਾ ਹੋਵੇ, ਅਮਰੀਕਾ ਹੋਵੇ, ਜਿਹੜੀ ਮਰਜ਼ੀ ਕੰਟਰੀ ਹੋਵੇ, ਸੋ ਅਸੀਂ ਪ੍ਰਵਾਸ ਕਰਕੇ ਆ ਗਏ ਹਾਂ। ਸੋ ਕੀ ਅਸੀਂ ਜਿਹੜਾ ਇੱਥੇ ਜਦੋਂ ਆਏ ਹਾਂ ਤਾਂ ਜਿਹੜਾ ਕਿ ਸਾਡਾ ਹੈਗਾ ਕਿ ਇਸ ਕੰਟਰੀ ਦੇ ਵਿੱਚ ਅਸੀਂ ਆ ਗਏ, ਇਸ ਕੰਟਰੀ ਨੂੰ ਅਸੀਂ ਅਪਣਾ ਲਿਆ, ਇੱਥੇ ਆਪਣੇ ਘਰ-ਬਾਰ ਜਿਹੜੇ ਉਹ ਬਣਾ ਲਏ, ਇੱਥੇ ਰਹਿਣ ਲੱਗ ਗਏ। ਕੀ ਅਸੀਂ ਇੱਥੋਂ ਦੇ ਜਿਹੜੇ ਲਾ ਨੇ, ਕਾਨੂੰਨ ਨੇ, ਅਸੀਂ ਉਹਨਾਂ ਨੂੰ ਫਾਲੋ ਕਰ ਰਹੇ ਹਾਂ? ਜਿਸ ਤਰ੍ਹਾਂ ਪਹਿਲਾਂ ਮੈਂ ਸਟਰੀਟ ਸਵੀਪਿੰਗ ਦੀ ਗੱਲ ਕੀਤੀ ਸੀ, ਔਰ ਮੈਂ ਹੁਣ ਗੱਲ ਜਿਹੜੀ ਉਹ ਕਰਨ ਜਾ ਰਿਹਾ ਹਾਂ ਕਿ ਕੁਝ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀਗਾ ਕਿ ਕੁਝ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਅਸੀਂ ਕਈ ਵਾਰੀ ਨੋਟ ਨਹੀਂ ਕਰਦੇ, ਪਰ ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਸਾਡੇ ਨਾਲ ਰਹਿ ਰਹੀਆਂ ਨੇ ਰਲ ਕੇ, ਕਿਸੇ ਦਾ ਸਾਡੇ ਨਾਲ ਘਰ ਆ ਜਾਂ ਕਮਿਊਨਿਟੀ ਦੇ ਵਿੱਚ ਰਹਿ ਰਿਹਾ ਵਾ, ਉਹ ਜਿਹੜੀਆਂ ਸਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਉਹਨਾਂ ਨੂੰ ਉਹ ਬਹੁਤ ਜ਼ਿਆਦਾ ਨੋਟ ਕਰਦੇ ਨੇ। ਜਿਸ ਤਰ੍ਹਾਂ ਕਿ ਅਸੀਂ ਆਪਣਾ ਘਾਹ ਨਹੀਂ ਸਮੇਂ ਸਿਰ ਕੱਟਣਾ, ਜਾਂ ਅਸੀਂ ਸਨੋ ਨਹੀਂ ਸਾਈਡ ਵਾਕ ਤੋਂ ਆਪਣੀ ਸਮੇਂ ਸਿਰ ਮੂਵ ਕਰਨੀ, ਕਿਉਂਕਿ ਜਦੋਂ ਸਨੋ ਪੈ ਜਾਂਦੀ ਹੈ ਉਸ ਤੋਂ ਤੁਹਾਨੂੰ ਵੀ ਪਤਾ ਕਿ ਬਾਈ ਲਾ ਦੇ ਮੁਤਾਬਕ ਜਿਹੜਾ 24 ਘੰਟੇ ਦੇ ਬਾਅਦ ਤੁਹਾਡੀ ਜਿਹੜੀ ਸਾਈਡ ਵਾਕ ਤੋਂ ਜਿਹੜੀ ਸਨੋ ਆ ਉਹ ਸਾਫ਼ ਹੋਣੀ ਚਾਹੀਦੀ ਆ। ਪਰ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ। ਅੱਜ ਮੈਂ ਇਹਨਾਂ ਹੀ ਟੌਪਿਕਾਂ ਦੇ ਉੱਪਰ ਜਿਹੜੀ ਕਿ ਆਪਣੀ ਗੱਲਬਾਤ ਆਪਾਂ ਕਰਾਂਗੇ। ਤੁਸੀਂ ਵੀ ਮੇਰੇ ਨਾਲ ਹੋ ਤਾਂ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਇਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ? ਦੇਖੋ ਜੀ, ਸਫਾਈ ਆ ਜਿਹੜੀ ਕਰਨੀ ਆ, ਇਹ ਤਾਂ ਆਪਣਾ ਪਹਿਲਾਂ ਕਰਮ ਹੋਣਾ ਚਾਹੀਦਾ, ਸੋਹਣਾ ਲੱਗਦਾ ਆਲਾ ਦੁਆਲਾ। ਅੱਜ ਮੈਂ ਸਵੇਰ ਦੀ ਗੱਲ ਸ਼ੇਅਰ ਕਰਦਾ ਜੀ। ਮੈਂ ਸਵੇਰੇ ਮੇਰੇ ਘਰ ਦੇ ਪਿਛਲੇ ਪਾਸੇ ਗਰਾਊਂਡ ਆ ਤੇ ਮੈਂ ਵਾਕ ਨਿਕਲਿਆ ਕਰਨ। ਮੈਂ ਜਦੋਂ ਵਾਕ ਕਰ ਰਿਹਾ ਸੀ, ਮੈਂ ਇਹੀ ਚੀਜ਼ ਨੋਟ ਕਰ ਰਿਹਾ ਸੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਕਿਸੇ ਨੇ ਘਾਹ ਨਹੀਂ ਕੱਟਿਆ, ਕਿਸੇ ਨੇ ਪ੍ਰੋਪਰਲੀ ਪਿੱਛੇ ਸਫਾਈ ਨਹੀਂ ਕੀਤੀ ਹੋਈ। ਹੁਣ ਤਕਰੀਬਨ ਮੇਰੇ ਦਿਮਾਗ 'ਚ ਵਾਰ-ਵਾਰ ਇਹੀ ਗੱਲਬਾਤ ਆਈ ਜਾਂਦੀ ਸੀ ਕਿ ਹੁਣ ਤਕਰੀਬਨ ਸਾਰੇ ਬੰਦੇ ਘਰੇ ਹੋਣ ਦੇ ਬਾਵਜੂਦ ਵੀ ਉਹ ਇਸ ਚੀਜ਼ ਦੇ ਵੱਲ ਧਿਆਨ ਨਹੀਂ ਦੇ ਰਹੇ। ਪਰ ਸਾਨੂੰ ਚਾਹੀਦਾ ਕਿ ਆਪਾਂ ਆਲਾ ਦੁਆਲਾ ਸਾਫ਼ ਰੱਖੀਏ, ਸੋਹਣਾ ਲੱਗਦਾ ਸਾਡੀ ਸਿਟੀ ਤੇ ਸਾਡੇ ਬੱਚੇ ਖੇਡਦੇ ਨੇ ਜਾਂ ਪਿੱਛੇ, ਉਹਨਾਂ ਚੀਜ਼ਾਂ ਦੇ ਵਿੱਚ ਧਿਆਨ ਦੇਣ ਦੀ ਸਾਨੂੰ ਲੋੜ ਆ। ਅਸੀਂ ਜ਼ਿਆਦਾਤਰ ਆਪਦੇ ਕੰਮਾਂ ਕਾਰਾਂ 'ਚ ਰੁੱਝੇ ਹੋਣ ਕਰਕੇ ਇਹਨਾਂ ਵੱਲ ਆਪਾਂ ਧਿਆਨ ਘੱਟ ਦੇ ਪਾਉਂਦੇ ਆ। ਪਰ ਜਦੋਂ ਵੀ ਹੁਣ ਛੁੱਟੀਆਂ ਨੇ, ਹੁਣ ਘਰ ਨੇ, ਹੁਣ ਤਾਂ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਵੱਲ ਆਪਾਂ ਨੂੰ ਵੱਧ ਖਿਆਲ ਰੱਖਣਾ ਚਾਹੀਦਾ, ਕਿਉਂਕਿ ਆ ਜਿਹੜਾ ਹੁਣ ਸੋਸ਼ਲ ਡਿਸਟੈਂਸ ਦੇ ਕਰਕੇ, COVID-19 ਦੇ ਕਰਕੇ ਵੀ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਕਿ ਦੂਰ ਰਹਿਣਾ, ਸਫਾਈ ਸਾਰਿਆਂ ਨਾਲੋਂ ਪਹਿਲਾਂ ਕਿ ਜੇ ਆਪਾਂ ਸਾਫ਼ ਸੁਥਰੇ ਆਪਦਾ ਆਲਾ ਦੁਆਲਾ ਰੱਖਦੇ ਹਾਂ ਤਾਂ ਉਹਦੇ ਨਾਲ ਕੀ ਹੈ ਕਿ ਜਿਹੜੀਆਂ ਮੋਹਾਲੀਆਂ ਤਾਂ ਜਿਹੜੀਆਂ ਕੋਈ ਵੀ ਇਦਾਂ ਦੀਆਂ ਪ੍ਰੋਬਲਮ ਜਾਂ ਕੋਈ ਆਉਂਦੀਆਂ ਨੇ ਉਹਨਾਂ ਤੋਂ ਡਿਸੀਜ਼ ਤੋਂ ਆਪਾਂ ਦੂਰ ਹੀ ਰਹਿੰਦੇ ਹਾਂ। ਸਫਾਈ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਕਰਨੀ ਚਾਹੀਦੀ ਹੈ। ਹਾਂਜੀ ਅਮਰਤ ਜੀ, ਇਹੀ ਗੱਲ ਆ ਕਿ ਤੁਸੀਂ ਘਰ ਵੀ ਹੋ ਜਾਂ ਵੀਕਐਂਡ ਤੇ ਅਸੀਂ ਘਰ ਹੁੰਨੇ ਆ, ਸੋ ਅਸੀਂ ਆਪਣਾ ਜਿਹੜਾ ਘਾਹ ਕੱਟ ਸਕਦੇ ਆ ਜਾਂ ਅਸੀਂ ਟਾਈਮ ਦੇ ਨਾਲ ਜਿਹੜੀ ਉਹ ਸਨੋ ਮੂਵ ਕਰ ਸਕਦੇ ਆ ਆਪਣੇ ਸਾਈਡ ਵਾਕਾਂ ਦੇ ਉੱਪਰੋਂ, ਆਪਣੇ ਡਰਾਈਵੇ ਦੇ ਉੱਪਰੋਂ। ਪਰ ਮੈਂ ਬਹੁਤ ਵਾਰ ਦੇਖਿਆ ਕਿ ਬਾਅਦ ਦੇ ਵਿੱਚ ਜਿਹੜਾ ਕਿ ਉਹਨੂੰ ਲੈ ਕੇ ਜਿਹੜਾ ਪੱਟਣ ਵਾਲਾ ਹੁੰਦਾ ਹੈ ਉਹ ਔਖਾ ਹੋ ਕੇ ਉਸ ਨੂੰ ਪੱਟ ਰਹੇ ਹੁੰਦੇ ਆ ਜਿਹੜੀ ਸਨੋ ਆ। ਇਨਸਟੈਡ ਕਿ ਅਸੀਂ ਉਸ ਨੂੰ ਜਦੋਂ ਪੈਂਦੀ ਸਨੋ ਆ ਉਸ ਨੂੰ ਜੇ ਰਿਮੂਵ ਕਰ ਦਿੰਨੇ ਆ ਤਾਂ ਬਾਅਦ ਦੇ ਵਿੱਚ ਜਾਂ ਘਾਹ ਹੈ ਉਹ ਲੰਬਾ ਹੋ ਜਾਂਦਾ ਤਾਂ ਕੱਟਣ 'ਚ ਜੇ ਉਸ ਨੂੰ ਪ੍ਰੋਪਰ ਅਸੀਂ ਕੱਟ ਕੇ ਵੀ ਰੱਖਦੇ ਆ, ਕਿਉਂਕਿ ਹੁਣ ਜਿਹੜਾ ਸਮਰ ਸਟਾਰਟ ਹੋ ਰਹੀ ਆ, ਮੈਂ ਅੱਜ ਇਸ ਟੌਪਿਕ ਤੇ ਤਾਂ ਗੱਲ ਕਰ ਰਿਹਾ ਵਾਂ
ਕਿਉਂਕਿ ਅਸੀਂ ਜੇ ਉਸ ਘਾਹ ਨੂੰ ਜਦੋਂ ਉਹ ਪ੍ਰੋਪਰ ਛੋਟਾ ਹੈ ਉਸ ਨੂੰ ਕੱਟਾਂਗੇ ਤਾਂ ਸਾਡਾ ਉਨਾ ਉਹ ਮਿਹਨਤ ਵੀ ਨਹੀਂ ਲੱਗੂਗੀ, ਸਾਨੂੰ ਨਹੀਂ ਕਰੂਗਾ। ਪਰ ਜਦੋਂ ਵੱਡਾ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਉਸ ਨੂੰ ਕੱਟਦੇ ਹਾਂ ਤਾਂ ਸਾਨੂੰ ਫਿਰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਘਾਹ ਨੂੰ ਕੱਟਣ ਲਈ। ਜਾਂ ਸਨੋ ਆ ਜਦੋਂ ਅਸੀਂ ਸਾਈਡ ਵਾਕ ਤੋਂ ਨਹੀਂ ਚੱਕਦੇ ਕਿ ਬਿਲਕੁਲ ਅਸੀਂ ਫਿਰ ਉਸ ਨੂੰ ਜਿਹੜਾ ਉਹ ਪੱਟਣ ਵਾਲਾ, ਮੈਂ ਪੰਜਾਬੀ ਦੇ ਵਿੱਚ ਸ਼ਬਦ ਯੂਜ਼ ਕਰੂੰਗਾ ਕਿ ਅਸੀਂ ਉਸ ਨੂੰ ਮੋਸਟਲੀ ਖੁਰਚਣਾ ਹੀ ਕਹਿੰਦੇ ਆ ਪੱਟਣ ਦੇ ਲਈ। ਸੋ ਉਹ ਜਦੋਂ ਪੱਟਦੇ ਆ ਅਸੀਂ ਉਸ ਦੇ ਨਾਲ ਫਿਰ ਵੀ ਅਸੀਂ ਉਸ ਨੂੰ ਮੂਵ ਕਰਦੇ ਆ ਜਦੋਂ ਸਾਨੂੰ ਬਾਏ ਲਾ ਆਫਿਸਰ ਦੇ ਵੱਲੋਂ ਜਿਹੜਾ ਕਿ 24 ਘੰਟੇ ਦਾ ਨੋਟਿਸ ਦੇ ਦਿੱਤਾ ਜਾਂਦਾ ਹੈ। ਸੋ ਮੇਰਾ ਉਹੀ ਆ ਕਿ ਅਸੀਂ ਹਾਂਜੀ ਆਪਣੇ ਮੁਲਕਾਂ 'ਚੋਂ ਇੱਥੇ ਆ ਗਏ ਆ, ਪਰ ਅਸੀਂ ਉਹ ਫਿਰ ਉਹੀ ਆ ਕਿ ਜਿੰਨਾ ਚਿਰ ਸਾਨੂੰ ਜਿਹੜਾ ਨੋਟਿਸ ਨਹੀਂ ਮਿਲਦਾ ਅਸੀਂ ਉਹ ਮੂਵ ਨਹੀਂ ਕਰਦੇ। ਅੰਮ੍ਰਿਤ ਜੀ, ਪਿਛਲੇ ਸਾਲ ਦੀ ਗੱਲ ਆ ਤਾਂ ਮੈਂ ਕੋਈ ਮੇਲ ਪਾਉਣ ਗਿਆ ਕਿਸੇ ਏਰੀਏ ਦੇ ਵਿੱਚ, ਤਾਂ ਉਹ ਬੰਦਾ ਮੈਨੂੰ ਜਾਣਦਾ ਸੀਗਾ ਤੇ ਮੈਂ ਜਦੋਂ ਉਹਦੇ ਲੰਘਣ ਲੱਗਾ ਗਰਾਜ ਦੇ ਨਾਲ ਦੀ ਤਾਂ ਮੈਂ ਉੱਥੇ ਡਿੱਗ ਪਿਆ ਇਸ ਦੇ ਉੱਪਰੋਂ। ਮੈਂ ਉਹਨੂੰ ਕਿਹਾ ਹਾਂਜੀ ਜਾ ਕੇ, ਮੈਂ ਕਿਹਾ ਵੀ ਤੁਸੀਂ ਆਈਸ ਤਾਂ ਮੂਵ ਕਰ ਦਿਓ ਭਾਜੀ। ਔਰ ਮੈਨੂੰ ਆਨਸਰ ਇਹ ਮਿਲਿਆ ਕਿ ਤੁਸੀਂ ਜਿੰਨਾ ਚਿਰ ਆਈਸ ਪਈ ਆ ਤੁਸੀਂ ਉਹਨਾਂ ਚਿਰ ਮੇਲ ਪਾਉਣ ਜਿਹੜਾ ਉਹ ਨਾ ਆਇਆ ਕਰੋ। ਹਾਂਜੀ, ਤਾਂ ਤੁਸੀਂ ਹਾਂਜੀ ਦੇਖ ਲਓ ਕਿ ਆਈਸ ਮੂਵ ਇਹ ਕਰਨ ਦੇ ਬਹੁਤ ਲਈ ਮੈਨੂੰ ਕਿਹਾ ਗਿਆ ਕਿ ਕੋਈ ਗੱਲ ਨਹੀਂ, ਜਾਂ ਅਸੀਂ ਸਾਲਟ ਸਿੱਟ ਦਿੰਨੇ ਆ ਜਾਂ ਮੂਵ ਕਰ ਲੈਂਦੇ ਆ, ਪਰ ਮੈਨੂੰ ਇਹ ਕਿਹਾ ਗਿਆ ਕਿ ਉਹਨਾਂ ਜਿੰਨਾ ਚਿਰ ਆਈਸ ਪਈ ਆ ਤੁਸੀਂ ਕੋਈ ਗੱਲ ਨਹੀਂ, ਸਾਨੂੰ ਕੋਈ ਜ਼ਰੂਰਤ ਨਹੀਂ, ਤੁਸੀਂ ਜਿਹੜੀ ਮੇਲ ਆ ਉਹ ਨਾ ਪਾਉਣ ਆਇਆ ਕਰੋ। ਹਾਂਜੀ, ਸੋ ਦੈਟ ਮੀਨ ਇਹ ਨਿੱਕੀਆਂ ਨਿੱਕੀਆਂ ਗੱਲਾਂ ਹੈ ਸਾਡੇ ਨਾਲ, ਕਿਉਂਕਿ ਮੈਂ ਮੋਸਟਲੀ ਜਦੋਂ ਕਮਿਊਨਿਟੀ ਦੇ ਵਿੱਚ ਜਾਂਦਾ ਹੈ, ਜਿਹੜੇ ਉੱਥੇ ਹੋਰ ਕਮਿਊਨਿਟੀਆਂ ਦੇ ਬੰਦੇ ਆ, ਮੈਂ ਉਹਨਾਂ ਦੇ ਨਾਲ ਗੱਲ ਕਰਦਾ ਤਾਂ ਮੈਨੂੰ ਪਤਾ ਚੱਲਦਾ ਕਿ ਜੇਕਰ ਉਹ ਤੁਹਾਡੇ ਨੇਬਰਸ ਨੇ, ਉਹ ਤੁਹਾਨੂੰ ਨਹੀਂ ਕੁਝ ਕਹਿ ਰਹੇ, ਪਰ ਉਹ ਤੁਹਾਡੀ ਨਿੱਕੀ ਨਿੱਕੀ ਗੱਲ ਨੂੰ ਜਿਹੜਾ ਉਹ ਨੋਟ ਕਰ ਰਹੇ ਨੇ। ਬਿਲਕੁਲ ਬਿਲਕੁਲ ਇਹ ਤਾਂ ਮੈਂ ਬਹੁਤ ਵਾਰ ਦੇਖਿਆ ਕਿ ਜਦੋਂ ਕਈ ਵਾਰੀ ਕਿ ਉਹ ਆਪਣੇ ਸਾਈਡ ਵਾਕ ਤੋਂ ਵੀ ਜਦੋਂ ਸਨੋ ਸਾਫ਼ ਕਈ ਕਰ ਲੈਂਦੇ ਨੇ ਤਾਂ ਰੋਡ ਤੇ ਕਰ ਦਿੰਦੇ ਨੇ। ਜੇ ਆਪਣੇ ਗਰਾਜ ਤੋਂ ਕੋਈ ਸਾਫ਼ ਕਰਦਾ ਤਾਂ ਉਹਨੂੰ ਰੋਡ ਤੇ ਕਰ ਦਿੰਦੇ ਨੇ, ਇੰਸਟੈਡ ਕਿ ਆਪਾਂ ਸਾਈਡ ਤੇ ਆਪਦਾ ਜਿਹੜਾ ਠੰਡ ਦੇ ਵਿੱਚ ਹੁੰਦੀ ਆ ਉੱਤੇ ਘਾਹ ਦੇ ਉੱਤੇ ਰੱਖ ਦਈਏ, ਸਾਈਡ ਤੇ ਕਰ ਦਈਏ ਤਾਂ ਉਹ ਵਧੀਆ। ਪਰ ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਦੇਖਦਾ ਵਾਂ ਕਿ ਜਦੋਂ ਸਨੋ ਸਾਫ਼ ਕਰਦੇ ਨੇ ਜਾਂ ਸਾਈਡ ਵਾਕ ਨੂੰ ਸਾਫ਼ ਕਰਨ ਤੋਂ ਬਾਅਦ ਉਹ ਕੀ ਆ ਕਿ ਉਹਨੂੰ ਰੋਡ ਦੇ ਉੱਤੇ ਕਰ ਦਿੰਦੇ ਨੇ। ਉਹਦੇ ਨਾਲ ਕੀ ਆ, ਫਿਰ ਗੱਡੀਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਤੇ ਜਦੋਂ ਮੈਂ ਵੀ ਕਿਸੇ ਨੂੰ ਕਿਹਾ ਸੀਗਾ, ਮੈਂ ਕਿਹਾ ਯਾਰ ਇਹਨੂੰ ਤੁਸੀਂ ਸਾਈਡ ਤੇ ਕਰ ਦਿਓ, ਨਾ ਰੋਡ ਤੇ ਕਰੋ, ਵੀ ਬੰਦਾ ਡਿੱਗ ਪੈਂਦਾ ਜਾਂ ਗੱਡੀਆਂ ਫਸ ਜਾਂਦੀਆਂ ਨੇ। ਤੇ ਹੁਣ ਆਪਾਂ ਸਰਦੀਆਂ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਸਭ ਤੋਂ ਵੱਡਾ ਕੰਸਰਨ ਇਹ ਵੀ ਆਉਂਦਾ ਕਿ ਜਿਹੜੀਆਂ ਮੇਨ ਸਟਰੀਟ ਆ ਉਹ ਤਾਂ ਉਹ ਸਾਫ਼ ਕਰ ਦਿੰਦੇ ਨੇ ਸਿਟੀ ਵਾਲੇ, ਪਰ ਜਿਹੜੀਆਂ ਇਨਸਾਈਡ ਵਾਲੀਆਂ ਨੇ ਉਹ ਸਾਫ਼ ਨਹੀਂ ਕਰਦੇ। ਤੇ ਉਹਦੇ ਵਿੱਚ ਜਦੋਂ ਕਿਤੇ ਜ਼ਿਆਦਾ ਸਨੋ ਪੈਂਦੀ ਹੈ ਤਾਂ ਇੰਨੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿ ਗੱਡੀਆਂ ਵੀ ਫਸ ਜਾਂਦੀਆਂ ਨੇ ਬਹੁਤ। ਤੇ ਮੋਸਟ ਆਫ ਦਾ ਟਾਈਮ ਕੀ ਹੈ ਕਿ ਆਪਾਂ ਨੂੰ ਇਹ ਜਿਹੜੀ ਅਵੇਅਰਨੈਸ ਆ ਬੰਦਿਆਂ ਨੂੰ ਆਉਣੀ ਚਾਹੀਦੀ ਹੈ ਕਿ ਆਪਾਂ ਜ਼ਰੂਰ ਇਹਨਾਂ ਗੱਲਾਂ ਛੋਟੀਆਂ ਛੋਟੀਆਂ ਵੱਲ ਆਪਾਂ ਧਿਆਨ ਦੇਈਏ। ਤੇ ਇਹ ਧਿਆਨ ਦੇਣ ਦੇ ਨਾਲ ਜਦੋਂ ਛੋਟਾ ਛੋਟਾ ਵੀ ਆਪਾਂ ਤਾਂ ਇਹ ਕਰਦੇ ਆ ਤਾਂ ਹੌਲੀ ਹੌਲੀ ਇਹ ਜਿਹੜੀ ਇਹ ਬਹੁਤ ਹੀ ਹਰ ਇੱਕ ਨੂੰ ਅਵੇਅਰਨੈਸ ਹੋਣ ਦੇ ਨਾਲ ਬਹੁਤ ਹੀ ਸੋਹਣਾ ਤੇ ਸੁਚੱਜੇ ਢੰਗ ਨਾਲ ਜੇ ਇਹਨੂੰ ਕਰਾਂਗੇ ਤਾਂ ਤੇ ਸਾਰਿਆਂ ਦੇ ਵਾਸਤੇ ਇੱਕ ਚੰਗੀ ਗੱਲ ਹੋਊਗੀ ਜੀ। ਪਰ ਲੋਕਾਂ ਨੂੰ ਇਹਦੇ ਵਿੱਚ ਵੀ ਅਵੇਅਰਨੈਸ ਦੀ ਹਾਂਜੀ, ਜ਼ਰੂਰਤ ਹੈਗੀ ਜਿਸ ਹੈ। ਤਰ੍ਹਾਂ ਹੁਣ ਅਮਰਤ ਜੀ ਸਿਟੀ ਆਫ ਕੈਲਗਰੀ ਵੱਲੋਂ ਵੀ ਜਿਹੜਾ ਕਿ ਕੀਤਾ ਗਿਆ ਕਿ ਉਹਨਾਂ ਨੇ ਪਿਛਲੇ ਸਾਲ ਜਿਹੜਾ ਕਿ ਲੋਕਾਂ ਨੂੰ ਅਵੇਅਰਨੈਸ ਕਰਨ ਲਈ ਕਈ ਪ੍ਰੋਗਰਾਮ ਚਲਾਏ। ਸੋ ਇਸ ਸਾਲ ਉਹਨਾਂ ਨੇ ਜਿਹੜੀਆਂ ਟਿਕਟਾਂ ਦੇਣੀਆਂ ਉਹ ਸ਼ੁਰੂ ਕੀਤੀਆਂ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਹਾਂਜੀ ਜਿਹੜੀ ਸਾਈਡ ਵਾਕ ਦੀ ਸਨੋ ਹੁੰਦੀ ਆ ਉਹ ਵੀ ਜਿਹੜੀ ਰੋਡ ਦੇ ਉੱਪਰ ਸਿੱਟਦੇ ਆ। ਸੋ ਮੈਂ ਦੱਸ ਦੇਵਾਂ ਬਾਏ ਲਾ ਦੇ ਮੁਤਾਬਕ ਹਾਂਜੀ ਜਿਹੜਾ ਕਿ ਤੁਸੀਂ ਉਹ ਰੋਡ ਦੇ ਉੱਪਰ ਨਹੀਂ ਸਿੱਟ ਸਕਦੇਗੇ। ਕੋਈ ਸਿਟੀ ਨੂੰ ਕੋਈ ਕੰਪਲੇਂਟ ਕਰ ਨਹੀਂ ਦਿੰਦਾ ਰੱਖ ਤੁਹਾਡੀ ਸਕਦੇ ਵੀਡੀਓ ਬਿਲਕੁਲ। ਬਣਾ ਕੇ ਤਾਂ ਤੁਹਾਨੂੰ ਜਿਹੜਾ ਉਹ ਫਾਈਨ ਹੋ ਸਕਦਾ ਹੈ, ਕਿਉਂਕਿ ਜਿਹੜੀ ਤੁਸੀਂ ਸਨੋ ਸਾਫ਼ ਕਰਨੀ ਹੈ ਉਸ ਨੂੰ ਤੁਸੀਂ ਹਾਂਜੀ ਸੇਫ ਪਲੇਸ ਤੇ ਆਪਣੀ ਪ੍ਰਾਪਰਟੀ ਦੇ ਵਿੱਚ ਇੱਕ ਸਾਈਡ ਦੇ ਉੱਪਰ ਹੀ ਲਗਾ ਸਕਦੇ ਹੋ। ਇਹ ਨਹੀਂ ਕਿ ਸ਼ਾਵਲ ਦੇ ਨਾਲ ਤੁਸੀਂ ਚੱਕ ਕੇ ਉਸ ਨੂੰ ਜਿਹੜਾ ਕਿ ਆਪਣੀ ਸਨੋ ਆ ਉਸ ਨੂੰ ਰੋਡ ਦੇ ਉੱਪਰ ਜਿਹੜਾ ਸਿੱਟ ਸਕਦੇ ਹੋ। ਸੋ ਇਦਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ, ਜਿਸ ਤਰ੍ਹਾਂ ਹੁਣ ਸਮਰ ਆ ਰਹੀ ਆ ਅਮਰਤ ਜੀ, ਹੁਣ ਮੈਂ ਪਾਣੀ ਦੇ ਬਾਰੇ ਦੇ ਵਿੱਚ ਵੀ ਗੱਲ ਕਰ ਲਵਾਂ। ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਪਾਣੀ ਦੀ ਜਿਹੜੀ ਬੜੀ ਕਿੱਲਤ ਆ ਰਹੀ ਆ, ਲੋਕੀ ਰੌਲਾ ਪਾ ਰਹੇ ਨੇ ਕਿ ਅਸੀਂ ਜਿਹੜਾ ਕਿ ਉਹ ਪਾਣੀ ਨੂੰ ਧਰਤੀ ਥੱਲੇ ਪਾਣੀ ਮੁੱਕਦਾ ਜਾਂਦਾ ਹੈ, ਜਾਂ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਨਹੀਂ ਆ ਰਿਹਾ, ਉਹਨਾਂ ਜੇ ਆ ਵੀ ਰਿਹਾ ਹੈ ਉਹ ਸ਼ੁੱਧ ਪਾਣੀ ਨਹੀਂ ਆ ਰਿਹਾ। ਸੋ ਜਿਹੜਾ ਸਾਨੂੰ ਇੱਥੇ ਕੈਲਗਰੀ ਦੇ ਵਿੱਚ ਜਿਹੜਾ ਕਿ ਬੈਸਟ ਵਾਟਰ ਆ ਜਿਹੜਾ ਕਿ ਸਾਨੂੰ ਮਿਲ ਰਿਹਾ ਹੈ ਕਲੀਨ ਕਰਕੇ ਜਿਹੜਾ ਪਾਣੀ ਉਹ ਸਾਨੂੰ ਦੇ ਰਹੇ ਨੇ ਸਿਟੀ ਆਫ ਕੈਲਗਰੀ ਵਾਲੇ। ਦੇ ਰਹੇ ਪਰ ਜਦੋਂ ਹੁਣ ਗਰਮੀ ਦੀ ਰੁੱਤ ਆਉਂਦੀ ਆ ਤਾਂ ਅਸੀਂ ਆਪਣੇ ਘਾਵਾਂ ਦੇ ਉੱਪਰ ਪਾਣੀ ਛੱਡ ਲੈਂਦੇ ਆ। ਫਿਰ ਅਸੀਂ ਕੀ ਕਰਦੇ ਆ ਕਿ ਉਹ ਸਪ੍ਰਿੰਕਲ ਦੇ ਰਾਹੀਂ ਪਾਣੀ ਛੱਡ ਕੇ ਅਸੀਂ ਭੁੱਲ ਜਾਂਦੇ ਆ ਉਹ ਪਾਣੀ ਆ ਜਿਹੜਾ ਉਹ ਸੜਕਾਂ ਦੇ ਉੱਪਰ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਹੈ। ਸੜਕਾਂ ਦੇ ਉੱਤੇ। ਹਾਂਜੀ, ਸੋ ਮੈਂ ਹਾਂਜੀ
ਆਪਣੇ ਸਰੋਤਿਆਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਿ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ। ਅੱਜ ਅਸੀਂ ਕਮਿਊਨਿਟੀ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ ਉਸ ਤੇ ਗੱਲਬਾਤ ਜਿਹੜੀ ਅਸੀਂ ਆਪਣਾ ਇਹ ਟੌਪਿਕ ਕਰ ਰਹੇ ਹਾਂ। ਸੋ ਉਹ ਪਾਣੀ ਤੁਸੀਂ ਲਾਉਣਾ ਹੈ ਤਾਂ ਸਿਟੀ ਦੇ ਵੱਲੋਂ ਵੀ ਤੁਹਾਨੂੰ ਪਤਾ ਹੋਊਗਾ ਕਿ ਉਹ ਇੱਕ ਬੈਲ ਦਿੰਦੇ ਆ ਕਿ ਜਿਹਦੇ ਵਿੱਚ ਤੁਸੀਂ ਮੀਂਹ ਦਾ ਪਾਣੀ ਜਮ੍ਹਾਂ ਕਰ ਸਕੋ। ਉਸ ਤੋਂ ਬਾਅਦ ਉਹ ਪਾਣੀ ਤੁਸੀਂ ਜਿਹੜਾ ਕਿ ਵਰਤ ਸਕੋ ਕਿਤੇ ਵੀ, ਨਾ ਕਿ ਤੁਸੀਂ ਜਿਹੜਾ ਟੂਟੀ ਦਾ ਪਾਣੀ ਹੈ। ਠੀਕ ਆ, ਤੁਸੀਂ ਬਿੱਲ ਇਹ ਵੀ ਆਨਸਰ ਮੈਨੂੰ ਕਈ ਮਿਲਿਆ, ਮੈਂ ਕਈ ਬੰਦਿਆਂ ਨਾਲ ਗੱਲ ਜਦੋਂ ਕੀਤੀ ਤਾਂ ਉਹ ਕਹਿੰਦੇ ਕਿ ਯਾਰ ਅਸੀਂ ਬਿੱਲ ਦੇਣਾ ਹੁੰਦਾ, ਪਾਣੀ ਵਰਤ ਲੈਂਦੇ ਆ। ਗੱਲ ਬਿੱਲ ਦੇਣ ਦੀ ਨਹੀਂ, ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ, ਗੱਲ ਟਿਕਟ ਦੇਣ ਦੀ ਨਹੀਂ ਗੀ, ਹੈ ਨਾ, ਪੇ ਕਰਨ ਦੀ ਨਹੀਂ ਗੀ। $35 ਤੁਸੀਂ ਅਫੋਰਡ ਕਰ ਸਕਦੇ ਆ। ਪਰ ਇੱਥੇ ਵੀ ਗੱਲ ਜਿਹੜਾ ਮੇਰਾ ਮਸਲਾ ਹੈ ਉਹ ਇਹ ਹੈ ਕਿ ਜਿਹੜਾ ਕਿ ਗੱਲ ਬਿੱਲ ਦੇਣ ਦੀ ਨਹੀਂ ਪਾਣੀ ਦੀ, ਪਰ ਜਦੋਂ ਪਾਣੀ ਨੂੰ ਕਲੀਨ ਕੀਤਾ ਜਾਂਦਾ ਹੈ। ਪਿੱਛੇ ਕੈਲਗਰੀ ਦੇ ਵਿੱਚ 2 ਵਾਟਰ ਟਰੀਟਮੈਂਟ ਪਲਾਂਟ ਨੇ ਜਿੱਥੇ ਪਾਣੀ ਨੂੰ ਕਲੀਨ ਕਰਕੇ ਸਾਡੇ ਤੱਕ ਜਿਹੜਾ ਉਹ ਪੀਣ ਯੋਗ ਪਾਣੀ ਬਣਾ ਕੇ ਸਾਡੇ ਲਈ ਭੇਜਿਆ ਜਾਂਦਾ ਹੈ। ਤਾਂ ਜਿਹੜੀ ਕਾਸਟ ਆ ਉੱਥੇ ਵੀ ਆਉਂਦੀ ਆ, EMPLOYE ਕੰਮ ਕਰਦੇ ਨੇ ਉੱਥੇ, ਜਿਹੜੇ ਡਾਕਟਰ ਵਗੈਰਾ ਉਹ ਕੰਮ ਕਰਦੇ ਨੇ, ਜਿਹੜੇ ਪਾਣੀ ਨੂੰ ਚੈੱਕ ਵੀ ਕਰਦੇ ਨੇ ਕਿ ਪਾਣੀ ਸਹੀ ਹੈ ਜਿਹੜਾ ਕਿ ਪਬਲਿਕ ਤੱਕ ਜਾ ਰਿਹਾ ਹੈ। ਸੋ ਤੁਸੀਂ ਇਹ ਨਾ ਸੋਚੋ ਕਿ ਅਸੀਂ ਬਿੱਲ ਦੇਣਾ ਪਾਣੀ ਯੂਜ਼ ਕਰ ਲੈਣਾ, ਪਰ ਉਸ ਚੀਜ਼ ਨੂੰ ਵੀ ਜਿਹੜਾ ਕਿ ਸਾਨੂੰ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਟੂਟੀ ਛੱਡ ਕੇ ਘਾਹ ਦੇ ਉੱਪਰ ਪਾਣੀ ਉਹ ਛੱਡ ਕੇ ਅਸੀਂ ਆਪ ਪਾਸੇ ਚਲੇ ਜਾਂਦੇ, ਉਹ ਪਾਣੀ ਜਿਹੜਾ ਸੜਕਾਂ ਦੇ ਉੱਪਰ ਜਾਂਦਾ ਹੈ ਉਹ ਵੇਸਟ ਹੀ ਜਾਂਦਾ ਸੀਵਰੇਜ ਦੇ ਵਿੱਚ ਮੁੜ ਕੇ ਜਿਹੜਾ ਪਾਣੀ ਜਾ ਕੇ। ਤਾਂ ਸੋ ਇਸ ਗੱਲ ਤੇ ਵੀ ਸਾਨੂੰ ਜਿਹੜਾ ਕਿ ਉਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਹ ਚੀਜ਼ ਨਾ ਕਰੀਏ। ਸੋ ਉਹਨਾਂ ਦੇ ਵੱਲੋਂ ਜਾਂ ਤੁਸੀਂ ਕਿਸੇ ਵੀ ਸਟੋਰ ਤੇ ਜਾ ਕੇ ਉਸ ਬੈਰਲ ਮਿਲਦੇ ਨੇ ਜਿਹੜੇ, ਉਹਨਾਂ ਨੂੰ ਲਿਆ ਕੇ ਤੁਸੀਂ ਆਪਣੇ ਜਿਹੜੇ ਤੁਹਾਡੇ ਗਟਰ ਨੇ ਉੱਪਰੋਂ ਆ ਰਹੇ ਨੇ ਛੱਤ ਤੋਂ, ਉਹਨਾਂ ਦੇ ਨੀਚੇ ਰੱਖ ਕੇ ਤੁਸੀਂ ਉਹ ਪਾਣੀ ਨੂੰ ਜਮ੍ਹਾਂ ਕਰ ਸਕਦੇ ਆ। ਫਿਰ ਤੁਸੀਂ ਆਪਣੇ ਉਸ ਪਾਣੀ ਨੂੰ ਜਿਹੜਾ ਆਪਣੇ ਬੂਟਿਆਂ ਨੂੰ ਪਾਣੀ ਦੇ ਸਕਦੇ ਹੋ ਜਾਂ ਉਸ ਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ। ਜਿਹੜਾ ਮੀਂਹ ਦਾ ਪਾਣੀ ਤੁਸੀਂ ਆਪਣੇ ਉਹ ਇਕੱਠਾ ਕਰ ਲਿਆ, ਨਾ ਕਿ ਤੁਸੀਂ ਆਪਣੀ ਟੂਟੀ ਨੂੰ ਛੱਡ ਕੇ ਜਿਹੜਾ ਕਿ ਅਸੀਂ ਮੰਨਦੇ ਹਾਂ ਤੁਸੀਂ ਬਿੱਲ ਦੇਣਾ ਹੈ, ਤੁਸੀਂ ਆਪਣੀ ਪਾਕਟ ਚੋਂ ਦੇਣਾ ਹੈ, ਨਾ ਕਿ ਸਿਟੀ ਨੇ ਆਪਣੀ ਪਾਕਟ ਚੋਂ ਜਾਣਾ ਹੈ। ਅਸੀਂ ਪ੍ਰੋਗਰਾਮ ਕਰਦੇ ਹਾਂ ਨਾ ਅਸੀਂ ਆਪਣੀ ਪਾਕਟ ਦੇ ਵਿੱਚੋਂ ਤੁਹਾਡਾ ਬਿੱਲ ਦੇਣਾ ਹੈ। ਪਰ ਜਿਹੜਾ ਕੰਸਰਨ ਹੈ ਉਸ ਨੂੰ ਸਮਝਣਾ ਚਾਹੀਦਾ ਕਿ ਜਿਹੜੀ ਕਾਸਟ ਆ ਫਿਰ ਉਹ ਸਾਰੀ ਪਬਲਿਕ ਦੇ ਉੱਪਰ ਹੀ ਪੈਣੀ ਆ। ਜਿੰਨੀ ਪਿੱਛੇ ਵਾਟਰ ਟਰੀਟਮੈਂਟ ਕਲੀਨ ਉੱਥੇ ਕਰਨ ਲਈ ਪਾਣੀ ਦੇ ਪਈ, ਉਨੀ ਹੀ ਜਿਹੜੀ ਕਾਸਟ ਆ ਉਹ ਅੱਗੇ ਜਿਹੜੀ ਉਹ ਪਬਲਿਕ ਤੇ ਵੀ ਪੈਣੀ ਆ ਡੈਫੀਨੇਟਲੀ। ਪਬਲਿਕ ਬਿਲਕੁਲ ਜੀ, ਬਿਲਕੁਲ। ਇਸੇ ਤਰ੍ਹਾਂ ਜਿੱਦਾਂ ਤੁਸੀਂ ਪਾਣੀ ਦੀ ਗੱਲਬਾਤ ਕੀਤੀ ਆ ਜੀ, ਹੁਣ ਜਿਵੇਂ ਸਿਟੀ ਵਾਲਿਆਂ ਨੇ ਗ੍ਰੀਨ ਬਿਨ ਲਾਈ ਹੋਈ ਆ ਤੇ ਆਪਣੇ ਬਲੈਕ ਗਾਰਬੇਜ ਦੇ ਵਾਸਤੇ, ਤੇ ਦੂਜੀ ਮੈਂ ਵੀ ਐਡ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਉਹਨਾਂ ਨੇ ਅਵੇਅਰਨੈਸ ਦੇ ਰਹੇ ਨੇ ਕਿ ਤੁਸੀਂ ਜਿਹੜਾ ਆਪਣੇ ਘਰ ਦੀ ਵੇਸਟੇਜ ਹੈ, ਜਿਵੇਂ ਫੂਡ ਵਗੈਰਾ ਜਾਂ ਕੁਝ ਵੀ ਆ, ਦੋ ਗ੍ਰੀਨ ਬਿਨ ਦੇ ਵਿੱਚ ਪਾ ਦਿਓ। ਦੂਜਾ ਕੀ ਗੱਲਬਾਤ ਆ ਕਿ ਜੇ ਮੈਂ ਦੇਖ ਰਿਹਾ ਕਈ ਵਾਰੀ ਬਾਹਰ ਸਟਰੀਟ ਤੇ ਉਹ ਸਾਰਾ ਕੁਝ ਮਿਕਸ ਕਰਕੇ ਇੱਕ ਜੀ ਪਾ ਦਿੰਦੇ ਨੇ, ਤੇ ਹੁਣ ਉਹਨਾਂ ਨੇ ਸਿਟੀ ਵਾਲਿਆਂ ਨੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਫਿਰ ਉਹ ਤੁਹਾਡਾ ਜਿਹੜਾ ਗਾਰਬੇਜ ਵਾਲਾ ਬਿਨ ਆ ਉਹ ਲੈ ਕੇ ਨਹੀਂ ਜਾਂਦੇਗੇ। ਉਹ ਕਹਿੰਦੇ ਨੇ ਕਿ ਪ੍ਰੋਪਰਲੀ ਹੀ ਇਹਨਾਂ ਨੂੰ ਪਾ ਕੇ ਰੱਖੋ। ਤੇ ਮੈਂ ਇਹਦੇ ਵਾਸਤੇ ਵੀ ਆਮ ਆਪਣੇ ਕਮਿਊਨਿਟੀ ਦੇ ਵਿੱਚ ਆਪਣੇ ਕਹਿਣਾ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ ਵੀ ਤੁਸੀਂ ਸੈਪਰੇਟਲੀ ਹੀ ਪਾ ਕੇ ਬਾਹਰ ਰੱਖਿਆ ਕਰੋ। ਹਾਂਜੀ ਅਮਰਜੀਤ, ਹੁਣ ਜਿਸ ਤਰ੍ਹਾਂ ਪਿਛਲੇ ਵੀਕ ਤੋਂ ਵੀ ਜਿਹੜਾ ਸਿਟੀ ਆਫ ਕੈਲਗਰੀ ਦਾ ਜਦੋਂ ਤੁਸੀਂ ਸਾਈਨ ਅਪ ਕਰ ਲੈਂਦੇ ਆ ਨਾ ਐਪ ਦੇ ਥਰੂ ਆਪਣੇ ਫੋਨ ਦੇ, ਤਾਂ ਤੁਹਾਨੂੰ ਜਿਹੜਾ ਉਹਨਾਂ ਦੀ ਗਾਰਬੇਜ ਕਲੈਕਸ਼ਨ ਆ ਉਸ ਦੇ ਲਈ ਨੋਟਿਸ ਜਿਹੜੇ ਕਿ ਉਹ ਆ ਜਾਂਦੇ ਨੇ। ਸੋ ਜਿਸ ਤਰ੍ਹਾਂ ਹੁਣ ਪਿਛਲੇ ਵੀਕ ਤੋਂ ਵੀ ਨੋਟਿਸ ਆ ਰਿਹਾ ਕਿ ਇਸ ਵੀਕ ਜਿਹੜਾ ਤੁਸੀਂ ਉਹਨਾਂ ਦਾ ਜਿਹੜਾ ਰੀਸਾਈਕਲ ਪਲਾਂਟ ਆ ਉੱਥੇ ਉਹਨਾਂ ਨੇ ਉਸ ਦੇ ਵਿੱਚ ਕੋਈ ਕੰਮ ਵਗੈਰਾ ਕਰਨਾ ਹੈ, ਜਿਹੜੇ ਉਹਨੂੰ ਸੈਨੀਟਾਈਜ਼ਰ ਵਗੈਰਾ ਕੁਛ ਕਰਨਾ ਹੈ। ਤਾਂ ਸਿਟੀ ਆਫ ਕੈਲਗਰੀ ਦਾ ਜਿਹੜਾ ਮੈਸੇਜ ਆ ਉਹ ਆ ਰਿਹਾ ਕਿ ਤੁਸੀਂ ਇਸ ਵਾਰੀ ਜੇ ਆਪਣਾ ਜਿਹੜਾ ਰੀਸਾਈਕਲ ਬਿਨ ਆ, ਬਲੂ ਬਿਨ ਆ, ਉਸ ਨੂੰ ਹੋਲਡ ਕਰ ਸਕਦੇ ਆ ਤਾਂ ਤੁਸੀਂ ਉਸ ਨੂੰ ਹੋਲਡ ਕਰ ਲਵੋ। ਜੇ ਤੁਹਾਡਾ ਉਹ ਜ਼ਿਆਦਾ ਨਹੀਂ ਭਰਿਆ ਤਾਂ ਪਲੀਜ਼ ਉਸ ਨੂੰ ਜਿਹੜਾ ਕਿ ਤੁਸੀਂ ਨਾ ਰੱਖਣਾ, ਕਿਉਂਕਿ ਉਹਨਾਂ ਲਈ ਵੀ ਫਿਰ ਇਹ ਮੁਸ਼ਕਲ ਹੋ ਜਾਊਗੀ। ਕਿਉਂਕਿ ਅੱਗੇ ਇਸ ਵੀਕ ਆ ਜਿਹੜਾ ਉਹਨਾਂ ਦੇ ਜਿਹੜਾ ਪਲਾਂਟ ਆ ਜਿੱਥੇ ਉਹ ਜਾ ਕੇ ਰੀਸਾਈਕਲ ਨੂੰ ਦੁਬਾਰਾ ਕਰਦੇ ਨੇ, ਉੱਥੇ ਉਹ ਜਿਹੜਾ ਕਿ ਉਹਨਾਂ ਦਾ ਕੰਮ ਨਹੀਂ ਚੱਲਣਾ। ਸੋ ਇਸ ਵੀਕ ਵੀ ਸਿਟੀ ਆਫ ਕੈਲਗਰੀ ਦੇ ਵੱਲੋਂ ਜਿਹੜਾ ਕਿ ਉਹ ਮੈਸੇਜ ਆ ਰਹੇ ਨੇ ਕਿ ਜੇ ਤੁਹਾਡੇ ਕੋਲੇ ਰੂਮ ਹੈਗਾ ਤਾਂ ਤੁਸੀਂ ਉਹ ਜਿਹੜਾ ਬਲੂ ਬਿਨ ਆ ਆਪਣਾ ਰੀਸਾਈਕਲ ਬਿਨ ਆ ਉਸ ਨੂੰ ਨਾ ਰੱਖਣਾ ਪਿਕਅਪ ਦੇ ਲਈ। ਸੋ ਅਗਲੇ ਵੀਕ ਉਹ ਕਹਿੰਦੇ ਕਿ ਅਸੀਂ ਉਹ ਜਿਹੜਾ ਕਿ ਪਿਕਅਪ ਕਰ ਲਵਾਂਗੇ। ਹਾਂਜੀ, ਪਰ ਮੋਸਟਲੀ ਸਾਡੀ ਪ੍ਰੋਬਲਮ ਇਹ ਆ ਕਿ ਅਸੀਂ ਜਿਸ ਤਰ੍ਹਾਂ ਕਿ ਮੈਂ ਕਈ ਬੰਦਿਆਂ ਨਾਲ ਹੋਰ ਵੀ ਗੱਲ ਕਰਦਾ ਹਾਂ, ਜੇ ਮੈਂ ਉਹਨਾਂ ਨੂੰ ਪੁੱਛਾਂ ਕਿ ਅੱਜ ਕੈਲਗਰੀ ਦੇ ਵਿੱਚ ਕੀ ਘਟਿਆ, ਵਾਪਰਿਆ, ਕੀ ਕੁਛ ਹੋਇਆ, ਉਹ ਕਹਿੰਦੇ ਕਿ ਇਸ ਚੀਜ਼ ਦਾ ਸਾਨੂੰ ਕੋਈ ਪਤਾ ਨਹੀਂਗਾ। ਪਰ ਜੇ ਉਹਨਾਂ ਨੂੰ ਮੈਂ ਇਹ ਪੁੱਛਾਂ ਕਿ ਅੱਜ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਕੀ ਗੱਲ ਹੋਈ ਆ,
ਉਹ ਕਹਿੰਦੇ ਜੀ ਉਹ ਅਸੀਂ ਨਿਊਜ਼ ਜਾਂ ਅਖਬਾਰ ਪੜ੍ਹਿਆ ਸੀਗਾ, ਉਹ ਜਿਹੜਾ ਕਿ ਸਾਨੂੰ ਸਾਰਾ ਕੁਝ ਉਹਨਾਂ ਨੇ ਮੈਨੂੰ ਦੱਸ ਦੇਣਾ ਉਹ ਨਾ। ਹਾਂਜੀ ਪਰ ਜਿਸ ਥਾਂ ਤੇ ਅਸੀਂ ਰਹਿੰਦੇ ਆ ਉਸ ਬਾਰੇ ਸਾਨੂੰ ਪਤਾ ਨਹੀਂਗਾ। ਠੀਕ ਆ, ਸਾਡੀ ਜਨਮ ਭੂਮੀ ਆ, ਅਸੀਂ ਉਸ ਦੇ ਨਾਲ ਜੁੜੇ ਹੋਏ ਆ, ਉੱਥੋਂ ਦੀ ਹਰ ਖਬਰ ਸਾਰ ਰੱਖਣਾ ਸਾਡਾ ਫਰਜ਼ ਬਣਦਾ ਹੈ। ਪਰ ਅਸੀਂ ਰਹਿ ਅੱਜ ਇਸ ਮੁਲਕ ਦੇ ਵਿੱਚ ਰਹੇ ਆ, ਸੋ ਇੱਥੋਂ ਦੇ ਜਿਹੜੇ ਕਾਇਦਾ ਕਾਨੂੰਨ ਨੇ, ਇੱਥੋਂ ਦੇ ਜੋ ਵੀ ਮੈਸੇਜ ਨੇ, ਤੁਸੀਂ ਜਿਸ ਸਿਟੀ ਦੇ ਵਿੱਚ ਰਹਿੰਦੇ ਹੋ ਉੱਥੋਂ ਦੇ ਜੋ ਮੈਸੇਜ ਨੇ ਉਹਨਾਂ ਬਾਰੇ ਵੀ ਥੋੜਾ ਜਿਹਾ ਪਤਾ ਹੋਣਾ ਜ਼ਰੂਰੀ ਆ ਤੁਹਾਨੂੰ। ਬਿਲਕੁਲ ਜੀ, ਇਹ ਵੀ ਕਈ ਵਾਰ ਮੈਂ ਸੋਚਦਾ ਵਾਂ, ਹੁਣ ਕਈ ਵਾਰ ਜਦੋਂ ਆਪਣੇ ਵੋਟਾਂ ਦਾ ਸੀਜ਼ਨ ਆਉਂਦਾ ਜਾਂ ਕੋਈ ਵੀ ਆਪਣਾ ਐਮਐਲਏ ਜਾਂ ਕੌਂਸਲ ਦੇ ਵਿੱਚ ਕੋਈ ਵੀ ਖੜਾ ਹੁੰਦਾ ਵਾ ਬੰਦਾ, ਉਹਨਾਂ ਨੂੰ ਵੀ ਆਪਾਂ ਨੂੰ ਇਹ ਕੁਐਸਚਨ ਕਰਨਾ ਚਾਹੀਦਾ ਕਿ ਉਹ ਬੰਦਾ, ਕਈ ਵਾਰੀ ਸਾਡਾ ਭੈਣ ਭਰਾ ਕਹਿ ਦਿੰਦਾ ਨਹੀਂ ਯਾਰ ਤੁਸੀਂ ਵੋਟ ਇਹਨੂੰ ਪਾ ਦਿਓ, ਇਸ ਵਾਰੀ ਇਹਨੂੰ ਪਾ ਦਿਓ। ਆਪਾਂ ਨੂੰ ਉਹਦੇ ਵਾਸਤੇ ਇਹ ਦੇਖਣਾ ਚਾਹੀਦਾ ਕਿ ਉਹਨਾਂ ਨੂੰ ਕੈਨੇਡਾ ਦੇ ਬਾਰੇ ਦੇ ਵਿੱਚ ਕੁਝ ਪਤਾ, ਉਹ ਕੈਨੇਡਾ ਦੇ ਵਿੱਚ ਜਿਵੇਂ ਆਪਣੇ ਇੱਥੋਂ ਦੀ ਇਸ ਕੰਟਰੀ ਦੇ ਹਿਸਾਬ ਤੇ ਹੁਣ ਜੇ ਦੇਖਦੇ ਤਾਂ ਕੌਂਸਲ ਦੀਆਂ ਆਪਾਂ ਵੋਟਾਂ ਪਾਉਂਦੇ, ਪਰ ਜਦੋਂ ਵੀ ਕਿਤੇ ਮੀਟਿੰਗ ਹੁੰਦੀ ਆਪਾਂ ਕਦੇ ਵੀ ਨਹੀਂ ਜਾਂਦੇ ਗੇ। ਹੁਣ ਜੇ ਦੇਖਦੇ ਹਾਂ ਸਾਡੇ ਨਾਰਥ ਈਸਟ ਦੇ ਵਿੱਚ ਜਿਹੜੇ ਸਕੂਲ ਆ ਓਵਰਲੈਪ ਹੋਏ ਪਏ ਨੇ, ਹਾਂਜੀ ਤੇ ਬੱਚਿਆਂ ਨੂੰ ਜਿੱਥੇ 20 ਜਾਂ 20 ਦਾ ਕਲਾਸਰੂਮ, ਉੱਥੇ 50 ਨੇ, ਓਵਰ ਹੋ ਰਿਹਾ ਵਾ ਕੰਮ ਸਾਰੇ ਪਾਸੇ। ਸੋ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਇਹਨਾਂ ਗੱਲਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ, ਕਿਉਂਕਿ ਹੁਣ ਜੇ ਆਪਾਂ ਪੰਜਾਬ ਦੇ ਬਾਰੇ ਜੇ ਉੱਥੋਂ ਦੀਆਂ ਗੱਲਾਂ ਸੁਣੀ ਜਾਂਦੇ ਜਾਂ ਉੱਥੋਂ ਦੀਆਂ ਕਰੀ ਜਾਂਦੇ, ਰਹਿੰਦੇ ਆਪਾਂ ਇੱਥੇ ਕੈਨੇਡਾ ਦੇ ਵਿੱਚ, ਸਾਨੂੰ ਇੱਥੋਂ ਦੇ ਵੀ ਕਾਇਦੇ ਕਾਨੂੰਨ ਜਾਂ ਇੱਥੋਂ ਦੇ ਬਾਰੇ ਵੀ, ਇੱਥੋਂ ਦੀ ਦੇਸ਼ ਨੂੰ ਜਾਂ ਇੱਥੋਂ ਦੀ ਸਿਟੀ ਨੂੰ ਆਪਣੀ ਨੂੰ ਸਾਫ਼ ਸੁਥਰਾ ਸਾਰੇ ਇਹਦੇ ਵਿੱਚ ਵੀ ਆਪਾਂ ਨੂੰ ਜਿਹੜਾ ਯੋਗਦਾਨ ਆ ਵੱਧ ਤੋਂ ਵੱਧ ਪਾਉਣਾ ਚਾਹੀਦਾ ਕਿ ਜੇ ਸਾਨੂੰ ਕਰਮ ਭੂਮੀ ਆ ਤਾਂ ਇਹਦੇ ਵਿੱਚ ਤਰੱਕਾ ਉਹ ਯੋਗਦਾਨ ਪਾ ਕੇ ਆਪਾਂ ਇਹਨੂੰ ਹੋਰ ਖੁਸ਼ਹਾਲ ਤੇ ਵਧੀਆ ਬਣਾ ਸਕੀਏ। ਹਾਂਜੀ। ਸੋ ਅਮਰ ਜੀ, ਹੁਣ ਜਿਹੜਾ ਅਗਲਾ ਟੌਪਿਕ ਆ, ਜਿਸ ਤਰ੍ਹਾਂ ਗਰਮੀ ਆ ਰਹੀ ਆ, ਸਾਡੇ ਬੱਚੇ ਵੀ ਘਰ ਨੇ ਸਕੂਲਾਂ ਤੋਂ, ਕਿਉਂਕਿ ਹੁਣ ਸਤੰਬਰ ਤੱਕ ਤਾਂ ਜਿਹੜੇ ਸਕੂਲ ਆ ਸਾਡੇ ਬੱਚੇ ਉਹਨਾਂ ਨੇ ਵਾਪਸ ਨਹੀਂ ਜਾਣਾਗਾ। ਪਰ ਉਸ ਤੋਂ ਵੀ ਅੱਗੇ ਜੋ ਸਾਡੀ ਅਲਬਰਟਾ ਗਵਰਨਮੈਂਟ ਦਾ ਫੈਸਲਾ ਹੋਵੇਗਾ, ਉਸ ਦੇ ਮੁਤਾਬਕ ਹੀ ਜਿਹੜਾ ਕਿ ਬੋਰਡ ਆਫ ਐਜੂਕੇਸ਼ਨ ਆ ਜਿਹੜਾ ਉਹ ਆਪਣਾ ਫੈਸਲਾ ਲਵੇਗਾ ਬੱਚਿਆਂ ਨੂੰ ਵਾਪਸ ਸੱਦਣ ਦੇ ਲਈ। ਹੁਣ ਸਾਡੇ ਜਿਹੜੇ ਬੱਚੇ ਉਹਨਾਂ ਨੇ ਬਾਹਰ ਡਰਾਈਵੇ ਦੇ ਵਿੱਚ ਵੀ ਖੇਡਣਾ ਹੈ, ਉਹਨਾਂ ਨੇ ਸਾਈਕਲਿੰਗ ਵੀ ਕਰਨੀ ਆ ਬਾਹਰ, ਹਾਂਜੀ ਛੋਟੇ ਬੱਚੇ ਨੇ। ਸੋ ਉਹਨਾਂ ਦੇ ਲਈ ਵੀ ਸਾਨੂੰ ਜਿਹੜਾ ਕਿ ਖਿਆਲ ਰੱਖਣਾ ਪੈਣਾ, ਉਹਨਾਂ ਦੇ ਪ੍ਰੋਪਰ ਹੈਲਮਟ ਵਗੈਰਾ ਪਾਇਆ ਹੋਵੇ। ਜਿਸ ਤਰ੍ਹਾਂ ਕੱਲ ਮੈਂ ਜਿਹੜਾ ਬਾਏ ਲਾ, ਮੇਰੇ ਬੱਚੇ ਬਾਹਰ ਗਏ ਸੀਗੇ ਸਾਈਕਲ ਲੈ ਕੇ, ਸੋ ਮੈਂ ਉਹਨਾਂ ਨਾਲ ਡਿਸਕਸ ਕਰ ਰਿਹਾ ਸੀਗਾ ਕਿ ਹਾਂਜੀ ਬਾਏ ਲਾ ਦੇ ਮੁਤਾਬਕ ਜਿਹੜਾ 14 ਸਾਲ ਤੋਂ ਥੱਲੇ ਦਾ ਜਿਹੜਾ ਬੱਚਾ ਹੈ ਉਹ ਸਾਈਡ ਵਾਕ ਦੇ ਉੱਪਰ ਜਿਹੜਾ ਆਪਣਾ ਬਾਈਕ ਉਹ ਚਲਾ ਸਕਦਾ ਹੈ, ਬਕਾਇਦਾ ਉਹਦੇ ਹੈਲਮਟ ਵਗੈਰਾ ਪਾਇਆ ਹੋਵੇ ਪੂਰਾ ਸੇਫਟੀ ਦੇ ਨਾਲ। ਜਿਹੜਾ 14 ਸਾਲ ਤੋਂ ਉੱਪਰ ਦਾ, ਜੇ ਤੁਸੀਂ ਸਿਟੀ ਆਫ ਕੈਲਗਰੀ ਦੀ ਵੈਬਸਾਈਟ ਤੇ ਜਾ ਕੇ ਦੇਖੋ ਤਾਂ ਉੱਥੇ ਸਾਈਕਲਿੰਗ ਬਾਏ ਲਾ ਤੁਸੀਂ ਪਾ ਦਿੰਦੇ ਆ, ਤਾਂ ਜਿਹੜਾ 14 ਸਾਲ ਤੋਂ ਉੱਪਰ ਦਾ 16 ਸਾਲ ਤੋਂ ਉੱਪਰ ਦਾ ਜਿਹੜਾ ਹੈਗਾ ਬੱਚਾ, ਉਹ ਜਿਹੜਾ ਕਿ ਈਵਨ ਸਾਈਡ ਵਾਕ ਦੇ ਉੱਪਰ ਆਪਣਾ ਸਾਈਕਲ ਨਹੀਂ ਚਲਾ ਸਕਦਾ। ਉਸ ਨੂੰ ਪ੍ਰੋਪਰ ਸੇਫਟੀ ਦੇ ਨਾਲ ਹੈਲਮਟ ਪਾ ਕੇ, ਪਿੱਛੇ ਆਪਣੀ ਸੇਫਟੀ ਵਗੈਰਾ ਲਾ ਕੇ, ਉਹ ਰੋਡ ਦੇ ਉੱਪਰ ਆਪਣਾ ਜਿਹੜਾ ਉਹ ਬਾਈਕ ਉਹ ਚਲਾ ਸਕਦਾ ਹੈ। ਇਸ ਦੇ ਨਾਲ ਹੀ ਮੈਂ ਗੱਲ ਕਰਨੀ ਚਾਹਾਂਗਾ ਕਿ ਜਿਸ ਤਰ੍ਹਾਂ ਹੁਣ ਸਾਡੇ ਬੱਚੇ ਬਾਹਰ ਖੇਡਦੇ ਨੇ, ਉਹ ਭੱਜਦੇ ਨੱਠਦੇ ਨੇ, ਕਿਉਂਕਿ ਬੱਚੇ ਨੇ, ਉਹਨਾਂ ਨੂੰ ਕੁਝ ਵੀ ਨਹੀਂ ਪਤਾਗਾ। ਮੋਸਟਲੀ ਮੈਂ ਵੀ ਕਈ ਏਰੀਆ ਦੇ ਵਿੱਚ ਜਦੋਂ ਡਰਾਈਵ ਕਰਦਾ ਹੁੰਦਾ ਤਾਂ ਮੈਂ ਆਪਣੇ ਡਰਾਈਵਰ ਵੀਰਾਂ ਨੂੰ ਵੀ, ਜਿਹੜੇ ਗੱਡੀਆਂ ਵਾਲੇ ਨੇ, ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਜਦੋਂ ਤੁਸੀਂ ਗੱਡੀ ਚਲਾ ਰਹੇ ਹੋ, ਸਾਡੇ ਬੱਚੇ ਬਾਹਰ ਖੇਡ ਰਹੇ ਨੇ, ਬੱਚਿਆਂ ਨੂੰ ਕੋਈ ਪਤਾ ਨਹੀਂ, ਉਹ ਇੱਕਦਮ ਹੀ ਕਈ ਵਾਰੀ ਸੜਕ ਤੇ ਆ ਜਾਂਦੇ ਨੇ, ਜਾਂ ਉਹਨਾਂ ਦੀ ਜਿਹੜੀ ਬਾਲ ਆ ਉਹ ਸੜਕ ਦੇ ਉੱਪਰ ਆ ਜਾਂਦੀ ਹੈ, ਉਹਦੇ ਮਗਰ ਭੱਜਦੇ ਹੋਏ ਆ ਜਾਂਦੇ ਨੇ। ਸੋ ਜਿਹੜੇ ਸਾਡੇ, ਕਿਉਂਕਿ ਉਹ ਬੱਚੇ ਨੇ, ਉਹਨਾਂ ਨੂੰ ਕੁਝ ਵੀ ਨਹੀਂ ਪਤਾ। ਸੋ ਮੈਂ ਬੱਚਿਆਂ ਦੇ ਮਾਪਿਆਂ ਨੂੰ ਵੀ ਇਹੀ ਕਹੂੰਗਾ ਕਿ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਜੇਕਰ ਬਾਲ ਤੁਹਾਡੀ ਜਾਂਦੀ ਆ ਤਾਂ ਤੁਹਾਡਾ ਬੱਚਾ ਉਹਦੇ ਮਗਰ ਭੱਜ ਕੇ ਨਾ ਜਾਵੇ, ਪਹਿਲਾਂ ਟ੍ਰੈਫਿਕ ਨੂੰ ਜਿਹੜਾ ਵਾਚ ਉਹ ਕਰੇ, ਤਾਂ ਜਾਂ ਤੁਸੀਂ ਬਾਹਰ ਬੈਠੇ ਹੋ ਉਸ ਨੂੰ ਜਿਹੜੀ ਰੋਡ ਦੇ ਉੱਪਰੋਂ ਜਿਹੜੀ ਉਹ ਬਾਲ ਤੁਸੀਂ ਚੱਕ ਕੇ ਦੇ ਸਕਦੇ ਹੋ। ਪਰ ਨਾਲ ਹੀ ਮੇਰੀ ਜਿਹੜੇ ਸਾਡੇ ਡਰਾਈਵਰ ਨੇ ਗੱਡੀਆਂ ਵਾਲੇ, ਉਹਨਾਂ ਨੂੰ ਵੀ ਹੈ ਕਿ ਤੁਸੀਂ ਘਰਾਂ ਦੇ ਵਿੱਚ ਜਾਂਦੇ ਹੋ ਤਾਂ ਆਪਣੀ ਬੇਸ਼ੱਕ ਜਿਹੜੀ 50 ਕਿਲੋਮੀਟਰ ਪਰ ਆਵਰ ਜਿਹੜੀ ਲਿਮਿਟ ਸਪੀਡ ਆ ਲੀਗਲੀ ਕੈਲਗਰੀ ਦੀ ਰੋਡਸ ਦੇ ਉੱਪਰ, ਤਾਂ ਜਿਹੜੇ ਪਲੇਗਰਾਊਂਡ ਜ਼ੋਨ ਨੇ, ਹੁਣ ਤਾਂ ਸਾਰੇ ਪਲੇਗਰਾਊਂਡ ਜ਼ੋਨ ਹੀ ਜਿਹੜੇ ਉਹ ਕਰ ਦਿੱਤੇ ਗਏ ਨੇ। ਸੋ ਉੱਥੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਜਿਹੜੀ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹੈ। ਸੋ ਜਦੋਂ ਤੁਸੀਂ ਘਰਾਂ ਦੇ ਵਿੱਚ ਜਾਂਦੇ ਆ, ਸਾਡੇ ਡਰਾਈਵਰ ਜਾਂ ਡਰਾਈਵ ਕਰਦੇ ਹੋ, ਤਾਂ ਥੋੜਾ ਜਿਹਾ ਧਿਆਨ ਦੇ ਨਾਲ, ਕਿਉਂਕਿ ਬੱਚੇ ਨੇ ਕਈ ਵਾਰੀ ਉਹ ਅਚਾਨਕ ਹੀ ਜਿਹੜਾ ਉਹ ਰੋਡ ਦੇ ਉੱਤੇ ਆ ਜਾਂਦੇ ਨੇ, ਸੋ ਉਹਨਾਂ ਦੀ ਸੇਫਟੀ ਵੀ ਜਿਹੜੀ ਜ਼ਰੂਰੀ ਹੈ। ਇਸ ਤੋਂ ਇਲਾਵਾ ਹੁਣ ਬੱਚੇ ਬਾਹਰ ਵੀ ਖੇਡ ਰਹੇ ਨੇ, ਤਾਂ ਜਦੋਂ ਤੁਸੀਂ ਆਪਣੀ ਕੋਈ ਗੱਡੀ ਬੈਕਅਪ ਵਗੈਰਾ ਕਰਨੀ ਆ ਆਪਣੇ ਡਰਾਈਵੇ ਦੇ ਵਿੱਚੋਂ,
ਤਾਂ ਤੁਸੀਂ ਉਹ ਬੜੇ ਧਿਆਨ ਦੇ ਨਾਲ ਜਿਹੜੀ ਆਪਣੀ ਗੱਡੀ ਆ ਉਸ ਨੂੰ ਬੈਕ ਕਰੋ, ਕਿਉਂਕਿ ਕਈ ਵਾਰੀ ਬੱਚੇ ਪਿੱਛੇ ਬੈਠੇ ਹੁੰਦੇ ਨੇ। ਕਿਉਂਕਿ ਬੱਚਿਆਂ ਦੇ ਅੱਜ ਤੋਂ ਕੁਝ ਸਾਲ ਪਹਿਲਾਂ ਚਸਟਮਰ ਦੇ ਵਿੱਚ ਇਹ ਹੈਪਨ ਹੋਇਆ ਸੀਗਾ, ਉਹਨਾਂ ਦਾ ਆਪਣਾ ਹੀ ਬੱਚਾ ਉਹਨਾਂ ਨੇ ਜਿਹੜਾ ਕਿ ਲੋਸਟ ਕਰ ਲਿਆ ਸੀਗਾ ਗੱਡੀ ਬੈਕਅਪ ਕਰਦਿਆਂ ਹੋਇਆਂ, ਉਹਨਾਂ ਨੇ ਦੇਖਿਆ ਨਹੀਂ ਸੀਗਾ ਇਹ ਚੀਜ਼ ਨੂੰ। ਸੋ ਜਦੋਂ ਤੁਸੀਂ ਗੱਡੀ ਨੂੰ ਬੈਕਅਪ ਕਰਨਾ ਹੈ ਤਾਂ ਤੁਸੀਂ ਬੜੇ ਧਿਆਨ ਦੇ ਨਾਲ ਕਿ ਕੋਈ ਬੱਚਾ ਤਾਂ ਨਹੀਂ ਪਿੱਛੇ ਉਸ ਦੇ ਬੈਠਾ, ਜਾਂ ਕੋਈ ਵਾਰੀ ਬੱਚਾ ਨਾ ਵੀ ਹੋਵੇ, ਤੁਹਾਡੇ ਨੇਬਰਸ ਦੀ ਕੋਈ ਬਿੱਲੀ ਆ ਕੇ ਬੈਠ ਜਾਂਦੀ ਹੈ, ਕੋਈ ਜਾਨਵਰ ਉੱਥੇ ਬੈਠਾ ਹੁੰਦਾ। ਸੋ ਤੁਸੀਂ ਆਪਣੀ ਜਿਹੜੀ ਗੱਡੀ ਆ ਉਸ ਨੂੰ ਬੜੇ ਧਿਆਨ ਦੇ ਨਾਲ ਜਿਹੜਾ ਉਹ ਬੈਕਅਪ ਕਰਨਾ ਹੈ। ਸੋ ਇਹ ਚੀਜ਼ਾਂ ਨੇ, ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਆਪਾਂ ਨੂੰ ਫਾਲੋ ਕਰਨਾ ਚਾਹੀਦਾ। ਤੇ ਦੂਜੀ ਗੱਲ ਆ, ਥੋੜਾ ਨਾ ਆਪਦੇ ਆਪ ਨੂੰ ਥੋੜਾ ਟਾਈਮ ਕੱਢ ਕੇ ਜਾਣਾ ਚਾਹੀਦਾ। ਜਦੋਂ ਵੀ ਤੁਸੀਂ ਗੱਡੀ ਵਗੈਰਾ ਬੈਕ ਕਰਦੇ ਜਾਂ ਜਾਂਦੇ, ਆਪਾਂ ਗਰਾਜ ਤੋਂ ਥੱਲੇ ਨੂੰ ਕਰਦੇ, ਪੈਡ ਤੋਂ ਲਾਉਂਦੇ ਆ, ਇੱਕ ਵਾਰੀ ਆਪਦੀ ਗੱਡੀ ਦੇ ਆਲੇ ਦੁਆਲੇ ਦਾ ਗੇੜਾ ਜ਼ਰੂਰ ਕੱਢੋ, ਕਿਉਂਕਿ ਕਈ ਵਾਰੀ ਬੱਚੇ ਪਿੱਛੇ ਹੁੰਦੇ ਨੇ, ਆਪਾਂ ਕਾਹਲੀ 'ਚ ਬੈਕ ਕਰਦੇ ਆ। ਜਿਵੇਂ ਤੁਸੀਂ ਹੁਣ ਜੈਸਮੀਨ ਦੀ ਗੱਲ ਕੀਤੀ ਆ, ਸਾਡੇ ਵੀ ਹੈਪਨ ਹੋਇਆ ਸੀਗਾ ਇਹ ਗੁਆਂਢ ਦੇ ਵਿੱਚ। ਉਹ ਹਮੇਸ਼ਾ ਹੀ ਆਪਦੇ ਟਾਈਮ ਨੂੰ ਪਹਿਲਾਂ ਕੱਢ ਕੇ ਵੇਖੋ ਆਲਾ ਦੁਆਲਾ। ਇੱਕ ਦੂਜੀ ਗੱਲ ਕੀ ਹੈ ਕਿ ਅੱਜ ਕੱਲ੍ਹ ਚੋਰੀਆਂ ਬਹੁਤ ਹੋ ਰਹੀਆਂ ਨੇ। ਆਪਦੀ ਨੰਬਰ ਪਲੇਟ ਨੂੰ ਦੇਖੋ, ਕਿਤੇ ਵੀ ਨੰਬਰ ਪਲੇਟ ਤਾਂ ਨਹੀਂ ਤੁਹਾਡੀ ਕੋਈ ਲਾਹ ਕੇ ਲੈ ਗਿਆ ਪਿੱਛੋਂ। ਉਹ ਕੀ ਕਰਦੇ ਨੇ ਕਿ ਨੰਬਰ ਪਲੇਟ ਲਾਹ ਕੇ ਲੈ ਜਾਂਦੇ ਨੇ ਤੇ ਗੱਡੀ ਦੇ ਮਗਰ ਲਾ ਲੈਂਦੇ ਨੇ। ਮੁੜ ਕੇ ਤੁਹਾਨੂੰ ਮੈਨੂੰ ਫੋਨ ਆਇਆ ਕੱਲ੍ਹ ਕਿ ਪਰਸੋਂ ਕਿ ਤੁਹਾਡੀ ਗੱਡੀ ਹੈ ਜਿਹੜੀ ਇੱਥੇ ਖੜੀ ਹੈ, ਚੋਰੀ ਹੋ ਗਈ। ਮੈਂ ਕਿਹਾ ਨਹੀਂ, ਮੇਰੀ ਤਾਂ ਘਰੇ ਖੜੀ ਹੈ। ਜਦੋਂ ਮੈਂ ਦੇਖਿਆ ਤਾਂ ਉਹਦੇ ਉੱਤੇ ਨੰਬਰ ਪਲੇਟ ਨਹੀਂ ਹੈ। ਅਮਰਤ ਜੀ, ਜਿਹੜੀ ਤੁਸੀਂ ਗੱਲ ਕੀਤੀ ਆ, ਮੈਂ ਇੱਕ ਦਿਨ ਪੂਰਾ ਦਿਨ ਮੈਨੂੰ ਪੁਲਿਸ ਸਟੇਸ਼ਨ ਇਸ ਲਈ ਗੁਜ਼ਾਰਨਾ ਪਿਆ। ਮੈਨੂੰ ਖੁਦ ਨਾ ਮੇਰੇ ਨਾਲ ਬੀਤ ਚੁੱਕੀ ਆ। ਮੇਰੇ ਨਾਲ ਕੀ ਕੀਤੀ, ਕੁਝ ਸਾਲ ਹੋ ਗਏ, 2-3 ਸਾਲ ਪਹਿਲਾਂ, ਕਿ ਮੇਰੀ ਜਿਹੜੀ ਨੰਬਰ ਪਲੇਟ ਸੀ, ਉਹ ਨੰਬਰ ਪਲੇਟ ਉਹ ਲਾ ਕੇ ਲੈ ਗਏ ਚੋਰ, ਮੇਰੇ ਚੋਰੀ ਕੀਤੀ ਹੋਈ ਲਾ ਕੇ। ਓਕੇ, ਜਦੋਂ ਮੈਂ ਡਾਊਨਟਾਊਨ ਜਾ ਕੇ ਆਪਣੀ ਨੰਬਰ ਪਲੇਟ ਉੱਥੇ ਪਾਰਕਿੰਗ ਲਈ ਪਾਈ ਤਾਂ ਮੈਂ ਉੱਪਰ ਚੱਲ ਗਿਆ ਜਿੱਥੇ ਮੈਂ ਜਾਣਾ ਸੀ। ਜਦੋਂ ਮੈਂ ਵਾਪਸ ਆਇਆ ਤਾਂ ਪੁਲਿਸ ਆਫੀਸਰ ਜਿਹੜੇ ਕਿ ਮੇਰੀ ਗੱਡੀ ਦੇ ਕੋਲ ਉਹ ਖੜੇ, ਉਹਨਾਂ ਨੇ ਮੈਨੂੰ ਪੁੱਛਿਆ ਕਿ ਗੱਡੀ ਤੇਰੀ ਆ? ਮੈਂ ਕਿਹਾ ਵੀ ਹਾਂ, ਗੱਡੀ ਮੇਰੀ ਆ ਇਹ। ਤਾਂ ਉਹਨਾਂ ਨੇ ਮੈਥੋਂ ਮੇਰੇ ਰਜਿਸਟ੍ਰੇਸ਼ਨ, ਲਾਇਸੈਂਸ ਵਗੈਰਾ, ਇੰਸ਼ੋਰੈਂਸ ਵਗੈਰਾ ਜਦੋਂ ਮੈਥੋਂ ਮੰਗੀ, ਮੈਂ ਉਹਨਾਂ ਨੂੰ ਦਿੱਤੀ। ਤਾਂ ਉਹ ਜਿਹੜੀ ਉਹਨਾਂ ਦੀ ਹੈੱਡ ਆਫਿਸ ਸੀ, ਉਹ ਇੱਕ ਲੇਡੀ ਆਫੀਸਰ ਸੀ ਜਿਹੜੀ ਉਹਨਾਂ ਨੂੰ ਲੀਡ ਕਰ ਰਹੀ ਸੀਗੀ। ਤਾਂ ਉਹ ਮੈਨੂੰ ਕਹਿੰਦੀ ਕਿ ਨੰਬਰ ਪਲੇਟ ਕਿਹਦੀ ਆ ਤੇਰੇ ਕੋਲੇ? ਮੈਂ ਕਿਹਾ ਵੀ ਨੰਬਰ ਪਲੇਟ ਆਫ ਕੋਰਸ ਜੇ ਗੱਡੀ ਮੇਰੀ ਆ ਤਾਂ ਨੰਬਰ ਪਲੇਟ ਵੀ ਮੇਰੇ ਕੋਲ ਹੀ ਹੋਊਗੀ ਨਾ। ਉਹ ਮੈਨੂੰ ਕਹਿੰਦੀ ਨਹੀਂ, ਤੂੰ ਚੋਰੀ ਦੀ ਨੰਬਰ ਪਲੇਟ ਲਾਈ ਫਿਰਦਾ। ਜਦੋਂ ਮੈਂ ਪਿੱਛੇ ਜਾ ਕੇ ਫਿਰ ਉਹਨੇ ਮੈਨੂੰ ਰਜਿਸਟ੍ਰੇਸ਼ਨ ਤੋਂ ਦਿਖਾਈ, ਮੈਂ ਆਪਣੀ ਪਿੱਛੇ ਵੇਖੀ ਪਲੇਟ, ਤਾਂ ਫਿਰ ਮੈਨੂੰ ਪਤਾ ਲੱਗਿਆ ਕਿ ਮੇਰੀ ਪਲੇਟ ਕੋਈ ਲਾ ਕੇ ਲੈ ਗਿਆ, ਚੋਰੀ ਕੀਤੀ ਹੋਈ ਮੇਰੇ ਲਾ ਕੇ ਗਿਆ। ਤਾਂ ਫਿਰ ਉਸ ਦਿਨ ਮੈਨੂੰ ਸਾਰਾ ਦਿਨ ਜਿਹੜਾ ਕਿ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਗੁਜ਼ਾਰਨਾ ਪਿਆ। ਪਰ ਮੈਂ ਉਹਨਾਂ ਨੂੰ ਜਿੱਦਾਂ ਕਨਵਿੰਸ ਕੀਤਾ ਕਿ ਮੈਂ ਕੁਝ ਗਲਤ ਨਹੀਂ ਕੀਤਾਗਾ, ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂਗਾ ਕਿ ਮੇਰੇ ਚੋਰੀ ਦੀ ਪਲੇਟ ਲੱਗੀ ਹੋਈ ਆ, ਮੇਰੀ ਪਲੇਟ ਕੋਈ ਜਿਹੜਾ ਉਹ ਲਾ ਕੇ ਲੈ ਗਿਆ। ਸੋ ਤੁਹਾਡੀ ਕਹਿਣਾ ਗੱਲ ਵਾਂਗੂ ਕਿ ਤੁਹਾਨੂੰ ਹਮੇਸ਼ਾ ਹੀ ਆਪਣੀ ਜਿਹੜੀ ਨੰਬਰ ਪਲੇਟ ਆ ਉਸ ਨੂੰ ਵੀ ਜਿਹੜਾ ਉਹ ਚੈੱਕ ਕਰਨਾ ਚਾਹੀਦਾ। ਸੋ ਤੁਸੀਂ ਆਪਣੀ ਗੱਲਬਾਤ ਜਿਹੜੀ ਉਹ ਜਾਰੀ ਰੱਖ ਸਕਦੇ ਹੋ। ਬਿਲਕੁਲ ਜੀ। ਤੇ ਦੂਜੀ ਗੱਲ ਕੀ ਹੈ ਕਿ ਗੱਡੀਆਂ ਦੇ ਵਿੱਚੋਂ ਬਾਹਰ ਸਾਡੇ ਕੰਮ ਦੇ ਬਾਹਰ ਸਾਡੀਆਂ ਕੰਮ ਵਾਲੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ, ਤਾਂ ਉਹਦੇ ਵਿੱਚੋਂ ਡੀਜ਼ਲ ਤੇ ਜਾਂ ਗੈਸ ਕੱਢ ਕੇ ਲੈ ਜਾਂਦੇ ਨੇ। ਠੀਕ ਹੈ ਜੀ। ਹੋਰ ਕੀ ਆ ਇੱਥੇ, ਬਾਕੀ ਇਹਨਾਂ ਨੇ ਥੋੜੇ ਬਹੁਤੇ ਜਿਹੜੇ ਟੂਲ ਹੁੰਦੇ ਨੇ, ਉਦੋਂ ਜ਼ਿਆਦੇ ਦਾ ਉਹ ਤਾਂ ਲੈ ਜਾਂਦੇ ਨੇ, ਮਾੜਾ ਮੋਟਾ ਕੱਢ ਕੇ ਉਦੋਂ ਜ਼ਿਆਦੇ ਦਾ ਉਹ ਨੁਕਸਾਨ ਕਰ ਜਾਂਦੇ ਨੇ। ਜਿਹੜਾ ਆਪਣੇ ਆਲੇ ਦੁਆਲੇ ਵੀ ਜੇ ਤੁਸੀਂ ਦੇਖਦੇ ਹੋ ਕੋਈ ਏਦਾਂ ਦਾ ਹੋ ਰਿਹਾ, ਤਾਂ ਤੁਸੀਂ ਆਪਦੇ ਆਂਢ ਗੁਆਂਢ ਦੇ ਵਿੱਚ ਵੀ ਇਹ ਆਵਾਜ਼ ਰੱਖਿਆ ਕਰੋ ਕਿ ਕੋਈ ਬੰਦਾ ਤੁਹਾਡੀ ਗੱਡੀ ਦੇ ਨੇੜੇ ਤੇੜੇ ਤਾਂ ਨਹੀਂ ਆ ਰਿਹਾ, ਕੋਈ ਬੰਦਾ ਉਹਦੇ ਨਾਲ ਕੋਈ ਭੰਨ ਤੋੜ ਕੇ ਜਾਂ ਕੁਛ ਕੱਢਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਤੇ ਜਿਹੜਾ ਬਾਕੀ ਆਪਣੇ ਜਿਹੜੇ ਹੁੰਦੇ, ਆਪਣੇ ਕੋਲੇ ਚੇਂਜ ਹੁੰਦੀ, ਕਈ ਵਾਰੀ ਆਪਾਂ ਕੋਈ ਚੀਜ਼ ਲੈ ਕੇ ਆਉਂਦੇ ਤਾਂ ਆਪਾਂ ਗੱਡੀ ਦੇ ਵਿੱਚ ਓਦਾਂ ਹੀ ਰੱਖ ਦਿੰਦੇ ਹਾਂ ਡੈਸ਼ਬੋਰਡ ਤੇ ਜਾਂ ਉਹਦੇ ਵਿੱਚ ਇੱਕ ਕੱਪ 'ਚ। ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਪੈਸੇ ਵਗੈਰਾ ਵੀ ਨਾ ਰੱਖਿਆ ਕਰੋ ਗੱਡੀਆਂ ਦੇ ਵਿੱਚ, ਜਾਂ ਤੁਹਾਡੀਆਂ ਕੋਈ ਕੀਮਤੀ ਚੀਜ਼ਾਂ ਨੇ ਜਾਂ ਉਹ ਨਾ ਰੱਖਿਆ ਕਰੋ, ਕਿਉਂਕਿ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ, ਉਹਨਾਂ ਨੇ ਸ਼ੀਸ਼ਾ ਤੋੜਨਾ ਵਾ ਤੇ ਵਿੱਚੋਂ ਕੱਢ ਕੇ ਲੈ ਜਾਣਾ। ਸੋ ਇਹ ਚੀਜ਼ ਦੇ ਵੀ ਧਿਆਨ ਰੱਖਣ ਦੀ ਲੋੜ ਆ। ਤੇ ਜਦੋਂ ਵੀ ਤੁਹਾਡੇ ਆਲੇ ਦੁਆਲੇ ਕਿਤੇ ਕੋਈ ਬੰਦਾ ਤੁਹਾਨੂੰ ਲੱਗਦਾ ਕਿ ਸਸਪੀਸ਼ੀਅਸ ਆ, ਤਾਂ ਤੁਸੀਂ ਉਹਨੂੰ ਪੁੱਛੋ, ਨਹੀਂ ਤਾਂ ਤੁਸੀਂ ਪੁਲਿਸ ਨੂੰ ਫੋਨ ਕਰਕੇ ਉਹਦੇ ਹੁਲੀਏ ਵਗੈਰਾ ਦੱਸ ਕੇ ਤਾਂ ਤੁਸੀਂ ਆਂਢ ਗੁਆਂਢ ਤੇ ਆਪਦੇ ਆਪ ਨੂੰ ਵੀ ਤੁਸੀਂ ਸੇਫ ਰੱਖ ਸਕਦੇ ਇਹਨਾਂ ਨਾਲ। ਹਾਂਜੀ ਅਮਰ ਜੀ, ਨਹੀਂ ਕਿਉਂਕਿ ਸਨੋ ਦੇ ਵਿੱਚ ਤਾਂ ਥੋੜਾ ਜਿਹਾ ਹੋ ਜਾਂਦਾ ਕਿ ਠੰਡ ਹੁੰਦੀ ਆ ਕਿ ਜਿਹੜੇ ਚੋਰ ਨੇ ਉਹ ਵੀ ਥੋੜਾ ਨਿਕਲਦੇ ਨੇ। ਪਰ ਹੁਣ ਜਿਹੜਾ ਕਿ ਸਮਰ ਸ਼ੁਰੂ ਹੋ ਰਹੀ ਹੈ, ਗਰਮੀਆਂ ਦਾ ਮੌਸਮ ਆ ਰਿਹਾ, ਸੋ ਉਹਨਾਂ ਲਈ ਇਹ ਜਿਹੜੇ ਕੰਮ ਕਰਨੇ ਨੇ ਉਹ ਬਹੁਤ ਈਜ਼ੀ ਨੇ, ਕਿਉਂਕਿ ਹੁਣ ਤਾਂ ਉਹਨਾਂ ਨੂੰ ਕੋਈ ਗਲਵ ਵਗੈਰਾ ਪਾਉਣ ਦੀ ਵੀ ਲੋੜ ਨਹੀਂ। ਸੋ ਉਹ ਜਿਹੜਾ ਕਿ ਉਸ ਸਾਲ ਮੈਂ ਤੁਹਾਨੂੰ ਦੱਸਦਾ ਅਮਰਤ ਜੀ, ਮੈਂ 5 ਵਾਰੀ ਆਪਣੀ ਨਵੀਂ ਪਲੇਟ ਲਿਆਂਦੀ। ਕਦੇ ਮੇਰੀ ਐਸਯੂਵੀ ਦੀ ਪਲੇਟ ਲਾ ਲੈਣ, ਕਦੇ ਮੇਰੀ ਵੈਨ ਦੀ ਪਲੇਟ ਲਾ ਲੈਣ ਉਹ ਨਾ।
ਸੋ ਮੈਂ 5 ਹਾਂਜੀ ਵਾਰੀ ਪੁਲਿਸ ਕੰਪਲੇਂਟ ਕਰਕੇ ਮੈਂ ਪਲੇਟ ਨਵੀਂ ਲੈ ਕੇ ਆਇਆ। ਸੋ ਇਹ ਚੀਜ਼ਾਂ ਜਿਹੜੀਆਂ ਕਿ ਕਈ ਵਾਰੀ ਅਸੀਂ ਧਿਆਨ ਹੀ ਨਹੀਂ ਦਿੰਦੇ, ਜਦੋਂ ਸਾਨੂੰ ਪੁਲਿਸ ਅਫੀਸਰ ਰੋਕਦਾ ਹੈ, ਉਸ ਤੋਂ ਬਾਅਦ ਹੀ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਧਿਆਨ ਦਿੰਦੇ ਆ। ਸੋ ਇਹ ਵੀ ਇੱਕ ਸੇਫਟੀ ਆ ਜਿਹੜੀ ਕਿ ਇੰਪੋਰਟੈਂਟ ਹੈ। ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤਾਂ ਆਪਣੀ ਗੱਡੀ ਦੇ ਆਲੇ ਦੁਆਲੇ ਆਪਣੀ ਪਲੇਟ ਚੈੱਕ, ਨੰਬਰ ਪਲੇਟ ਜਿਹੜੀ ਪਿੱਛੇ ਲੱਗੀ ਹੋਈ ਆ ਉਸ ਨੂੰ ਚੈੱਕ ਕਰ ਲਓ ਕਿ ਕਿਤੇ ਕੋਈ ਚੇਂਜ ਵਗੈਰਾ ਜਾਂ ਉਹ ਕੋਈ ਲਾ ਕੇ ਤਾਂ ਨਹੀਂ ਲੈ ਗਿਆ ਗਾ। ਸੋ ਤੁਹਾਡੀ ਪਲੇਟ, ਕਿਉਂਕਿ ਬੇਸ਼ੱਕ ਕੋਈ, ਜਦੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਨੂੰ ਫੋਨ ਆ ਗਿਆ ਬਾਅਦ ਦੇ ਵਿੱਚ, ਇਸ ਤਰ੍ਹਾਂ ਕੋਈ ਹੈਪਨ ਹੋ ਜਾਂਦਾ, ਫਿਰ ਬਾਅਦ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਮੈਂ ਤਾਂ ਉੱਥੇ ਹੈ ਨਹੀਂ ਸੀ, ਮੇਰੀ ਗੱਡੀ ਦੇ ਉੱਪਰ ਤਾਂ ਇਹ ਪਲੇਟ ਆ ਜਿਹੜੀ ਉਹ ਲੱਗੀ ਨਹੀਂ ਸੀ ਹੋਈ ਨਾ। ਹਾਂਜੀ ਤਾਂ ਅੰਮ੍ਰਿਤ ਜੀ, ਇਹ ਸੀਗੀਆਂ ਜਿਹੜੀਆਂ ਕੁਝ ਗੱਲਾਂ ਬਾਤਾਂ ਜਿਹੜੀਆਂ ਆਪਾਂ ਅੱਜ ਆਪਣੀ ਕਮਿਊਨਿਟੀ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਨੇ ਉਹ ਕਰ ਰਹੇ ਆ। ਕਰ ਰਹੇ ਤਾਂ ਜਿਸ ਹਾਂਜੀ ਤਰ੍ਹਾਂ ਹੁਣ ਇੱਕ ਇੰਪੋਰਟੈਂਟ ਗੱਲ ਹੈ, ਕਿਉਂਕਿ ਮੋਸਟਲੀ ਉਹ ਵੀ ਮੈਂ ਕਰਨੀ ਚਾਹਣਾ ਆਪਣੇ ਇਸ ਪ੍ਰੋਗਰਾਮ ਦੇ ਵਿੱਚ, ਕਿ ਜਿਸ ਤਰ੍ਹਾਂ ਹੁਣ ਅਸੀਂ ਬਾਹਰ ਨਿਕਲਦੇ ਆ ਤਾਂ ਕਈ ਵਾਰੀ ਅਸੀਂ ਸਾਈਡ ਵਾਕ ਤੇ ਤੁਰ ਰਹੇ ਹੁੰਨੇ ਆ। ਹਾਂਜੀ ਜਦੋਂ ਅਸੀਂ ਲਾਈਟਾਂ ਨੂੰ ਕ੍ਰਾਸ ਕਰਨਾ ਹੈ, ਕਿਉਂਕਿ ਵਾਕ ਕਰਨ, ਕਿਉਂਕਿ ਸਨੋ 'ਚ ਤਾਂ ਇੰਨਾ ਬਾਹਰ ਨਿਕਲਿਆ ਨਹੀਂ ਜਾਂਦਾ, ਗਰਮੀਆਂ ਦੇ ਵਿੱਚ ਨਿਕਲਿਆ ਜਾਂਦਾ ਹੈ। ਸੋ ਮੈਂ ਆਪਣੀ ਕਮਿਊਨਿਟੀ ਦੇ ਵਿੱਚ ਇਹੀ ਕਹਿਣਾ ਚਾਹਣਾ ਹੈ ਕਿ ਜਿਸ ਤਰ੍ਹਾਂ ਕਿ ਜਦੋਂ ਤੁਸੀਂ ਲਾਈਟ ਦੇ ਉੱਪਰ ਜਾਂਦੇ ਹੋ ਤਾਂ ਜਦੋਂ ਤੁਹਾਨੂੰ ਉੱਥੇ ਜਿਹੜਾ ਕਿ ਤੁਰਨ ਲਈ ਵਾਕ ਦਾ ਸਿਗਨਲ ਜਿਹੜਾ ਬੰਦਾ, ਆਪਣੇ ਮੋਸਟਲੀ ਪੰਜਾਬੀ 'ਚ ਕਹਿ ਦਿੰਦੇ ਆ ਕਿ ਬੰਦਾ ਹੋ ਗਿਆ ਹੁਣ ਲੰਘ ਜਾਓ। ਸੋ ਜਦੋਂ ਉਹ ਹੋ ਹਾਂਜੀ ਜਾਂਦਾ ਤੁਸੀਂ ਉਦੋਂ ਹੀ ਜਿਹੜੀ ਉਹ ਲਾਈਟਾਂ ਹੈ ਉਸ ਨੂੰ ਕ੍ਰਾਸ ਕਰਨਾ ਹੈ ਰੋਡ ਨੂੰ। ਪਰ ਜਦੋਂ ਫਿਰ ਹੱਥ ਫਲੈਸ਼ ਹੋਣ ਜਾਂਦਾ ਹੈ ਜਾਂ ਨੰਬਰਿੰਗ ਸ਼ੁਰੂ ਹੋ ਜਾਂਦੀ ਆ ਆਉਣੀ ਸਕਰੀਨ ਦੇ ਉੱਪਰ, ਉਸ ਟਾਈਮ ਜੇ ਤਾਂ ਤੁਸੀਂ ਐਂਟਰ ਕੀਤੇ ਆ ਤਾਂ ਤੁਸੀਂ ਜਿਹੜਾ ਕਿ ਉਸ ਨੂੰ ਕ੍ਰਾਸ ਕਰ ਸਕਦੇ ਹੋ। ਜੇਕਰ ਤੁਸੀਂ ਐਂਟਰ ਨਹੀਂ ਕੀਤੇ, ਕਿਉਂਕਿ ਮੋਸਟਲੀ ਇਹ ਦੇਖਿਆ ਕਿ ਨੰਬਰਿੰਗ ਚੱਲ ਰਹੀ ਹੁੰਦੀ ਆ, ਰਾਈਟ ਗੱਡੀਆਂ ਵਾਲੇ ਜਾਂ ਲੈਫਟ ਟਰਨ ਗੱਡੀਆਂ ਵਾਲੇ ਜਿਹੜੇ ਕਿ ਮੋਸਟਲੀ ਵੇਟ ਕਰ ਰਹੇ ਹੁੰਦੇ ਆ, ਜਦੋਂ ਕਿ ਉਹ ਉਹਨਾਂ ਦਾ ਟਾਈਮ ਹੁੰਦਾ ਹੈ। ਤੁਸੀਂ ਐਂਟਰ ਨਹੀਂ ਕੀਤੇ ਤਾਂ ਤੁਹਾਨੂੰ ਰੁਕਣਾ ਚਾਹੀਦਾ ਉੱਥੇ ਨਾ, ਕਿਉਂਕਿ ਰਾਈਟ ਵੀ ਗੱਡੀਆਂ ਨੇ ਕਰਨੀ ਆ, ਲੈਫਟ ਵੀ ਜਿਹੜੇ ਗੱਡੀਆਂ ਵਾਲੇ ਨੇ ਉਹ ਤੁਹਾਡੀ ਵੇਟ ਕਰ ਰਹੇ ਹੁੰਦੇ ਨੇ। ਤਾਂ ਪਰ ਮੇਰੀ ਇਹੀ ਗੁਜ਼ਾਰਿਸ਼ ਆ ਕਿ ਜਦੋਂ ਜਿਹੜੇ ਉਹ ਵੀ ਸਾਨੂੰ ਜਿਹੜੇ ਕਾਨੂੰਨ ਨੇ ਇੱਥੋਂ ਦੇ ਬਣੇ ਹੋਏ ਉਸ ਨੂੰ ਫਾਲੋ ਕਰਨਾ ਚਾਹੀਦਾ ਹੈ। ਮੋਸਟਲੀ ਜੇ ਵਾਕ ਨਹੀਂ ਕਰਨੀ ਚਾਹੀਦੀ ਰੋਡ ਦੇ ਉੱਪਰ, ਜਿੱਥੋਂ ਦੀ ਕ੍ਰਾਸ ਵਾਕ ਬਣਿਆ ਹੋਇਆ ਹੈ ਉੱਥੋਂ ਹੀ ਜਿਹੜਾ ਕਿ ਲੰਘਣਾ ਚਾਹੀਦਾ ਹੈ। ਕਿਉਂਕਿ ਮੋਸਟਲੀ ਮੈਂ ਨੋਟ ਕੀਤਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ ਉਹ ਇਹ ਦੇਖਦੇ ਆ ਕਿ ਇਧਰੋਂ ਵੀ ਗੱਡੀ ਨਹੀਂ ਆਈ, ਇਧਰੋਂ ਵੀ ਨਹੀਂ ਆਈ, ਉਹ ਰੋਡ ਜਿਹੜੀ ਕ੍ਰਾਸ ਉਹ ਕਰਨੀ ਸ਼ੁਰੂ ਕਰ ਦਿੰਦੇ ਨੇ। ਪਰ ਉਹ ਹਾਂਜੀ ਬਿਲਕੁਲ ਗਲਤ ਆ। ਠੀਕ ਆ, ਤੁਸੀਂ ਸੇਫ ਵੇਖ ਕੇ ਲੰਘ ਗਏ ਹੋ, ਪਰ ਜੇ ਅਚਾਨਕ ਕੋਈ ਹਾਈ ਸਪੀਡ ਗੱਡੀ ਆਉਂਦੀ ਆ ਤੁਹਾਨੂੰ ਟੱਕਰ ਮਾਰ ਦਿੰਦੀ ਆ ਤਾਂ ਫਾਲਟ ਜਿਹੜਾ ਉਹ ਤੁਹਾਡਾ ਹੀ ਗਿਣਿਆ ਜਾਣਾ ਹੈ। ਇਹ ਨਾ ਸੋਚੋ ਕਿ ਅਸੀਂ ਲੰਘਣ ਵਾਲੇ ਆ, ਕਿਉਂਕਿ ਲਾ ਦੇ ਮੁਤਾਬਕ ਆ ਜਿਹੜਾ ਉਹ, ਮੈਂ ਕਿਸੇ ਦਿਨ ਆਪਣੇ ਵਕੀਲ ਸਾਹਿਬ ਨੇ ਫੇਜ਼ੀਆਨਾ ਬੱਟ, ਉਹਨਾਂ ਨੂੰ ਵੀ ਲੈ ਕੇ ਆਪਣੇ ਪ੍ਰੋਗਰਾਮ ਦੇ ਵਿੱਚ ਆਵਾਂਗੇ, ਉਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਦੇ ਲਾ, ਕਿਉਂਕਿ ਮੈਨੂੰ ਜ਼ਿਆਦਾ ਤਾਂ ਪਤਾ ਨਹੀਂਗਾ ਕਿ ਜਿਹੜੇ ਰੋਡ ਕ੍ਰਾਸ ਕਰਨ ਦੇ ਲਾ ਵਗੈਰਾ ਨੇ ਕਿਸ ਤਰ੍ਹਾਂ ਨੇ। ਪਰ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਜੇ ਤੁਸੀਂ ਲੀਗਲੀ ਜਿਹੜੀ ਰੋਡ ਕ੍ਰਾਸ ਕਰ ਰਹੇ ਹੋ, ਜੇਕਰ ਤੁਹਾਨੂੰ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਤੇ ਜ਼ਿੰਮੇਵਾਰ ਫਿਰ ਤੁਸੀਂ ਹੁੰਨੇ ਆ। ਕਿਉਂਕਿ ਬਿਲਕੁਲ ਮੇਰੇ ਘਰ ਦੇ ਕੋਲ ਹੈਪਨ ਹੋਇਆ ਸੀਗਾ, ਉਹ ਲੜਕੀ ਆਪਣੀ ਗੱਡੀ 'ਚੋਂ ਉਤਰੀ ਸੀਗੀ ਤਾਂ ਉਹ ਜਦੋਂ ਡੋਰ ਖੋਲ ਕੇ ਬਾਹਰ ਨਿਕਲੀ, ਪਿੱਛੋਂ ਗੱਡੀ ਸਪੀਡ ਨਾਲ ਆ ਰਹੀ ਸੀਗੀ ਤਾਂ ਉਹ ਗੱਡੀ ਉਹਦੇ ਵਿੱਚ ਜਿਹੜੀ ਕਿ ਉਹ ਵੱਜ ਗਈ, ਤਾਂ ਉਹਦੀ ਲੱਤ ਤੇ ਇੱਕ ਬਾਂਹ ਟੁੱਟ ਗਈ ਸੀਗੀ ਨਾ, ਇੱਥੇ ਹਾਂਜੀ ਮੇਰੇ ਏਰੀਏ ਦੇ ਵਿੱਚ ਹੀ ਜਿੱਥੇ ਮੈਂ ਰਹਿਣਾ। ਸੋ ਉਸ ਤੋਂ ਬਾਅਦ ਉਸ ਕੇਸ ਨੂੰ ਜਦੋਂ ਮੈਂ ਦੇਖਿਆ ਤਾਂ ਪੜਿਆ, ਨਿਊਜ਼ ਦੇ ਵਿੱਚ ਵੀ ਸਾਰਾ ਕੁਝ ਕੀਤਾ, ਤਾਂ ਉਹ ਫਿਰ ਜਿਹੜਾ ਕਿ ਜਿਹੜੀ ਟਿਕਟ ਇਸ਼ੂ ਹੋਈ ਸੀ ਉਹ ਲੜਕੀ ਨੂੰ ਹੋਈ ਸੀ, ਨਾ ਕਿ ਕਾਰ ਵਾਲੇ ਡਰਾਈਵਰ ਨੂੰ ਉਹ ਜਿਹੜੀ ਟਿਕਟ ਇਸ਼ੂ ਹੋਈ ਸੀਗੀ। ਕਿਉਂਕਿ ਇੱਕ ਤਾਂ ਉਸਦੇ ਸੱਟ ਵੀ ਲੱਗੀ, ਪਲੱਸ ਉਸਨੂੰ ਫਾਈਨ ਵੀ ਹੋਇਆ ਕਿ ਤੂੰ ਜਿਹੜਾ ਕਿ ਡੋਰ ਨਹੀਂ ਕੀਤਾ, ਇਹ ਰੋਡ ਨੂੰ ਜਿਹੜਾ ਕ੍ਰਾਸ ਆ ਉਹ ਤੂੰ ਲੀਗਲੀ ਜਿਹੜਾ ਉਹ ਕਰ ਰਹੀ ਸੀ, ਇਸ ਕਰਕੇ ਜਿਹੜਾ ਫਾਈਨ ਵੀ ਆ ਉਹ ਉਸ ਲੜਕੀ ਨੂੰ ਕੀਤਾ ਗਿਆ ਸੀਗਾ ਨਾ। ਸੋ ਇਹ ਗੱਲਾਂ ਨੇ ਨਿੱਕੀਆਂ ਨਿੱਕੀਆਂ, ਸਾਡੇ ਬਜ਼ੁਰਗ ਨੇ ਉਹਨਾਂ ਨੂੰ ਦੱਸੋ ਕਿ ਜਦੋਂ ਤੁਸੀਂ ਰੋਡ ਕ੍ਰਾਸ ਕਿਸ ਤਰ੍ਹਾਂ ਕਰਨੀ ਹੈ, ਕਿਉਂਕਿ ਉਹ ਇੰਡੀਆ ਤੋਂ ਨਵੇਂ ਆਏ ਹੁੰਦੇ ਨੇ ਕਈ ਬਜ਼ੁਰਗ ਸਾਡੇ, ਉਹਨਾਂ ਨੂੰ ਨਹੀਂ ਪਤਾ ਹੁੰਦਾਗਾ ਕਿ ਉਹਨਾਂ ਨੇ ਜਿਹੜੀ ਰੋਡ ਆ ਉਹ ਕਿਸ ਤਰ੍ਹਾਂ ਕ੍ਰਾਸ ਕਰਨੀ ਆ। ਪਰ ਸਾਡਾ, ਅਸੀਂ ਇੱਥੇ ਰਹਿੰਦੇ ਆ, ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਦੱਸੀਏ ਕਿ ਅਸੀਂ ਜਿਹੜੀ ਇੱਥੋਂ ਦੇ ਰੋਡ ਵਗੈਰਾ ਜਦੋਂ ਕ੍ਰਾਸ ਕਰਨੀ ਆ, ਜਦੋਂ ਲਾਈਟਾਂ ਤੇ ਜਾਣਾ, ਅਸੀਂ ਸਾਨੂੰ ਕਿਸ ਤਰ੍ਹਾਂ ਦਾ ਇਸ਼ਾਰਾ ਹੋਊਗਾ, ਜਦੋਂ ਇੱਥੇ ਨੰਬਰਿੰਗ ਕਾਊਂਟਡਾਊਨ ਸ਼ੁਰੂ ਹੋ ਗਈ ਜਾਂ ਹੱਥ ਫਲੈਸ਼ ਕਰਨ ਲੱਗ ਗਿਆ, ਮੈਂ ਪੰਜਾਬੀ ਜੀ ਕਹੂੰਗਾ ਹੁਣ, ਤਾਂ ਉਦੋਂ ਅਸੀਂ ਜੇ ਐਂਟਰ ਨਹੀਂ ਕੀਤੇ ਤਾਂ ਸਾਡਾ ਹੱਕ ਆ ਕਿ ਅਸੀਂ ਉਹ ਵੇਟ ਕਰੀਏ ਜਿੰਨਾ ਚਿਰ ਦੁਬਾਰਾ ਸਾਨੂੰ ਵਾਕ ਦਾ ਜਿਹੜਾ ਉਹ ਸਾਈਨ ਨਹੀਂ ਆਉਂਦਾਗਾ। ਬਿਲਕੁਲ ਜੀ। ਦੂਜੀ ਗੱਲ ਆ ਕਿ ਜਦੋਂ ਵੀ ਆਪਾਂ ਡਰਾਈਵਿੰਗ ਵਗੈਰਾ ਕਰਦੇ ਆ,
ਸਾਨੂੰ ਡਿਸਟਰੈਕਟਾਂ ਜਿਵੇਂ ਬਹੁਤ ਸਾਰੇ ਲੋਕ ਅੱਜ-ਕੱਲ੍ਹ ਫ਼ੋਨਾਂ ਤੇ ਟੈਕਸਟਿੰਗ ਕਰਨ ਲੱਗ ਜਾਂਦੇ ਨੇ, ਉਹ ਵੀ ਬਹੁਤ ਵੱਡੇ ਐਕਸੀਡੈਂਟ ਦਾ ਕਾਰਨ ਬਣ ਜਾਂਦੇ ਨੇ। ਸੋ ਮੈਂ ਵੀ ਇੱਕ ਸੁਝਾਅ ਦੇਣਾ ਚਾਹੁੰਦਾ ਆਪਣੀ ਕਮਿਊਨਿਟੀ ਨੂੰ ਕਿ ਜਦੋਂ ਵੀ ਤੁਸੀਂ ਡਰਾਈਵ ਕਰਦੇ ਹੋ, ਤਾਂ ਪਲੀਜ਼ ਆਪਦੇ ਸੈੱਲ ਫੋਨ ਨੂੰ ਜਾਂ ਕਿਸੇ ਵੀ ਚੀਜ਼ ਨੂੰ ਡਿਸਟਰੈਕਟ ਨਾ ਹੋ ਕੇ ਚਲਾਓ ਗੱਡੀ ਨੂੰ। ਉਹਦੇ ਨਾਲ ਵੀ ਜਿਹੜੇ ਆਪਣੇ ਹਾਦਸੇ ਨੇ, ਕਈ ਜਿਹੜੀਆਂ ਐਕਸੀਡੈਂਟ ਵਗੈਰਾ ਹੁੰਦੇ ਨੇ, ਬਹੁਤ ਹੀ ਜ਼ਿਆਦਾ ਬਚ ਸਕਦੇ ਨੇ। ਹੁਣ ਤਾਂ ਵੈਸੇ ਵੀ ਜੇ ਕੋਈ ਬੰਦਾ ਫ਼ੋਨ ਤੇ ਫੜਿਆ ਜਾਂਦਾ ਜਾਂ ਪੁਲਿਸ ਵਾਲੇ, ਉਹਦੀ ਟਿਕਟ ਵੀ ਕਾਫ਼ੀ ਵੱਡੀ ਆ ਹੁਣ ਉਹਦੀ ਤੇ ਇਸ ਕਰਕੇ ਇਹਦੇ ਵਿੱਚ ਵੀ ਜਿਹੜਾ ਵਾ ਆਪਦੇ ਆਪ ਨੂੰ ਥੋੜ੍ਹਾ ਜਿਹਾ ਧਿਆਨ ਰੱਖੋ। ਅੱਜ-ਕੱਲ੍ਹ ਹੁਣ ਸਮਰ ਹੈਗੀ ਹੈ, ਜਿਵੇਂ ਪਹਿਲਾਂ ਗੱਲਬਾਤ ਵਿੱਚ ਆਪਾਂ ਸ਼ੇਅਰ ਕਰ ਹੀ ਦਿੱਤਾ ਕਿ ਗੱਡੀ ਨੂੰ ਹੌਲੀ ਚਲਾਓ, ਆਪਦਾ ਟਾਈਮ ਕੱਢ ਕੇ ਜਾਓ ਕਿਤੇ ਵੀ ਜਾਣਾ। ਤੇ ਦੂਜਾ ਕੀ ਹੈ, ਬੱਚੇ ਬਹੁਤ ਹੁੰਦੇ ਨੇ ਰੋਡ ਦੇ ਉੱਤੇ ਤੇ ਗੱਡੀ ਨੂੰ ਹਮੇਸ਼ਾ ਹੀ ਜੇ ਸਪੀਡ ਆਪਣੀ 50 ਦੀ ਹੈ ਤਾਂ ਮੈਂ ਤਾਂ ਤੁਹਾਨੂੰ ਸੁਜੈਸਟ ਕਰਦਾ ਕਿ 40 ਤੇ ਚਲਾਓ, ਸਲੋ ਹੀ ਚਲਾਓ। ਹਾਂਜੀ ਅਮਰਤ ਜੀ, ਜਿਸ ਤਰ੍ਹਾਂ ਨਾਲ ਇਹ ਵੀ ਪੁਆਇੰਟ ਨੋਟ ਕੀਤਾ ਜਾਂਦਾ ਹੈ ਕਿ ਜਦੋਂ ਅਸੀਂ ਆਪਣੀ ਗੱਡੀ ਰੋਡ ਤੇ ਪਾਰਕ ਕਰਕੇ ਜਦੋਂ ਉਤਰਦੇ ਹਾਂ ਗੱਡੀ ਦੇ ਵਿੱਚੋਂ, ਤਾਂ ਅਸੀਂ ਆਪਣੀ ਡੋਰ ਨੂੰ ਇੱਕਦਮ ਹੀ ਖੋਲ ਦਿੰਦੇ ਹਾਂ ਉਤਰਨ ਦੇ ਲਈ। ਸੋ ਉਹ ਵੀ ਕਿਉਂਕਿ ਗਰਮੀ ਦਾ ਟਾਈਮ ਆ, ਸੋ ਟ੍ਰੈਫਿਕ ਜਿਹੜਾ ਸਾਨੂੰ ਪਿੱਛੋਂ ਜਿਹੜਾ ਉਹ ਵਾਚ ਕਰਨਾ ਚਾਹੀਦਾ ਕਿ ਅਸੀਂ ਇੱਕਦਮ ਆਪਣੀ ਡੋਰ ਨੂੰ ਕਿਤੇ ਖੋਲ ਤਾਂ ਨਹੀਂ ਰਹੇ। ਜੇਕਰ ਤੁਹਾਡੇ ਬੱਚੇ ਤੁਹਾਡੇ ਨਾਲ ਨੇ, ਕਦੇ ਵੀ ਉਹਨਾਂ ਨੂੰ ਜਿਹੜਾ ਕਿ ਟ੍ਰੈਫਿਕ ਵਾਲੀ ਸਾਈਡ ਉਹ ਨਾ ਉਤਰਨ ਦਿਓ। ਉਹਨਾਂ ਨੂੰ ਜਿਹੜੀ ਡੋਰ ਖੋਲ ਕੇ ਆ ਉਹ ਸਾਈਡ ਵਾਕ ਜਿਹੜੀ ਸੇਫ ਸਾਈਡ ਆ ਉਸ ਦੇ ਰਾਹੀਂ ਉਹਨਾਂ ਨੂੰ ਜਿਹੜਾ ਉਤਰਨ ਦੇ ਲਈ ਕਹੋ, ਕਿ ਨਾ ਕਿ ਉਹ ਜਿੱਧਰ ਦੀ ਟ੍ਰੈਫਿਕ ਆ ਰਿਹਾ, ਜਦੋਂ ਕਿਉਂਕਿ ਸਾਡੇ ਘਰ ਜਿਹੜੇ ਅੰਦਰ ਰੋਡਾਂ ਦੇ ਉੱਪਰ ਘਰ ਨੇ ਉਹਨਾਂ ਤੇ ਕੋਈ ਐਡਾ ਇਸ਼ੂ ਨਹੀਂ ਹੁੰਦਾਗਾ, ਪਰ ਜਿਹੜੇ ਮੇਨ ਰੋਡਾਂ ਦੇ ਉੱਪਰ ਘਰ ਨੇ ਸਾਡੇ ਬਣੇ ਹੋਏ ਘਰਾਂ ਦੇ ਵਿੱਚ, ਜਿਸ ਤਰ੍ਹਾਂ ਹੁਣ ਮੈਂ ਕਹਿ ਲਵਾਂ ਕਿ ਸੈਡਲ ਰਿਜ ਡਰਾਈਵ ਵਗੈਰਾ, ਕਿਉਂਕਿ ਟ੍ਰੈਫਿਕ ਉੱਥੇ ਹਮੇਸ਼ਾ ਚੱਲਦਾ ਰਹਿੰਦਾ ਹੈ। ਸੋ ਜਦੋਂ ਵੀ ਉਤਰਨਾ ਤੁਸੀਂ ਆਪਣੀ ਗੱਡੀ ਦੇ ਵਿੱਚੋਂ, ਕਿਉਂਕਿ ਮੋਸਟਲੀ ਮੇਰੇ ਨਾਲ ਵੀ ਕਈ ਹੈਪਨ ਹੋਇਆ, ਮੈਂ ਗੱਲਬਾਤ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਤਾਂ ਕਰ ਰਿਹਾ ਕਿ ਗੱਡੀ ਲਈ ਜਾਂਦੇ ਆ, ਇੱਕਦਮ ਡੋਰ ਖੋਲ ਦਿੰਦੇ ਆ, ਤਾਂ ਉਹ ਫਿਰ ਮਗਰੋਂ ਗੱਡੀ ਨੂੰ ਬ੍ਰੇਕਾਂ ਹੀ ਜਿਹੜੀਆਂ ਲਾਉਣੀਆਂ ਪੈਂਦੀਆਂ ਨੇ। ਸੋ ਜਦੋਂ ਤੁਸੀਂ ਗੱਡੀ ਦੇ ਵਿੱਚੋਂ ਉਤਰਨਾ ਹੈ ਆਪਣੀ ਦੇ ਵਿੱਚੋਂ, ਤਾਂ ਪਿੱਛੇ ਜਿਹੜਾ ਟ੍ਰੈਫਿਕ ਆ ਰਿਹਾ ਹੈ ਉਸ ਨੂੰ ਵਾਚ ਕਰਕੇ ਆਪਣੀ ਡੋਰ ਖੋਲੋ, ਉਸ ਤੋਂ ਬਾਅਦ ਉਤਰੋ। ਬੱਚੇ ਨੇ ਤੁਹਾਡੇ ਨਾਲ, ਉਹਨਾਂ ਨੂੰ ਸਾਈਡ ਵਾਕ ਵਾਲੀ ਮੋਸਟਲੀ ਜਦੋਂ ਵੀ ਤੁਹਾਡੇ ਬੱਚੇ ਨੇ ਉਹਨਾਂ ਨੂੰ ਇਹ ਦੱਸੋ ਕਿ ਤੁਸੀਂ ਉਸੇ ਡੋਰ ਥਾਂ ਹੀ ਉਤਰਨਾ, ਇੱਧਰ ਟ੍ਰੈਫਿਕ ਵਾਲੀ ਜਿੱਧਰ ਦੀ ਚੱਲ ਰਿਹਾ ਹੈ ਲੈਫਟ ਹੈਂਡਡ ਉਧਰ ਦੀ ਨਹੀਂ ਉਤਰਨਾ। ਕਿਉਂਕਿ ਅਮਰਜੀਤ ਮੋਸਟਲੀ ਮੈਂ ਰੋਡਾਂ ਦੇ ਉੱਪਰ ਵੀ ਵੇਖਿਆ ਕਿ ਸਾਡੇ ਕੁਝ ਡਰਾਈਵਰ ਨੇ ਉਹ ਜਿਹੜੇ ਕਿ ਮੋਸਟਲੀ ਲੈਫਟ ਲਾਈਨ ਬਲੌਕ ਕਰਕੇ ਵੀ ਚੱਲਦੇ ਨੇ, ਕਿ ਜਿਹੜਾ ਜਦੋਂ ਕਿ ਲੈਫਟ ਲੇਨ ਆ ਜਿਹੜੀ ਉਹ ਪਾਸਿੰਗ ਲਾਈਨ ਹੁੰਦੀ ਆ, ਪਰ ਉਹ ਉਹਨਾਂ ਦੀ ਜਾਂ ਤਾਂ ਆਦਤ ਹੀ ਮੈਂ ਕਹਿ ਸਕਦਾ ਬਣੀ ਹੁੰਦੀ ਆ ਕਿ ਉਹਨਾਂ ਨੇ ਲੈਫਟ ਲਾਈਨ ਬਲੌਕ ਕਰਕੇ ਚੱਲਣਾ ਹੈ। ਸੋ ਜਿਹੜਾ ਟ੍ਰੈਫਿਕ ਆ ਉਹ ਰਾਈਟ ਤੋਂ ਦੀ ਜਿਹੜਾ ਕ੍ਰਾਸ ਕਰ ਰਿਹਾ ਹੁੰਦਾ ਮੋਸਟਲੀ ਨਾ ਰੋਡ ਦੇ ਉੱਪਰ ਵੀ। ਹਾਂਜੀ, ਇਹੀ ਥੋੜੇ-ਥੋੜੇ ਸੁਝਾਅ ਨੇ ਜੀ। ਤੁਸੀਂ ਗੱਡੀ ਵਗੈਰਾ ਜਦੋਂ ਚਲਾਉਂਦੇ ਆ ਤਾਂ ਤੁਸੀਂ ਹਮੇਸ਼ਾ ਰਾਈਟ ਸਾਈਡ ਤੇ ਚਲਾਓ, ਕਿਉਂਕਿ ਜਿਹੜਾ ਔਨਗੋਇੰਗ ਟ੍ਰੈਫਿਕ ਹੈ, ਜੇ ਇਸਨੇ ਤੁਹਾਨੂੰ ਕ੍ਰਾਸ ਕਰਨਾ ਵਾ ਆਪਦਾ, ਉਹ ਲੈਫਟ ਤੋਂ ਦੀ ਚਲਿਆ ਜਾਂਦਾ। ਪਰ ਬਹੁਤ ਸਾਰੇ ਲੋਕ ਜਦੋਂ ਆਪਾਂ ਹਾਈਵੇ ਤੇ ਜਾਂਦੇ ਆ ਤਾਂ ਉਹ ਲੈਫਟ ਦੇ ਵਿੱਚ ਹੀ ਚਲਾਈ ਜਾਂਦੇ ਨੇ, ਨਾ ਉਹਨਾਂ ਨੂੰ ਪਿੱਛੇ ਦੇਖਦੇ ਨੇ ਕਿ ਕੋਈ ਫੋਲੋ ਕਰ ਰਿਹਾ। ਫਿਰ ਕੀ ਹੈ ਕਿ ਆਪਾਂ ਨੂੰ ਦੂਜੇ ਪਾਸੇ ਜਾ ਕੇ ਅੱਗੇ ਗੱਡੀ ਉਹਨਾਂ ਕੋਲ ਜਾਣੀ ਹੈ। ਇਹ ਵੀ ਨਿੱਕੇ-ਨਿੱਕੇ ਸੁਝਾਅ ਇਹਦੇ ਵੱਲ ਵੀ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ। ਹਾਂਜੀ, ਸੋ ਅਸੀਂ ਅੱਜ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇਹ ਸੁਝਾਅ ਨੇ ਜਿਹੜੇ ਇਸ ਕਰਕੇ ਦੇ ਰਹੇ ਹਾਂ ਕਿਉਂਕਿ ਸਮਰ ਸਟਾਰਟ ਹੋ ਰਹੀ ਹੈ। ਸੋ ਹੁਣ ਸਭ ਨੇ ਬਾਹਰ ਨਿਕਲਣਾ ਹੈ, ਵਾਕ ਕਰਨ ਵੀ ਨਿਕਲਣਾ ਹੈ, ਗੱਡੀਆਂ ਲੈ ਕੇ ਵੀ ਨਿਕਲਣਾ ਹੈ ਬਾਹਰ। ਹੁਣ ਜਦੋਂ ਲੌਂਗ ਵੀਕਐਂਡ ਹੁੰਦਾ ਹੈ, ਬਾਹਰ ਹਾਈਵੇ ਦੇ ਉੱਪਰ ਵੀ ਜਿਹੜਾ ਟ੍ਰੈਫਿਕ ਜਾਂਦਾ ਹੈ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਸਾਨੂੰ ਜਿਹੜਾ ਕਿ ਧਿਆਨ ਉਹ ਰੱਖਣਾ ਚਾਹੀਦਾ ਹੈ, ਕਿਉਂਕਿ ਜੇਕਰ ਅਸੀਂ ਇਹ ਮਿਸਟੇਕ ਕਰਦੇ ਹਾਂ ਤਾਂ ਜਦੋਂ ਅਸੀਂ ਬਾਹਰ ਕਿਸੇ ਹੋਰ ਠੀਕ ਆ, ਦੂਸਰੀਆਂ ਕਮਿਊਨਿਟੀਆਂ ਵੀ ਇਹ ਚੀਜ਼ਾਂ ਕਰਦੀਆਂ, ਅਸੀਂ ਆਪਣੀ ਕਮਿਊਨਿਟੀ ਨੂੰ ਬਲੇਮ ਨਹੀਂ ਦਿੰਦੇਗੇ ਇਸ ਚੀਜ਼ ਦੇ ਵਿੱਚ। ਪਰ ਜਦੋਂ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਈ ਬੰਦਿਆਂ ਦੇ ਨਾਲ, ਤਾਂ ਫਿਰ ਉਹ ਜਿਹੜੀਆਂ ਨਿੱਕੀਆਂ ਨਿੱਕੀਆਂ ਜਦੋਂ ਕਾਊਂਟ ਕਰਦੇ ਨੇ ਨਾ ਸਾਡੀ ਕਮਿਊਨਿਟੀ ਦੀਆਂ ਗਲਤੀਆਂ, ਫਿਰ ਅਸੀਂ ਉਹਨਾਂ ਨੂੰ ਦੇਖਦੇ ਹਾਂ ਕਿ ਯਾਰ ਇਹ ਕਾਊਂਟ ਕੀਤਾ ਗਿਆ ਇਹਨਾਂ ਦੇ ਵੱਲੋਂ ਇਹਨਾਂ ਗਲਤੀਆਂ ਨੂੰ ਨਾ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜੀਆਂ ਕਿ ਇਸ ਟਾਈਮ ਦੇ ਉੱਪਰ ਅਸੀਂ ਜਿਹੜੀਆਂ ਕਰ ਸਕਦੇ ਹਾਂ। ਸੋ ਅਸੀਂ ਆਪਣੀ ਜਿਸ ਵੀ ਕਮਿਊਨਿਟੀ ਦੇ ਵਿੱਚ ਰਹਿੰਦੇ ਹਾਂ, ਅਸੀਂ ਉਸ ਕਮਿਊਨਿਟੀ ਨੂੰ ਜਿਹੜਾ ਕਿ ਸਾਫ਼ ਸੁਥਰਾ ਰੱਖੀਏ, ਆਪਣਾ ਜਿਹੜਾ ਘਾਹ ਵਗੈਰਾ ਹੈ ਉਸ ਨੂੰ ਪ੍ਰੋਪਰ ਕੱਟ ਕੇ ਰੱਖੀਏ। ਜਿਹੜੇ ਸਾਡੇ ਨੇਬਰਸ ਨੇ ਉਹਨਾਂ ਦੇ ਨਾਲ ਸਾਡੀ ਜਿਹੜੀ ਬੋਲ ਚਾਲ ਹੈ ਉਹ ਵੀ ਜਿਹੜੀ ਠੀਕ ਆ। ਕਈ ਵਾਰੀ ਕਈ ਪ੍ਰੋਬਲਮਸ ਤੁਹਾਡੀਆਂ ਨੇਬਰਸ ਦੇ ਨਾਲ ਹੁੰਦੀਆਂ ਨੇ, ਪਰ ਉਹ ਕਹਿੰਦੇ ਨੇ ਕਿ ਲੋੜ ਪੈਣ ਤੇ ਸਭ ਤੋਂ ਵੱਧ ਪਹਿਲਾਂ ਗਵਾਂਢੀ ਕੰਮ ਆਉਂਦਾ। ਬਿਲਕੁਲ ਜੀ। ਹਾਂਜੀ, ਸੋ ਜੇ ਤੁਹਾਨੂੰ ਕੋਈ ਲੋੜ ਪੈ ਜਾਂਦੀ ਆ ਤਾਂ ਤੁਹਾਡੇ ਗੁਆਂਢੀ ਨੇ ਹੀ ਪਹਿਲਾਂ ਕੰਮ ਆਉਣਾ ਹੈ, ਕਿਉਂਕਿ ਜੇ ਅਸੀਂ ਇਹ ਕਹੀਏ ਕਿ ਅਸੀਂ 911 ਕਾਲ ਕਰਾਂਗੇ ਤਾਂ ਸਾਡੇ ਕੋਲੇ ਐਮਰਜੈਂਸੀ ਜਿਹੜੀ ਉਹ ਪਹੁੰਚ ਜਾਊਗੀ, ਉਸ ਨੂੰ ਵੀ ਪਹੁੰਚਣ ਲਈ ਕੁਛ ਮਿੰਟ ਜਿਹੜਾ ਕਿ ਲੱਗਦੇ ਨੇ।
ਇੱਕਦਮ ਤੁਹਾਡੇ ਕੋਲੇ ਜਿਹੜੀ ਐਮਰਜੈਂਸੀ ਸਰਵਿਸ ਆ ਉਹ ਨਹੀਂ ਪਹੁੰਚ ਸਕਦੀ। ਸੋ ਉਸ ਨੂੰ ਵੀ 8 ਤੋਂ 10 ਮਿੰਟ ਮੈਂ ਜੋ ਕਾਊਂਟ ਕੀਤੇ ਨੇ, ਮੇਰਾ ਆਈਡੀਆ 8 ਤੋਂ 10 ਮਿੰਟ ਉਹ ਐਮਰਜੈਂਸੀ ਸਰਵਿਸ ਨੂੰ ਪਹੁੰਚਣ ਲਈ ਲੱਗ ਜਾਂਦੇ ਨੇ ਤੁਹਾਡੇ ਤੱਕ। ਸੋ ਹਾਂਜੀ ਆਪਣੇ ਨੇਬਰਸ ਦੇ ਨਾਲ ਹੁਣ ਤੁਸੀਂ ਬਾਹਰ ਬੈਠਣਾ ਹੈ, ਬਾਰਬਿਕੂ ਵਗੈਰਾ ਕਰਨਾ ਹੈ, ਸੋ ਆਪਣੇ ਨੇਬਰਸ ਦੇ ਨਾਲ ਤੁਸੀਂ ਜਿਹੜਾ ਕਿ ਉਹ ਆਪਣੀ ਕਿਸ ਤਰ੍ਹਾਂ ਦਾ ਤੁਸੀਂ ਆਪਣਾ ਕਰਨਾ ਹੈ। ਜੇ ਉਸ ਨੂੰ ਤੁਸੀਂ ਹਾਏ ਹੈਲੋ ਕਰ ਵੀ ਲਵੋਗੇ ਤਾਂ ਕੋਈ ਮੈਂ ਕਹੂੰਗਾ ਕਿ ਨਹੀਂ, ਇਹ ਨਹੀਂ, ਕਿਉਂਕਿ ਅਮਰਤ ਜੀ ਮੈਂ ਨੋਟ ਕੀਤਾ ਹੈ, ਮੈਂ ਵਾਕ ਕਰਕੇ ਵੀ ਕਮਿਊਨਿਟੀਆਂ ਦੇ ਵਿੱਚ ਜਿਹੜਾ ਕਿ ਸਾਈਡ ਵਾਕ ਤੋਂ ਦੀ ਦੇਖਿਆ ਡਿਫਰੈਂਟ। ਸੋ ਬੇਸ਼ੱਕ ਕਈ ਵਾਰੀ ਗੱਲ ਨਿੱਕੀ ਆ, ਕੋਈ ਵੱਡੀ ਨਹੀਂ ਕਿ ਕਿਉਂਕਿ ਸਭ ਦੀ ਆਪੋ ਆਪਣੀ ਮਰਜ਼ੀ ਆ ਨਹੀਂ ਵੀ ਬੋਲਣਾ। ਜੇ ਤੁਹਾਨੂੰ ਕੋਈ ਬੁਲਾਉਂਦਾ ਨਹੀਂ ਬੋਲਣਾ, ਉਹ ਤੁਹਾਡੀ ਮਰਜ਼ੀ ਆ। ਪਰ ਜਿਹੜਾ ਤੁਹਾਨੂੰ ਬੁਲਾਉਣ ਵਾਲਾ ਬੰਦਾ ਨਾ, ਉਹ ਕਿਸ ਤਰ੍ਹਾਂ ਫੀਲ ਕਰ ਰਿਹਾ ਇਹ ਉਸ ਨੂੰ ਉਸ ਟਾਈਮ ਪਤਾ ਹੁੰਦਾ ਹੈ। ਕਈ ਵਾਰ ਕੀ ਹੁੰਦਾ ਕਿ ਮੂਹਰਿਓਂ ਆਦਮੀ ਆ ਰਿਹਾ ਹੁੰਦਾ ਹੈ, ਕੋਈ ਵੀ ਪਰਸਨ ਆ ਰਿਹਾ ਹੁੰਦਾ, ਤਾਂ ਜਦੋਂ ਉਸ ਕਹਿੰਦੇ ਆ ਕਿ ਹਾਏ ਹੈਲੋ ਕਰਦੇ ਆ ਕੋਈ ਹੋਰ ਕਮਿਊਨਿਟੀ ਦਾ, ਹਾਏ ਹਾਊ ਆਰ ਯੂ, ਜਾਂ ਸਾਡੀ ਕਮਿਊਨਿਟੀ ਦੇ ਕਈ ਆ ਰਹੇ ਨੇ ਪਰਸਨ, ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਅੰਕਲ ਜੀ ਸਤਿ ਸ੍ਰੀ ਅਕਾਲ, ਭੈਣ ਜੀ ਸਤਿ ਸ੍ਰੀ ਅਕਾਲ, ਪਰ ਉਹ ਜਦੋਂ ਜਵਾਬ ਨਹੀਂ ਦਿੰਦੇ ਨਾ, ਚੁੱਪ ਕਰਕੇ ਕੋਲ ਦੀ ਲੰਘ ਜਾਂਦੇ ਆ। ਸੋ ਜਿਹੜਾ ਬੰਦੇ ਨੇ ਤੁਹਾਨੂੰ ਬੁਲਾਇਆ ਹੁੰਦਾ ਹੈ ਉਸ ਨੂੰ ਕਿਸ ਤਰ੍ਹਾਂ ਫੀਲ ਹੁੰਦਾ ਹੈ। ਸੋ ਇਹ ਜੇ ਤੁਸੀਂ ਕਿਸੇ ਨੂੰ ਬੁਲਾਓ, ਤੁਸੀਂ ਨਾ ਕਿਸੇ ਨਾਲ ਬੋਲੋ, ਕਿਉਂਕਿ ਗੱਲ ਕੁਛ ਨਹੀਂ, ਸਿਰਫ ਹਾਏ ਹੈਲੋ ਦੀ ਗੱਲ ਹੈ ਇੱਥੇ। ਕਿਉਂਕਿ ਕਿਸੇ ਤੋਂ ਅਸੀਂ ਕੁਛ ਨਹੀਂ ਲੈਣਾ ਦੇਣਾਗਾ ਨਾ, ਅਸੀਂ ਉਹਨਾਂ ਦੇ ਘਰੇ ਜਾ ਕੇ ਕੋਈ ਲੈਣਾ ਪੈਸਾ ਟਕਾ ਨਾ ਰੋਟੀ, ਉਹਨਾਂ ਨੇ ਸਾਡੇ ਕੋਲ ਸਿਰਫ ਇੱਕ ਸਾਡੀ ਬੋਲ ਚਾਲ ਹੈ ਜਿਹੜੀ ਇਹ। ਸੋ ਸਾਨੂੰ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਜਦੋਂ ਅਸੀਂ ਜਾਂਦੇ ਹਾਂ ਬਾਹਰ, ਸੋ ਸਾਨੂੰ ਹੋਰ ਕਮਿਊਨਿਟੀਆਂ ਦੇ ਵੀ ਜੇ ਤੁਸੀਂ ਉਹਨਾਂ ਨੂੰ ਹਾਏ ਹੈਲੋ ਕਰ ਵੀ ਦੇਵੋਗੇ ਤਾਂ ਕੋਈ ਇਹਦੇ ਵਿੱਚ ਬਾਲੀ ਵੱਡੀ ਗੱਲ ਨਹੀਂ ਹੋਵੇਗੀ। ਨਹੀਂ, ਇਹ ਤਾਂ ਆਮ ਹੀ ਦੇਖਿਆ ਜਾਂਦਾ, ਕਿਤੇ ਵਾਕ ਤੇ ਜਾਂਦੇ ਆ। ਮੇਰੀ ਆਪਦੀ ਆਦਤ ਆ, ਮੈਂ ਹਮੇਸ਼ਾ ਹਰੇਕ ਨੂੰ ਜੀ ਆਪਣਾ ਪੰਜਾਬੀ ਦਾ ਸਤਿ ਸ੍ਰੀ ਅਕਾਲ ਦਾ ਗੋਰਾ ਦਾ ਹਾਏ ਮੈਂ ਬੁਲਾ ਕੇ ਹੀ ਲੰਘਦਾ। ਮੈਂ ਅੱਗੇ ਨਹੀਂ ਅਪੇक्षा ਕਰਦਾ, ਨਾ ਹੀ ਮੈਨੂੰ ਕਿਤੇ ਫੀਲ ਬੈਡ ਸਮਝਦਾ ਜੇ ਉਹ ਮੈਨੂੰ ਸਾਹਮਣੇ ਤੋਂ ਜਵਾਬ ਨਹੀਂ ਵੀ ਕਈ ਵਾਰੀ ਦਿੰਦੇ। ਪਰ ਮੈਂ ਆ ਜਿਹੜੀ ਇਹ ਆਪਦੀ ਆਦਤ ਨੂੰ ਨਹੀਂ ਮੈਂ ਛੱਡਣਾ ਚਾਹੁੰਦਾ ਹੈਗਾ ਕਿ ਮੈਂ ਜਦੋਂ ਕਿਸੇ ਨੂੰ ਬੁਲਾਉਣਾ ਜਾਂ ਕਿਸੇ ਨੂੰ ਰਿਸਪੈਕਟ ਕਰਦਾ ਤਾਂ ਮੈਨੂੰ ਆਪਦੇ ਆਪ ਨੂੰ ਬਹੁਤ ਵਧੀਆ ਫੀਲ ਹੁੰਦਾ। ਸੋ ਇਸੇ ਤਰ੍ਹਾਂ ਜੇ ਤੁਹਾਨੂੰ ਕੋਈ ਬੁਲਾਉਂਦਾ ਵਾ, ਬਾਅਦ 'ਚ ਗੱਲਬਾਤ ਕਰਦਾ ਆ ਜਾਂ ਤੁਹਾਨੂੰ ਹੈਲੋ ਹਾਏ ਕਹਿੰਦਾ ਤੁਸੀਂ, ਤਾਂ ਉਹਦਾ ਜਵਾਬ ਜ਼ਰੂਰ ਦਿਓ। ਤੇ ਉਹਦੇ ਨਾਲ ਕੀ ਹੈ ਕਿ ਉਹਨੂੰ ਫਿਰ ਜੋ ਫੀਲ ਹੁੰਦਾ ਨਾ, ਉਹ ਬਹੁਤ ਹੀ ਪੋਜ਼ਿਟਿਵ ਆ, ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਫਿਰ ਬੰਦੇ ਨੂੰ ਜਦੋਂ ਤੁਸੀਂ ਬੁਲਾਉਂਦੇ ਹੋ। ਤੇ ਇਹ ਵੀ ਜਿਹੜੀਆਂ ਨਿੱਕੀਆਂ ਗੱਲਾਂ ਦੇ ਵੱਲ ਆਪਾਂ ਨੂੰ ਇਹ ਧਿਆਨ ਦੇਣਾ ਚਾਹੀਦਾ। ਤੇ ਬਾਕੀ ਹੁਣ ਤੁਸੀਂ ਅੱਗੇ ਗੱਲਬਾਤ ਚਾਲੂ ਕਰ ਲਓ। ਹਾਂਜੀ ਅਮਰਤ ਜੀ, ਇਹ ਤਾਂ ਆਪਾਂ ਜਿਹੜੀਆਂ ਸੀਗੀਆਂ, ਕਿਉਂਕਿ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪਾਂ ਇਹ ਗੱਲਾਂ ਬਾਤਾਂ ਕਰਦੇ ਰਹਿਣਾ ਨੇ, ਤੇ ਅੱਜ ਹਾਂਜੀ ਤੁਸੀਂ ਆਪਣਾ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਸਿਰਫ 13 ਮਿੰਟ ਜਿਹੜੇ ਬਾਕੀ ਨੇ। ਸੋ ਅੱਜ ਹਾਂ ਇੰਸ਼ੋਰੈਂਸ ਦੇ ਬਾਰੇ ਦੇ ਵਿੱਚ ਹੁਣ ਤੁਸੀਂ ਕਿਹੜੇ ਟਿਪ ਦੇਣਾ ਚਾਹੋਗੇ? ਕਿਉਂਕਿ ਮੈਂ ਦੱਸ ਦੇਵਾਂ ਕਿ ਅਮਰਤ ਕੈਂਬੋ ਜੀ ਜਿਹੜੇ ਕਿ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਨਾਲ ਕੰਮ ਕਰਦੇ ਨੇ, ਇੰਸ਼ੋਰੈਂਸ ਵਗੈਰਾ ਤੁਸੀਂ ਇਹਨਾਂ ਤੋਂ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਚਾਹੁੰਦੇ ਨੇ, ਸੋ ਸਾਡੇ ਨਾਲ ਅੱਜ ਮੈਂ ਇਹਨਾਂ ਨੂੰ ਇਹੀ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਦੇ ਜਿਹੜੇ ਅੱਜ ਇੰਸ਼ੋਰੈਂਸ ਦੇ ਸੰਬੰਧੀ ਕੋਈ ਚੇਂਜਸ ਹੋਈਆਂ ਨੇ ਕੋਵਿਡ-19 ਕਰਕੇ, ਜਾਂ ਜਿਹੜੇ ਕਿ ਸਾਡੇ ਇੱਧਰ, ਕਿਉਂਕਿ ਮੋਸਟਲੀ ਹੁਣ ਜਿਹੜਾ ਲੋਕਡਾਊਨ ਹੈ ਇੰਡੀਆ ਵੀ, ਜੋ ਖਬਰਾਂ ਆ ਰਹੀਆਂ ਨੇ ਕਿ ਮਈ 18 ਤੋਂ ਬਾਅਦ ਜਿਹੜਾ ਉਹ ਖੋਲ ਰਿਹਾ, ਉਸ ਤੋਂ ਬਾਅਦ ਜਿਹੜੀਆਂ ਫਲਾਈਟਸ ਵਗੈਰਾ ਵੀ ਜਿਹੜੀਆਂ ਉਹ ਚੱਲਣ ਲੱਗ ਜਾਣੀਆਂ ਨੇ। ਸੋ ਅੱਜ ਕਿਹੜੇ ਟਿਪਸ ਸਾਨੂੰ ਇੰਸ਼ੋਰੈਂਸ ਦੇ ਤੁਸੀਂ ਦੇਣਾ ਚਾਹੁੰਦੇ ਆ? ਪਹਿਲਾਂ ਤਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਆਪਦੇ ਆਪ ਤੇ ਜਦੋਂ ਵੀ ਤੁਸੀਂ ਆਪਦਾ ਘਰ ਬਣਾਉਂਦੇ ਆ, ਆਪਣੇ ਉੱਤੇ ਡੈਥ ਹੁੰਦਾ ਵਾ ਜਾਂ ਮੌਰਗੇਜ ਹੁੰਦੀ ਹੈ ਵਗੈਰਾ, ਤੇ ਆਪਣੇ ਬੱਚੇ ਆ, ਪਰਿਵਾਰ ਆਪਣੇ ਨਾਲ ਛੋਟੇ ਹੁੰਦੇ ਨੇ। ਸੋ ਜਦੋਂ ਮੌਰਗੇਜ ਹੁੰਦੀ ਹੈ ਤੇ ਮੈਂ ਹਰੇਕ ਨੂੰ ਚਾਹੁੰਦਾ ਕਿ ਤੁਸੀਂ ਆਪਦੇ ਆਪ ਨੂੰ ਪ੍ਰੋਟੈਕਟ ਕਰਕੇ ਰੱਖੋ ਜ਼ਰੂਰ। ਆਪਦੇ ਆਪ ਤੇ ਜਾਂ ਤਾਂ ਟਰਮ ਇੰਸ਼ੋਰੈਂਸ ਲੈ ਕੇ ਰੱਖੋ, ਜੇ ਪਰਮਾਨੈਂਟ ਨਹੀਂ ਲੈ ਸਕਦੇ ਤਾਂ ਜਿੰਨਾ ਕੁ ਡੈਟ ਹੈਗਾ ਉਸ ਤੋਂ ਥੋੜ੍ਹੀ ਜਿਹੀ 1-2 ਲੱਖ ਓਵਰ ਲੈ ਕੇ ਰੱਖੋ ਕਿ ਕੱਲ੍ਹ ਨੂੰ ਕੋਈ ਅਭੀ ਨਵੀਂ ਵੀ ਜੇ ਤੁਹਾਡੇ ਨਾਲ ਕੋਈ ਆਉਂਦੀ ਆ ਤਾਂ ਉਹਦੇ ਨਾਲ ਕੀ ਆ ਕਿ ਤੁਹਾਡੇ ਜਿਹੜੇ ਆਉਣ ਵਾਲੇ ਜਾਂ ਪਰਿਵਾਰ ਨੂੰ ਵੀ ਇਨ ਦਾ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ। ਹੁਣ ਜਿਸ ਤਰ੍ਹਾਂ ਇਹ ਕੋਵਿਡ-19 ਚੱਲ ਰਿਹਾ ਵਾ, ਹਰ ਇੱਕ ਬੰਦੇ ਨੂੰ ਕੀ ਹੈ ਕਿ ਆਪਦੇ ਉੱਪਰ ਕ੍ਰਿਟੀਕਲ ਇਲਨੈਸ ਵੀ ਲੈ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਆਪਣੇ ਅੰਦਰ ਸਰੀਰ ਦੇ ਕੀ ਚੱਲ ਰਿਹਾ। ਉਹ ਜਿਹੜੀ ਕ੍ਰਿਟੀਕਲ ਇਲਨੈਸ ਦੇ ਬਾਰੇ ਮੈਂ ਅੱਜ ਗੱਲਬਾਤ ਕਰੂੰਗਾ, ਉਹਦੇ ਬਾਰੇ ਮੈਂ ਦੱਸਦਾ ਕਿ ਉਹ ਕਿਉਂ ਜ਼ਰੂਰੀ ਹੈ। ਕਿਉਂਕਿ ਜਿੱਦਾਂ ਵੀ ਕੋਈ ਪ੍ਰੋਬਲਮ ਆ ਜਾਂਦੀ ਹੈ, ਉਸ ਤੋਂ ਬਾਅਦ ਦੇ ਵਿੱਚ ਆਪਾਂ ਉਹ ਕੰਮ ਕਰਨ ਦੇ ਜਾਂ ਕੋਈ ਦੁਬਾਰਾ ਲਾਇਕ ਨਹੀਂ ਰਹਿ ਜਾਂਦੇ, ਉਹ ਸਾਡੇ 'ਚ ਇੰਨੀ ਐਨਰਜੀ ਨਹੀਂ ਹੁੰਦੀ। ਸੋ ਜੇ ਕ੍ਰਿਟੀਕਲ ਇਲਨੈਸ ਤੁਸੀਂ ਆਪਣੇ ਆਪ ਤੇ ਲਈ ਹੋਈ ਆ, ਤਾਂ ਉਹ ਕੀ ਹੈ ਕਿ ਜੇ ਤੁਹਾਨੂੰ ਕੋਈ ਵੀ ਜਿਵੇਂ ਹਾਰਟ ਅਟੈਕ ਜਾਂ ਕੋਈ ਵੀ ਮੇਜਰ ਕੋਈ ਡਿਸੀਜ਼ ਆ ਲੱਗ ਜਾਂਦੀ ਹੈ, ਇਲਨੈਸ ਹੋ ਜਾਂਦੀ ਹੈ, ਉਹਦੇ ਵਿੱਚ ਤੁਸੀਂ
ਜੇ ਸਰਵਾਈਵ ਕਰ ਜਾਂਦੇ 30 ਡੇਜ਼ ਉਹ ਤੁਹਾਨੂੰ ਕੀ ਹੈ ਕਿ ਉਹ ਲਮਸਮ ਪੇ ਕਰ ਦਿੰਦੇ ਨੇ। ਸੋ ਕ੍ਰਿਟੀਕਲ ਇਲਨੈਸ ਵੀ ਬਹੁਤ ਹੀ ਜ਼ਰੂਰੀ ਲੈ ਕੇ ਰੱਖਣੀ ਚਾਹੀਦੀ ਹੈ, ਪਰ ਆਪਦੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੋ। ਬਹੁਤ ਬੰਦੇ ਇੱਥੇ ਮੈਂ ਸੁਣਦਾ ਕਈ ਵਾਰੀ ਗੱਲਬਾਤ ਕਰਦੇ, ਕਿਉਂਕਿ ਮੈਂ ਇਸ ਫੀਲਡ ਦੇ ਵਿੱਚ ਹਾਂ, ਉਹ ਕਹਿਣਗੇ ਯਾਰ ਇੰਸ਼ੋਰ ਹੁੰਦਾ ਕੀ ਆ, ਇਹ ਕਿਹੜਾ ਪੈਸੇ ਦਿੰਦੇ ਨੇ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੈਨੇਡਾ ਦੇ ਵਿੱਚ। ਜੇ ਅੱਜ ਆਪਾਂ ਕਾਰ ਕਿਸੇ ਦੀ ਐਕਸੀਡੈਂਟ ਵੀ ਹੋ ਜਾਂਦਾ, ਜੇ ਉਹ ਆਪਾਂ ਮਹੀਨੇ ਦਾ $100 ਵੀ ਭਰਦੇ ਆ, ਉਹ ਵੀ ਤਾਂ ਸਾਡੀ ਕਾਰ ਫਿਕਸ ਕਰਕੇ ਹੀ ਦਿੰਦੇ ਨੇ, ਆਪਾਂ ਨੂੰ ਪੇ ਕਰਦੇ ਨੇ। ਇਸ ਕਰਕੇ ਜਿਹੜੀ ਲਾਈਫ ਇੰਸ਼ੋਰੈਂਸ ਦਾ ਵੀ ਜਿਹੜਾ ਪੈਸਾ ਹੈਗਾ, ਜਦੋਂ ਵੀ ਕਿਸੇ ਨੂੰ ਕੁਛ ਹੋ ਜਾਂਦਾ ਤਾਂ ਉਹਦੇ ਜਿਹੜੇ ਬੈਨੀਫਿਸ਼ਰੀ ਨੂੰ ਆ, ਜਿੰਨੇ ਦਾ ਫੇਸ ਅਮਾਊਂਟ ਤੁਸੀਂ ਲਿਆ ਹੋਇਆ, ਤਾਂ ਉਹ ਜਿਹੜੀਆਂ ਕੰਪਨੀਆਂ ਨੇ ਉਹ ਬਹੁਤ ਹੀ ਵਧੀਆ ਤੁਹਾਨੂੰ ਜਿਹੜਾ ਕਲੇਮ ਦਾ ਉਹ ਪੈਸਾ ਪ੍ਰੋਪਰਲੀ ਦਿੰਦੀਆਂ ਨੇ। ਸੋ ਇਹ ਵੀ ਇੱਕ ਜਿਹੜਾ ਆਪਦੇ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਪੈਸਾ ਨਹੀਂ ਦਿੰਦੀਆਂ, ਪੈਸਾ ਦਿੰਦੀਆਂ ਨੇ, ਤੇ ਜ਼ਰੂਰ ਆਪਦੇ ਆਪ ਨੂੰ ਪ੍ਰੋਟੈਕਟ ਕਰਕੇ ਰੱਖੋ। ਦੂਸਰਾ ਕੀ ਹੈ ਕਿ ਜਿੱਦਾਂ ਹੁਣ ਆਪਣੇ COVID-19 ਦੇ ਕਰਕੇ ਆਹ ਪ੍ਰੋਬਲਮ ਆਈ ਹੋਈ ਹੈ, ਹੁਣ ਕੰਮਕਾਰ ਬਿਜ਼ਨੈਸਿਸ ਵੀ ਠੱਪ ਨੇ, ਚਲੋ ਹੁਣ ਹੌਲੀ-ਹੌਲੀ ਖੁੱਲ ਰਹੇ ਨੇ, ਵੈਸੇ 15-20 ਤੋਂ ਮਾਲ ਵੀ ਖੁੱਲ ਗਿਆ। ਤੇ ਕੀ ਹੈ ਕਿ ਆਪਣੇ ਪੈਸੇ ਨੂੰ ਵੀ ਸੇਵ ਕਰਕੇ ਰੱਖੋ। ਇਹ ਸੇਵਿੰਗ ਕੀ ਹੈ ਕਿ ਉਹਨੂੰ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਵਿੱਚ ਪਾਓ। ਟੈਕਸ ਫ੍ਰੀ ਸੇਵਿੰਗ ਅਕਾਊਂਟ ਦਾ ਕੀ ਫਾਇਦਾ ਕਿ ਉਹਦੇ ਵਿੱਚ ਜਿਹੜੀ ਵੀ ਗਰੋਥ ਹੁੰਦੀ ਹੈ, ਉਹਦੇ ਤੇ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ। ਬਾਕੀ ਜਿਹੜੇ ਵੀ ਕਿਤੇ ਹੋਰ ਸਾਈਡ ਤੇ ਤੁਸੀਂ ਪੈਸਾ ਰੱਖਦੇ ਜਾਂ ਸੇਵਿੰਗ ਅਕਾਊਂਟ 'ਚ ਪਾਉਂਦੇ ਹੋ, ਉਹਦੇ ਤੇ ਜਦੋਂ ਪੈਸੇ ਤੇ ਗਰੋਥ ਆਉਂਦੀ ਆ, ਤਾਂ ਉਹ ਤੇ ਕੀ ਆ, ਤੁਹਾਨੂੰ ਉਹਦੀ T4 ਸਲਿੱਪ ਆ ਜਾਂਦੀ ਤੇ ਤੁਹਾਨੂੰ ਉਹਦੇ ਟੈਕਸ ਦੇ ਉੱਤੇ ਇਨਕਮ ਟੈਕਸ ਦੇਣਾ ਪੈਂਦਾ। ਠੀਕ ਆ ਅੰਮ੍ਰਿਤ ਜੀ। ਤਾਂ ਕੋਈ ਚੇਂਜਸ ਵਗੈਰਾ ਇੰਸ਼ੋਰੈਂਸ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਕੀਤੀ ਹੋਵੇ ਹੁਣ COVID-19 ਕਰਕੇ? COVID-19 ਦੇ ਕਰਕੇ ਕੀ ਆ, ਹੁਣ ਇਹਨਾਂ ਨੇ ਜਿਹੜਾ ਆਪਾਂ ਮਿਲ ਤਾਂ ਸਕਦੇ ਨੇਗੇ, ਤੇ ਆਪਾਂ ਜਿਹੜੀਆਂ ਸਰਵਿਸਿਜ਼ ਆਪਾਂ ਤੁਹਾਨੂੰ ਆਨਲਾਈਨ ਪ੍ਰੋਵਾਈਡ ਕਰਵਾ ਸਕਦੇ ਹਾਂ ਫੋਨ ਤੇ, ਠੀਕ ਆ, ਜਾਂ Skype ਦੇ ਥਰੂ। ਸੋ ਆਪਾਂ ਨੂੰ ਮਿਲਣ ਦੀ ਵੀ ਕੋਈ ਇਹਦੇ ਵਿੱਚ ਜ਼ਰੂਰਤ ਨਹੀਂ। ਬਾਕੀ ਕੀ ਹੈ ਕਿ ਜਿਹੜੀਆਂ ਚੇਂਜਿਸ ਆਈਆਂ ਨੇ, ਹੁਣ ਜਿਹੜਾ ਮੈਡੀਕਲ ਵਗੈਰਾ ਵਾ, ਥੋੜ੍ਹਾ ਜਿਹਾ ਉਹ COVID-19 ਦੇ ਵਿੱਚ ਉਹਨੇ ਕੁਐਸਚਨ ਐਡ ਕੀਤੇ ਹੋਏ ਨੇ ਕਿ ਕਿਤੇ ਤੁਸੀਂ ਪਾਸ ਦੇ ਵਿੱਚ ਕਿਤੇ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ ਹੋਈ, ਕਿਤੇ ਸਿੱਕ ਤਾਂ ਨਹੀਂ ਹੋਏ ਤੁਸੀਂ, ਜਾਂ ਕਿਤੇ ਹੌਸਪੀਟਲ ਵਗੈਰਾ ਤਾਂ ਨਹੀਂ ਗਏ ਗੇ। ਬਾਕੀ ਆਲਮੋਸਟ ਜਿਹੜੀਆਂ ਸੇਮ ਹੀ ਨੇ। ਜੇ ਮੈਡੀਕਲ ਵਾਲੀ ਕਰਵਾਉਣੀ ਹੈ ਇੰਸ਼ੋਰੈਂਸ, ਤਾਂ ਉਹ ਜਦੋਂ ਬਲੱਡ ਸੈਂਪਲ ਤੇ ਤੁਹਾਡਾ ਯੂਰਿਨ ਦਾ ਸੈਂਪਲ ਲੈਂਦੇ ਨੇ, ਉਹਨਾਂ ਨੂੰ ਉਹਦੇ ਵਿੱਚੋਂ ਸਾਰਾ ਕੁਛ ਹੀ ਮਿਲ ਜਾਂਦਾ। ਤੇ ਜਿਹੜੀਆਂ ਨਾਨ ਮੈਡੀਕਲਸ ਹੁੰਦੀਆਂ ਨੇ ਇੰਸ਼ੋਰੈਂਸ, ਉਹ ਵੀ ਹੁਣ ਅੱਜ-ਕੱਲ੍ਹ ਤਾਂ $1 ਮਿਲੀਅਨ ਤੱਕ ਨਾਨ ਮੈਡੀਕਲ ਵੀ ਹੁੰਦੀਆਂ ਨੇ। ਪਰ ਉਹਦੇ ਵਿੱਚ ਫਿਰ ਜਿਹੜੇ ਆ ਕੇ ਕੁਐਸਚਨ ਆ, ਤੁਹਾਨੂੰ ਆਪ ਪੁੱਛ ਕੇ ਜਿਹੜਾ ਵੀ ਤੁਹਾਡਾ ਐਡਵਾਈਜ਼ਰ ਹੈਗਾ ਉਹ ਭਰ ਕੇ ਤੇ ਉਹ ਭਰ ਦਿੰਦੇ ਨੇ। ਕਈ ਵਾਰੀ ਆਪਾਂ ਨੂੰ ਕੋਈ ਚੀਜ਼ ਦਾ ਪਤਾ ਵੀ ਨਹੀਂ ਹੁੰਦਾ ਹੈਗਾ ਕਿ ਅਸੀਂ ਪਿਛਲੇ ਜਾਂ ਕੋਈ ਵੀ ਜਾਂ ਸ਼ੂਗਰ ਦੀ ਜਾਂ ਕੋਈ ਹੋਰ ਕਿਤੇ ਆਪਣੀ ਜਿਵੇਂ ਕੋਈ ਦਵਾਈ ਲਈ ਹੈ, ਤਾਂ ਕਈ ਵਾਰੀ ਉਹ ਫਿਰ ਆਪਾਂ ਨੂੰ ਭੁੱਲ ਜਾਂਦੇ ਆ। ਤਾਂ ਇਸ ਕਰਕੇ ਕੀ ਹੈ ਕਿ ਮੈਂ ਸੁਜੈਸਟ ਕਰੂੰਗਾ ਕਿ ਹਮੇਸ਼ਾ ਕਿ ਮੈਡੀਕਲ ਵਾਲੀ ਹੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ। ਠੀਕ ਹੈ ਜੀ। ਅਮਰਤ ਜੀ, ਮੈਂ ਦੱਸ ਦੇਵਾਂ, ਮੈਂ ਅੱਜ ਤੰਗ ਤੁਹਾਡੇ ਨਾਲ ਲਾਸਟ ਤੇ ਗੱਲਬਾਤ ਕਰਨ ਲੱਗਾ। ਮੈਂ ਕਹਿਣਾ ਅਮਰਤ ਜੀ ਨੇ ਕਹਿਣਾ ਕਿ ਅੱਜ ਅਸੀਂ ਜਿਹੜਾ ਗਾ ਕਿ ਸਮਰ ਆ ਰਹੀ ਆ, ਉਹਨਾਂ ਗੱਲਾਂ ਬਾਤਾਂ ਦੇ ਵਿੱਚ ਹੀ ਜਿਹੜਾ ਆਪਣਾ ਪ੍ਰੋਗਰਾਮ ਆ ਉਹ ਖਤਮ ਕਰਨ ਵੱਲ ਨੂੰ ਕਰ ਲਿਆ। ਸੋ ਜਿਹੜੀ ਇੰਸ਼ੋਰੈਂਸ ਦੀ ਕੋਈ ਜਾਣਕਾਰੀ ਆ ਉਹ ਅਸੀਂ ਸਾਂਝੀ ਜਿਹੜੀ ਨਹੀਂ ਕੀਤੀ। ਸੋ ਇਸ ਕਰਕੇ ਮੈਂ ਸੋਚਿਆ ਕਿ ਲਾਸਟ ਦੇ ਵਿੱਚ ਜਾਂਦੇ ਜਾਂਦੇ ਅਮਰਤ ਜੀ ਤੋਂ ਮੈਂ ਪੁੱਛ ਹੀ ਲਵਾਂ ਇੰਸ਼ੋਰੈਂਸ ਦੇ ਬਾਰੇ ਦੇ ਵਿੱਚ ਵੀ ਕਿ ਕਿਸ ਤਰ੍ਹਾਂ ਦੀਆਂ ਕੋਈ ਚੇਂਜਸ ਵਗੈਰਾ ਹੋਈਆਂ ਨੇ। ਤੇ ਅਮਰਤ ਜੀ, ਇਸ ਤੋਂ ਇਲਾਵਾ ਤੁਸੀਂ ਸਾਨੂੰ ਇਹ ਵੀ ਦੱਸ ਦਿਓ ਸਾਡੇ ਸਰੋਤਿਆਂ ਨੂੰ ਕਿ ਇੰਸ਼ੋਰੈਂਸ ਜਦੋਂ ਲੈਣੀ ਹੁੰਦੀ ਆ, ਤੁਸੀਂ ਜਿਹੜੇ ਫਾਰਮ ਵਗੈਰਾ ਨੇ ਉਹ ਇੰਗਲਿਸ਼ ਦੇ ਵਿੱਚ ਮੋਸਟਲੀ ਹੁੰਦੇ ਨੇ। ਸੋ ਤੁਸੀਂ ਹਾਂਜੀ। ਹੁਣ ਉਹਨਾਂ ਨੂੰ ਪੰਜਾਬੀ ਦੇ ਵਿੱਚ ਵੀ ਸਰਵਿਸ ਦਿੰਦੇ ਆ, ਹਿੰਦੀ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਸਰਵਿਸ ਦਿੰਦੇ ਆ। ਸੋ ਕਿਸ ਤਰ੍ਹਾਂ ਫਿਰ ਉਹਨਾਂ ਨੂੰ ਪ੍ਰੋਪਰ ਐਕਸਪਲੇਨ ਤੁਸੀਂ ਕਰਦੇ ਹੋਵੋਗੇ ਸਾਰਾ ਕੁਛ ਨਾ? ਬਿਲਕੁਲ ਜੀ, ਜਿਵੇਂ ਐਪਲੀਕੇਸ਼ਨ ਵਗੈਰਾ ਨੇ, ਕੁਐਸਚਨ ਬੜੇ ਸਿੰਪਲ ਹੀ ਨੇ ਜਿਹੜੇ ਪੁੱਛੇ ਜਾਂਦੇ ਨੇ, ਉਹਨੂੰ ਮੁੜ ਕੇ ਆਪਾਂ ਟ੍ਰਾਂਸਲੇਸ਼ਨ ਕਰਕੇ ਪੰਜਾਬੀ 'ਚ ਦੱਸ ਦੇਈਦਾ। ਠੀਕ ਹੈ। ਹਾਂਜੀ, ਤੇ ਉਹ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਆਉਂਦੀ ਹੈਗੀ, ਬੜੇ ਸਿੰਪਲ ਨੇ। ਮੋਸਟ ਆਫ ਦਾ ਟਾਈਮ ਤਾਂ ਸਾਨੂੰ ਉਹਦੇ ਵਿੱਚ ਜਿਹੜਾ ਬੰਦੇ ਦੀ ਸਿਹਤ ਅਤੇ ਏਜ ਵਗੈਰਾ ਇਹੀ ਪੁੱਛਦੇ ਆ। ਬਾਕੀ ਜਦੋਂ ਮੈਡੀਕਲ ਵਾਲੀ ਇੰਸ਼ੋਰੈਂਸ ਲੈਂਦੇ ਹੋ, ਤਾਂ ਜਦੋਂ ਤੁਸੀਂ ਬਲੱਡ ਤੇ ਯੂਰਿਨ ਨੂੰ ਟੈਸਟ ਕਰਦੇ ਨੇ, ਉਹਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ ਤੁਹਾਡੀ ਸਿਹਤ ਦੇ ਬਾਰੇ, ਕਿ ਤੁਹਾਡੇ ਅੰਦਰ ਕੀ ਚੱਲ ਰਿਹਾ। ਠੀਕ ਹੈ ਜੀ। ਨਹੀਂ, ਮੈਂ ਤੁਹਾਨੂੰ ਤਾਂ ਪੁੱਛਿਆ, ਮੈਂ ਕਿਹਾ ਕਈ ਕੰਪਨੀਆਂ ਹੁੰਦੀਆਂ ਸਿਰਫ ਤੁਹਾਡੇ ਮੂਹਰੇ ਪੇਪਰ ਹੀ ਰੱਖ ਦਿੰਦੀਆਂ ਕਿ ਜੀ ਆਹ ਕੁਐਸਚਨ ਨੇ, ਤੁਸੀਂ ਇਹਨਾਂ ਨੂੰ ਆਨਸਰ ਕਰਕੇ ਸਾਈਨ ਕਰ ਦੇਵੋ। ਮੈਂ ਤੁਹਾਨੂੰ ਤਾਂ ਪੁੱਛਿਆ ਕਿ ਪ੍ਰੋਪਰ ਟਰਾਂਸਲੇਟ ਪੰਜਾਬੀ ਜਾਂ ਹਿੰਦੀ ਦੇ ਵਿੱਚ ਤੁਸੀਂ ਕਰਕੇ ਸਮਝਾ ਦੇਣ, ਜਿਹੜੇ ਸਾਡੇ ਸਰੋਤੇ ਨੇ ਉਹ ਉਹਨਾਂ ਨੂੰ ਇਹ ਹੋਵੇ ਕਿ ਤੁਸੀਂ ਜਿਹੜੀ ਟਰਾਂਸਲੇਟ ਕਰਕੇ ਉਹਨਾਂ ਨੂੰ ਐਕਚੁਅਲੀ ਜਿਹੜੀ ਸਰਵਿਸ ਆ ਉਹ ਪ੍ਰੋਵਾਈਡ ਕਰਦੇ ਹੋ। ਇਹ ਨਹੀਂਗਾ ਕਿ ਤੁਸੀਂ ਉਹਨਾਂ ਦੇ ਮੂਹਰੇ ਪੇਪਰ ਕਰਤੇ, ਐਪਲੀਕੇਸ਼ਨ ਕਰਤੀ ਕਿ ਇਹ ਇੰਗਲਿਸ਼ ਦੇ ਵਿੱਚ ਜਿਹੜਾ ਕਿ ਹੈਗਾ ਕਿ ਤੁਸੀਂ ਆਪਣੇ ਜਿਹੜੇ ਕੁਐਸਚਨ ਨੇ ਉਹਨਾਂ ਦੇ ਆਨਸਰ ਉਹ ਦੇ ਦਿਓ ਤੇ ਸਾਈਨ ਕਰ ਦੇਵੋ। ਸੋ ਇਸ ਕਰਕੇ ਮੈਂ ਇਹ ਤੁਹਾਨੂੰ ਜਿਹੜਾ ਸਵਾਲ ਉਹ ਪੁੱਛਿਆ ਸੀਗਾ। ਨਹੀਂ ਜੀ, ਮੈਂ ਤਕਰੀਬਨ ਸਾਰਾ ਕੁਝ ਉਹਨਾਂ ਨੂੰ ਜਿਹੜੀ ਵੀ ਲੈਂਗੁਏਜ ਦੇ ਵਿੱਚ ਹੈਗੀ ਨੇ, ਉਹਨਾਂ ਨੂੰ ਟਰਾਂਸਲੇਟ ਕਰਕੇ ਪ੍ਰੋਪਰ ਵੇ ਦੇ ਨਾਲ ਉਹਨਾਂ ਦੀ ਜਿਹੜੀ ਲੋੜ ਦੇ ਮੁਤਾਬਕ ਜਿਹੜੀ ਚੀਜ਼ ਆ, ਉਹਨਾਂ ਦੀ ਨੀਡ ਨੂੰ ਐਨਾਲਿਸਿਸ ਨੂੰ ਦੇਖ ਕੇ, ਉਹਨਾਂ ਦੇ ਡਾਟਾ ਨੂੰ ਦੇਖ ਕੇ ਫਿਰ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦਾ। ਹਾਂਜੀ, ਕਿਉਂਕਿ
ਤੁਹਾਡੇ ਨਾਲ ਗੱਲ ਕਰਦਿਆਂ ਮੋਸਟਲੀ ਇਹ ਸਵਾਲ ਹੁਣ ਜਿਹੜਾ ਕਿ ਮੇਰੇ ਮਨ ਦੇ ਵਿੱਚ ਆ ਗਿਆ, ਕਿਉਂਕਿ ਜਿਹੜੇ ਬਹੁਤ ਸਾਰੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਕਈ ਵਾਰ ਇੰਗਲਿਸ਼ ਦੇ ਵਿੱਚ ਥੋੜੀ ਪ੍ਰੋਬਲਮ ਹੁੰਦੀ ਆ। ਕੱਲੀ ਇੰਸ਼ੋਰੈਂਸ ਦੀ ਗੱਲ ਨਹੀਂ, ਕੋਈ ਕ੍ਰੈਡਿਟ ਕਾਰਡ ਕੰਪਨੀਆਂ ਨੇ, ਕੋਈ ਹੋਰ ਕੰਪਨੀਆਂ ਨੇ, ਕਈ ਮੈਂ ਆਪਣੇ ਸਰਕਲ ਦੇ ਵਿੱਚ ਜਾਣਦਾ ਹੈ ਕਿ ਉਹਨਾਂ ਨੇ ਪਹਿਲਾਂ ਸਭ ਤੋਂ ਦੇਖਿਆ ਨਹੀਂ। ਔਰ ਮੈਂ ਤੁਹਾਨੂੰ ਦੱਸ ਦੇਵਾਂ, ਪਰਸੋਂ ਮੈਂ ਵੀ ਠੱਗਿਆ ਗਿਆ। ਉਹ ਕਹਿੰਦਾ ਹਾਂਜੀ, ਮੈਨੂੰ ਫਰੂਕ ਸਾਹਿਬ ਦਾ ਫੋਨ ਆਇਆ ਕਿ ਸੈਮੀ ਕੋਈ ਲੈਡਰ ਲੱਗੀ ਹੋਈ ਆ, ਸਾਨੂੰ ਪੌੜੀ ਚਾਹੀਦੀ ਸੀ ਉੱਪਰ ਛੱਤ ਤੇ ਜਾਣ ਨੂੰ, ਕਿ ਉਹ ਸਸਤੀ ਲੱਗੀ ਹੋਈ ਆ, ਕਿ ਉਹ ਦਿੰਦੇ ਆ ਕੈਨੇਡੀਅਨ $25 ਦੀ। ਤੇ ਉਹਨੇ ਮੈਨੂੰ ਉਹ ਲਿੰਕ ਭੇਜਤਾ ਕਿ ਮੈਂ ਆਰਡਰ ਕਰਤੀ ਆ, ਤੂੰ ਵੀ ਕਰ ਦੇ। ਓਕੇ, ਇੱਕ ਤੂੰ ਮੰਗਾ ਲੈ, ਇੱਕ ਮੈਂ ਮੰਗਾ ਲੈਣਾ। ਔਰ ਮੈਂ ਆਪਣੇ ਜਿਹੜੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਦੱਸ ਦੇਵਾਂ, ਕਿਉਂਕਿ ਬੇਸ਼ੱਕ ਅਸੀਂ ਉਹ ਪੇਪਾਲ ਦੇ ਰਾਹੀਂ ਉਹਨਾਂ ਨੂੰ ਪੇਮੈਂਟ ਦਿੱਤੀ ਆ। ਇਸ ਟਾਈਮ ਤੇ ਅਸੀਂ ਪੇਪਾਲ ਦੇ ਨਾਲ ਕੰਟੈਕਟ ਕਰ ਰਹੇ ਹਾਂ, ਪਰ ਜਿਹੜਾ ਕਿ ਉਹ ਹੁਣ ਅਸੀਂ ਦੇਖਦੇ ਹਾਂ ਕਿ ਡਾਲਰ ਤਾਂ ਕੈਨੇਡੀਅਨ 25 ਆ ਬੇਸ਼ੱਕ। ਸੋ ਸਾਡੇ ਪੈਸੇ ਵਾਪਸ ਆਉਂਦੇ ਆ ਕਿ ਨਹੀਂ ਆਉਂਦੇ। ਸੋ ਅਮਰਤ ਜੀ, ਉਹ ਅਸੀਂ ਆਰਡਰ ਕਰਤੀਆਂ ਵੈਬਸਾਈਟ ਤੋਂ ਜਾ ਕੇ। ਉਹਨਾਂ ਨੇ ਲਿਖਿਆ ਹੋਇਆ ਕਿ ਲਿਮਿਟ ਇੱਕ ਹੀ ਕਰ ਸਕਦਾ, ਇੱਕ ਪਰਸਨ ਨਾ। ਸੋ ਸਾਨੂੰ ਦੋ ਚਾਹੀਦੀਆਂ ਸੀਗੀਆਂ, ਸੋ ਇੱਕ ਫਰੂਕ ਸਾਹਿਬ ਨੇ ਕਰਤੀ, ਇੱਕ ਮੈਂ ਕਰਤੀ। ਤਾਂ ਪਰਸੋਂ ਜਦੋਂ ਮੈਨੂੰ ਫੋਨ ਆਇਆ ਫਰੂਕ ਸਾਹਿਬ ਦਾ ਕਿ ਸੈਮੀ ਮੈਨੂੰ ਲੱਗਦਾ ਕਿ ਆਪਾਂ ਫਰਾਡ ਦੇ ਵਿੱਚ ਆ ਗਏ ਆ, ਸੋ ਉਹ ਮੈਂ ਚੈੱਕ ਕਰਨ ਕੀਤਾ ਤਾਂ ਹੁਣ ਜਿਹੜੀ ਉਹ ਵੈਬਸਾਈਟ ਸੀ ਉਹ ਕੰਮ ਨਹੀਂ ਕਰ ਰਹੀਗੀ ਨਾ। ਸੋ ਅਸੀਂ ਹੁਣ ਪੇਪਾਲ ਦੇ ਨਾਲ ਜਿਹੜਾ ਉਹ ਕੰਟੈਕਟ ਕਰ ਰਹੇ ਹਾਂ ਕਿ ਭਾਈ ਹੁਣ ਸਾਡੇ ਜਿਹੜੇ ਪੈਸੇ ਨੇ $25 ਕੈਨੇਡੀਅਨ ਉਹ ਵਾਪਸ ਕਰ ਦਿਓ। ਮੈਂ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਇਦਾਂ ਵੀ ਜਿਹੜੇ ਫਰਾਡ ਨੇ ਇਸ ਟਾਈਮ ਦੇ ਵਿੱਚ ਹੋ ਰਹੇ ਨੇ, ਅਸੀਂ ਪੂਰਾ ਖਿਆਲ ਰੱਖਦੇ ਹਾਂ। ਹਲੇ ਮੈਂ ਪੂਰਾ ਖਿਆਲ ਰੱਖਦਾ। ਜੇਕਰ ਮੈਨੂੰ ਕੋਈ ਲੀਗਲੀ ਵੀ ਮੇਰੀ ਬੈਂਕ ਦਾ ਜਾਂ ਕਿਸੇ ਹੋਰ ਦਾ ਫੋਨ ਆਉਂਦਾ ਤਾਂ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਮੈਨੂੰ ਆਪਣਾ ਐਕਸਟੈਂਸ਼ਨ ਨੰਬਰ ਦੇ ਦਿਓ, ਮੈਂ ਬੈਕ ਕਾਲ ਕਰਦਾ ਤਾਂ ਮੈਂ ਉਸ ਐਕਸਟੈਂਸ਼ਨ ਨੰਬਰ ਨੂੰ ਡਾਇਲ ਕਰਕੇ ਤੁਹਾਡੇ ਨਾਲ ਗੱਲ ਕਰ ਲੈਣਾ। ਕ੍ਰੈਡਿਟ ਕਾਰਡ ਕੰਪਨੀਆਂ ਦੇ ਫੋਨ ਆਉਂਦੇ, ਉਹ ਮੈਨੂੰ ਕਹਿੰਦੇ ਕਿ ਇਨਫੋਰਮੇਸ਼ਨ ਵੈਰੀਫਾਈ ਕਰ। ਈਵਨ ਮੈਂ ਕਾਲ ਕੀਤੀ ਆਪਣੀ ਕ੍ਰੈਡਿਟ ਕੰਪਨੀ ਨੂੰ, ਉਸ ਲੜਕੇ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਡੇਟ ਆਫ ਬਰਥ ਮੈਨੂੰ ਕਨਫਰਮ ਕਰ। ਮੈਂ ਉਹਨੂੰ ਕਿਹਾ ਕਿ ਸੌਰੀ ਸਰ, ਮੈਂ ਰਿਫਿਊਜ਼ ਕਰ ਰਿਹਾ ਸੇਫਟੀ ਰੀਜਨ, ਕਿ ਤੂੰ ਮੈਨੂੰ ਕੋਈ ਹੋਰ ਕੁਐਸਚਨ ਪੁੱਛ ਸਕਦਾ, ਪਰ ਮੈਂ ਆਪਣੀ ਡੇਟ ਆਫ ਬਰਥ ਆ ਜਿਹੜੀ ਉਹ ਨਹੀਂ ਕਰਨੀ ਗੀ। ਸੋ ਉਹ ਕਹਿੰਦਾ ਵੀ ਥੈਂਕ ਯੂ ਵੈਰੀ ਮੱਚ, ਕਿ ਉਹਨੇ ਮੈਨੂੰ ਕੋਈ ਹੋਰ ਕੁਐਸਚਨ ਆ ਜਿਹੜਾ ਉਹ ਪੁੱਛ ਲਿਆ। ਸੋ ਤੁਸੀਂ ਹੋਰ ਜਿਹੜਾ ਤੁਹਾਨੂੰ ਲੱਗੇ ਕਿ ਤੁਹਾਡੀ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਜਾ ਸਕਦੀ ਆ, ਸੋ ਤੁਸੀਂ ਉਸ ਨੂੰ ਜਵਾਬ ਦੇਣ ਤੋਂ ਜਿਹੜਾ ਕਾਲਰ ਆ ਅੱਗੇ ਤੁਹਾਡਾ, ਬੇਸ਼ੱਕ ਤੁਹਾਡੀ ਬੈਂਕ ਆ ਜਾਂ ਕੋਈ ਹੋਰ ਆ, ਤਾਂ ਤੁਸੀਂ ਉਸ ਨੂੰ ਰਿਫਿਊਜ਼ ਕਰ ਸਕਦੇ ਹੋ। ਕਿਉਂਕਿ ਮੈਂ ਵੀ ਰਿਫਿਊਜ਼ ਕਰਦਾ ਹਾਂ ਕਿ ਭਾਈ ਮੈਂ ਆਪਣਾ ਕ੍ਰੈਡਿਟ ਕਾਰਡ ਨੰਬਰ ਉਸ ਨੂੰ ਦੱਸ ਦਿੱਤਾ, ਹਾਲੇ ਕਿ ਮੈਂ ਬੈਂਕ ਸਹੀ ਨੰਬਰ ਤੇ ਉਹਨਾਂ ਦੀ ਵੈਬਸਾਈਟ ਤੋਂ ਜਾ ਕੇ ਕੀਤਾ ਸੀਗਾ ਫੋਨ, ਪਰ ਫਿਰ ਵੀ ਮੈਂ ਉਸ ਨੂੰ ਕਿਹਾ ਕਿ ਮੈਂ ਰਿਫਿਊਜ਼ ਕਰ ਰਿਹਾ ਤੈਨੂੰ ਸਰ, ਕਿ ਮੈਂ ਜਿਹੜੀ ਆਪਣੀ ਡੇਟ ਆਫ ਬਰਥ ਆ ਉਹ ਮੈਂ ਤੇਰੇ ਨਾਲ ਸ਼ੇਅਰ ਨਹੀਂ ਕਰ ਸਕਦਾ, ਤੂੰ ਮੈਨੂੰ ਹੋਰ ਸਵਾਲ ਕੋਈ ਵੀ ਪੁੱਛ ਸਕਦਾ। ਸੋ ਇਸ ਕਰਕੇ ਸੇਫਟੀ, ਸੋ ਇਹ ਸਾਡੇ ਨਾਲ ਹੋਇਆ। ਹੁਣ ਅਸੀਂ ਜਿਹੜਾ ਕਿ ਪੇਪਾਲ ਦੇ ਨਾਲ ਲੱਗੇ ਹੋਏ ਆ, ਅਸੀਂ ਬਹੁਤ ਜ਼ਿਆਦਾ ਕਿ ਧਿਆਨ ਰੱਖਦੇ ਹਾਂ ਕਿ ਅਸੀਂ ਠੱਗੇ ਨਾ ਜਾਈਏ। ਮੋਸਟਲੀ ਕਾਲ ਅਸੀਂ ਉਹ ਨਹੀਂ ਪਿਕਅਪ ਕਰਦੇ ਗੇ, ਸਾਰਾ ਕੁਝ ਕਰਦੇ ਆ, ਪਰ ਪਰਸੋਂ ਅਸੀਂ ਦੋਨੋਂ ਜਾਣੇ ਹੀ $25 ਦੇ ਵਿੱਚ ਠੱਗਾਂ ਦੇ ਕੋਲੇ ਠੱਗੇ ਗਏ ਆ। ਸਹਿਮੀ ਜੀ, ਮੈਂ ਤੁਹਾਡੀ ਗੱਲ ਨਾਲ ਵਿੱਚ ਮੈਂ ਕਦੇ ਵੀ ਕੋਈ ਵੀ ਚੀਜ਼ ਲੈਣੀ ਹੈ ਨਾ, ਤੁਸੀਂ ਪ੍ਰੋਪਰ ਚੈਨਲ ਦੇ ਥਰੂ, ਜਿਹੜੀਆਂ ਪ੍ਰੋਪਰ ਕੰਪਨੀਆਂ ਹੈਗੀਆਂ ਨੇ ਉੱਥੋਂ ਹੀ ਲਓ। ਬਹੁਤ ਸਾਰੀਆਂ ਈਮੇਲਸ ਆਉਂਦੀਆਂ ਨੇ ਡੇਲੀ ਕਿ ਤੁਹਾਡੀ ਲਾਟਰੀ ਨਿਕਲੀ ਹੋਈ ਹੈ, ਤੁਸੀਂ ਇੰਨੇ ਪੈਸੇ ਪਾ ਦਿਓ। ਮੈਨੂੰ ਇੱਕ ਵਾਰੀ ਫੋਨ ਆਇਆ, ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਕੱਟ ਲਓ, ਨਾਲ ਆਪਦਾ ਵੀ ਰੱਖ ਲਓ ਤੇ ਬਾਕੀ ਦੇ ਪੈਸੇ ਮੈਨੂੰ ਭੇਜ ਦਿਓ। ਕਹਿੰਦਾ ਨਹੀਂ, ਪਹਿਲਾਂ ਤੁਸੀਂ ਮੈਨੂੰ ਪੈਸੇ ਭੇਜੋ। ਹਾਂਜੀ, ਸੋ ਇਸ ਤਰ੍ਹਾਂ ਹੋਰ ਵੀ ਜਿਹੜੀਆਂ ਰੈਵਨਿਊ ਕੈਨੇਡਾ ਤੋਂ ਵੀ ਬਹੁਤ ਫੋਨ ਕਾਲ ਆਉਂਦੀਆਂ ਨੇ ਕਿ ਤੁਹਾਡਾ ਜਿਹੜਾ ਕ੍ਰੈਡਿਟ ਕਾਰਡ ਆ, ਸੋਸ਼ਲ ਨੰਬਰ ਤੁਹਾਡੇ ਤੇ ਆ ਕੇਸ ਪੈ ਗਿਆ ਤੇ ਆ ਹੋ ਗਿਆ। ਤੇ ਇਹਨਾਂ ਤੋਂ ਬਚਣ ਦੀ ਲੋੜ ਆ। ਕਦੇ ਵੀ ਕੋਈ ਤੁਹਾਨੂੰ ਪ੍ਰੋਪਰ ਜਾਂ ਬੈਂਕ ਵਾਲਿਆਂ ਦਾ ਫੋਨ ਆਉਂਦਾ, ਤੁਹਾਨੂੰ ਪ੍ਰੋਪਰਲੀ ਜਾ ਕੇ ਉਹਨਾਂ ਨਾਲ ਆਪ ਗੱਲ ਕਰ ਲਓ ਕਿ ਬੈਂਕ ਤੋਂ ਤੁਸੀਂ ਸਾਨੂੰ ਫੋਨ ਕੀਤਾ ਸੀ, ਜਾਂ ਜਿਹੜੀਆਂ ਵੈਬਸਾਈਟਸ ਨੇ ਜਿੱਦਾਂ ਤੁਸੀਂ ਉਹਦੇ ਵਿੱਚ ਸ਼ਿਕਾਰ ਹੋ ਗਏ ਆ, ਵੀ ਜਿਹੜੀਆਂ ਪ੍ਰੋਪਰ ਵੈਬਸਾਈਟ ਤੋਂ ਜਿੱਥਾਂ ਤੇ ਆਪਾਂ ਨੂੰ ਭਰੋਸਾ ਵਾ ਉਹਨਾਂ ਤੋਂ ਹੀ ਚੀਜ਼ਾਂ ਨੂੰ ਬਾਏ ਕਰੋ। ਤੇ ਆਪਦੇ ਕ੍ਰੈਡਿਟ ਕਾਰਡ ਦਾ ਨੰਬਰ ਵੀ ਹੈ ਜਿਹੜਾ ਉਹ ਵੀ ਹਰ ਇੱਕ ਨੂੰ ਨਾ ਦਿਓ, ਕਿਉਂਕਿ ਅੱਜ ਕੱਲ੍ਹ ਜਿਹੜਾ ਬਹੁਤ ਹੀ ਜ਼ਿਆਦਾ ਫਰਾਡ ਚੱਲ ਰਿਹਾ। ਹਾਂਜੀ ਅਮਰ ਜੀ, ਸੋ ਇਹ ਸਵਾਲ ਆ ਜਿਹੜਾ ਮੇਰੇ ਨਿਕਲਿਆ ਸੀਗਾ, ਸੋ ਮੈਂ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਈ ਲੋਨ ਲੈ ਰਹੇ ਹੋ, ਮੌਰਗੇਜ ਲੈ ਰਹੇ ਹੋ, ਇਹ ਵੀ ਇੱਕ ਸੇਫਟੀ ਟਿਪ ਆ ਸਾਡੇ ਵੱਲੋਂ ਕਿ ਜਦੋਂ ਤੁਸੀਂ ਬੈਂਕ ਦੇ ਵਿੱਚ ਪੇਪਰ ਸਾਈਨ ਕਰਨੇ ਨੇ ਤਾਂ ਉਹਨਾਂ ਪੇਪਰਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਪੜ੍ਹੋ। ਤੁਸੀਂ ਬੈਂਕ ਨੂੰ ਕਹਿ ਸਕਦੇ ਹੋ ਕਿ ਇਹਨਾਂ ਦੀ ਕਾਪੀ ਸਾਨੂੰ ਤੁਸੀਂ ਦੇ ਦਿਓ, ਅਸੀਂ ਇਹਨਾਂ ਨੂੰ ਪਹਿਲਾਂ ਰੀਡ ਕਰਾਂਗੇ, ਅਸੀਂ ਆ ਕੇ 1-2 ਦਿਨਾਂ ਦੇ ਵਿੱਚ ਰੀਡ ਕਰਕੇ ਇਹਨਾਂ ਨੂੰ ਅਸੀਂ ਤੁਹਾਨੂੰ ਸਾਈਨ ਕਰ ਦੇਵਾਂਗੇ ਓਰੀਜਨਲ ਪੇਪਰ ਦੇ ਉੱਪਰ। ਪਰ ਮੋਸਟਲੀ ਇਹੀ ਹੁੰਦਾ ਕਿਉਂਕਿ
ਮੈਂ ਵੀ ਕਈ ਵਾਰੀ ਸ਼ਿਕਾਰ ਹੋਇਆ ਇਹਨਾਂ ਦਾ। ਤਾਂ ਤੁਹਾਡੇ ਸਵਾਲ, ਜਿਸ ਤਰ੍ਹਾਂ ਮੈਂ ਤੁਹਾਨੂੰ ਸਵਾਲ ਪੁੱਛਿਆ ਕਿ ਅੰਮ੍ਰਿਤ ਜੀ ਤੁਸੀਂ ਟਰਾਂਸਲੇਟ ਕਰ ਦਿੰਦੇ ਆ ਜਦੋਂ ਸਾਈਨ ਕਰਾਉਣੇ ਆ ਇੰਸ਼ੋਰੈਂਸ ਦੇ ਪੇਪਰ, ਇਸੇ ਤਰ੍ਹਾਂ ਮੈਂ ਵੀ ਕਈ ਗੱਲਾਂ ਦੇ ਵਿੱਚ ਇਹਨਾਂ ਦਾ ਸ਼ਿਕਾਰ ਹੋਇਆ। ਬਾਅਦ ਚ ਮੈਨੂੰ ਪਤਾ ਲੱਗਿਆ ਕਿ ਨਹੀਂ, ਮੈਂ ਕਹਿੰਦਾ ਹੁੰਦਾ ਕਿ ਨਹੀਂ, ਮੈਨੂੰ ਕਾਪੀ ਕਰਕੇ ਪੇਪਰ ਦੇ ਦਿਓ, ਮੈਂ ਸਾਰੇ ਰੀਡ ਕਰ ਲੂੰਗਾ ਪੇਪਰ। ਜੇ ਤੁਹਾਨੂੰ ਨਹੀਂ ਵੀ ਇੰਗਲਿਸ਼ ਆਉਂਦੀ, ਤੁਸੀਂ ਕਿਸੇ ਤੋਂ ਬਾਹਰ ਆ ਕੇ ਉਹਨਾਂ ਨੂੰ ਟਰਾਂਸਲੇਟ ਜਿਹੜਾ ਕਰਵਾ ਸਕਦੇ ਹੋ। ਜਿਸ ਬਿਲਕੁਲ। ਤਰ੍ਹਾਂ ਹੁਣ ਮੈਂ ਗੱਲ ਕਰਾਂ ਕਿ ਜਦੋਂ ਅਸੀਂ ਮੌਰਗੇਜ ਲੈਂਦੇ ਆ, ਬੈਂਕ ਸਾਡੇ ਕੋਲੋਂ ਸਾਈਨ ਕਰਵਾ ਲੈਂਦੀ ਆ, ਉਹ ਨਾਲ ਹੀ ਵਿੱਚ ਸਾਈਨ ਕਰਵਾ ਲੈਂਦੀ ਆ ਮੌਰਗੇਜ ਇੰਸ਼ੋਰੈਂਸ ਦੇ। ਮੈਂ ਵੀ ਇਸ ਚੀਜ਼ ਦਾ ਹਾਂਜੀ। ਹੋਇਆ ਸੀ, ਜਿਹੜੀ ਕਿ ਬਾਅਦ ਦੇ ਵਿੱਚ ਤੁਹਾਨੂੰ ਜਿਹੜੀ ਉਹ ਕਟਾਉਣੀ ਪੈਂਦੀ ਆ ਜਾ ਕੇ ਬੈਂਕ ਨੂੰ ਕਹਿ ਕੇ ਕਿ ਸਾਨੂੰ ਨਹੀਂ ਚਾਹੀਦੀ। ਪਰ ਜਦੋਂ ਤੁਸੀਂ ਨਹੀਂ ਇੱਕ ਵਾਰ ਨਹੀਂ। ਸਾਈਨ ਕਰਦੇ ਹੋ ਤਾਂ ਉਹ ਇਨਕਲੂਡ ਤੁਹਾਡਾ ਪ੍ਰੋਪਰਟੀ ਟੈਕਸ, ਇਨਕਲੂਡ ਤੁਹਾਡੀ ਮੌਰਗੇਜ ਇੰਸ਼ੋਰੈਂਸ, ਉਹ ਸਾਰੇ ਇੱਕ ਥਾਂ ਹੀ ਸਾਈਨ ਜਿਹੜੇ ਹੋ ਜਾਂਦੇ ਨੇ। ਜੇਕਰ ਤੁਹਾਡੀ ਜਿਹੜੀ ਮੌਰਗੇਜ ਆ, ਤੁਹਾਨੂੰ ਇਹ ਕਿਹਾ ਜਾਂਦਾ ਕਿ 1700 ਤੁਹਾਡੀ ਮੌਰਗੇਜ ਆ, ਪਰ ਜਦੋਂ ਤੁਸੀਂ ਆਪਣਾ ਅਕਾਊਂਟ ਬਾਅਦ ਦੇ ਵਿੱਚ ਚੈੱਕ ਕਰਦੇ ਹੋ 200-300 ਨਾਲ ਤੁਹਾਡਾ ਜਿਹੜਾ ਕਿ ਉਹ ਮੌਰਗੇਜ ਇੰਸ਼ੋਰੈਂਸ ਵੀ, ਕਿਉਂਕਿ ਮੈਂ ਇਸ ਚੀਜ਼ ਦੇ ਵਿੱਚੋਂ ਲੰਘ ਚੁੱਕਿਆ ਕਿ ਉਹ ਨਹੀਂ। ਪਰ ਤੁਸੀਂ ਜਦੋਂ ਪੇਪਰ ਪੜ੍ਹਦੇ ਹੋ, ਬਾਅਦ ਦੇ ਵਿੱਚ ਮੈਂ ਬੈਂਕ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਨਹੀਂ, ਤੁਸੀਂ ਸਾਈਨ ਕੀਤੇ ਸੀਗੇ, ਤੁਸੀਂ ਬਾਅਦ ਦੇ ਵਿੱਚ ਆ ਕੇ ਇਹ ਜਿਹੜੀ ਮੌਰਗੇਜ ਇੰਸ਼ੋਰੈਂਸ ਆ ਉਹ ਕਟਾਉਣੀ ਸੀਗੀ। ਇਸੇ ਤਰ੍ਹਾਂ ਕ੍ਰੈਡਿਟ ਹਾਂਜੀ। ਕਾਰਡ ਕੰਪਨੀਆਂ ਨੇ ਉਹ ਕੀ ਤੁਹਾਥੋਂ ਸਾਈਨ ਕਰਵਾ ਲੈਂਦੀਆਂ ਨੇ, ਬਾਅਦ ਚੋਂ ਕਹਿੰਦੀਆਂ ਜੀ ਤੁਹਾਡੇ ਜਿਹੜਾ ਬੈਲੈਂਸ ਦੇ ਉੱਪਰ ਅਸੀਂ ਇੰਸ਼ੋਰੈਂਸ ਦੇ ਰਹੇ ਆ, ਆ ਕਰ ਰਹੇ ਆ, ਤੁਸੀਂ ਕਹਿੰਦੇ ਆ ਜੀ ਮਿਲ ਰਹੀ ਆ ਇੰਸ਼ੋਰੈਂਸ ਸਾਨੂੰ ਬੈਲੈਂਸ ਦੇ ਉੱਪਰ। ਪਰ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ, ਤੁਸੀਂ ਉਹਨਾਂ ਨੂੰ ਕਾਲ ਕਰਦੇ ਆ, ਤਾਂ ਉਹ ਫਿਰ ਬਾਅਦ ਦੇ ਵਿੱਚ ਤੁਹਾਨੂੰ ਕਹਿੰਦੇ ਆ ਕਿ ਨਹੀਂ ਜੀ, ਇਹ ਗੱਲ ਨਹੀਂ ਹੋ ਸਕਦੀ, ਕਿਉਂਕਿ ਉਹ ਨੁਕਸ ਕੱਢ ਦਿੰਦੇ ਆ ਬੇਸ਼ੱਕ ਤੁਹਾਡੇ ਬੈਲੈਂਸ ਦੇ ਉੱਪਰ। ਕਹਿੰਦੇ ਜੀ ਜਿੰਨਾ ਤੁਹਾਡਾ ਬੈਲੈਂਸ ਹੋਊ ਉਸ ਹਿਸਾਬ ਦੇ ਨਾਲ ਅਸੀਂ ਤੁਹਾਡੇ ਡਾਲਰ ਜਾਂ $2 ਮਹੀਨੇ ਦੇ ਜਿਹੜੇ ਉਹ ਨਾਲ ਲਈ ਚੱਲਾਂਗੇ। ਸੋ ਇਹ ਹਾਂਜੀ। ਸੀਗੇ ਕੁਝ ਸੇਫਟੀ ਟਿਪ। ਸੋ ਅਮਰਤ ਜੀ, ਆਪਣਾ ਜਿਹੜਾ ਸਮਾਂ ਹੈ ਉਹ ਸਮਾਪਤੀ ਵੱਲ ਹੈ ਪ੍ਰੋਗਰਾਮ ਦਾ। ਸੋ ਅਗਲੇ ਹਫਤੇ ਮੈਂ ਤੇ ਅਮਰਤ ਜੀ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਸੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਫੇਸਬੁੱਕ ਪੇਜ ਦੇ ਜਰੀਏ। ਫੇਸਬੁੱਕ ਪੇਜ ਤੇ ਅਸੀਂ ਹਰ ਐਤਵਾਰ ਕੈਲਗਰੀ ਦੇ ਟਾਈਮ ਦੇ ਅਨੁਸਾਰ 1 ਵਜੇ ਅਮਰਤ ਜੀ ਮੇਰੇ ਨਾਲ ਹੁੰਦੇ ਨੇ। ਸੋ ਅਸੀਂ ਲਾਈਵ ਹੁੰਨੇ ਆ। ਸੋ ਤੁਸੀਂ ਲਾਈਵ ਸਾਡੇ ਨਾਲ ਸਾਡੀ ਗੱਲਬਾਤ ਨੂੰ ਸੁਣ ਸਕਦੇ ਹੋ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਅਸੀਂ ਜਿਹੜਾ ਕਿ YouTube ਆਪਣੇ ਚੈਨਲ ਦੇ ਉੱਪਰ ਵੀ ਪਾ ਦਿੰਨੇ ਆ। ਮੇਰਾ ਪੰਜਾਬ ਲਾਈਵ YouTube ਚੈਨਲ ਹੈ। ਟਵਿੱਟਰ ਤੇ ਤੁਸੀਂ ਫਾਲੋ ਕਰ ਸਕਦੇ ਹੋ ਰੇਡੀਓ ਮੇਰਾ ਪੰਜਾਬ ਲਾਈਵ। ਹਫਤੇ ਦੇ 7 ਦਿਨ 24 ਘੰਟੇ ਅਸੀਂ ਜਿਹੜਾ ਕਿ ਮਿਊਜ਼ਿਕ ਆ ਉਹ ਪਲੇ ਕਰਦੇ ਆ। ਮਿਊਜ਼ਿਕ ਵੀ ਜਿਹੜਾ ਕਿ ਅਸੀਂ ਪਲੇ ਕਰਦੇ ਆ, ਉਸ ਨੂੰ ਅਸੀਂ ਇਹ ਕਰਦੇ ਆ ਕਿ ਜਿਹੜਾ ਕਿ ਹਰ ਇੱਕ ਬੰਦਾ ਫੈਮਿਲੀ ਦੇ ਵਿੱਚ ਬੈਠ ਕੇ ਜਿਹੜਾ ਕਿ ਰੇਡੀਓ ਮੇਰਾ ਪੰਜਾਬ ਲਾਈਵ ਦੇ ਉੱਪਰ ਜਿਹੜਾ ਮਿਊਜ਼ਿਕ ਚੱਲ ਰਿਹਾ ਹੈ ਉਸ ਨੂੰ ਸੁਣ ਸਕੇ। ਸੋ ਹਿੰਦੀ ਪੰਜਾਬੀ ਅਸੀਂ ਮਿਊਜ਼ਿਕ ਜਿਹੜਾ ਉਹ ਪਲੇ ਕਰਦੇ ਆ। ਤੁਸੀਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਬੈਠੇ ਹੋ ਤਾਂ ਤੁਸੀਂ ਟਿਊਨ ਇਨ ਐਪ ਦੇ ਰਾਹੀਂ ਜਿਹੜਾ ਕਿ ਰੇਡੀਓ ਮੇਰਾ ਪੰਜਾਬ ਲਾਈਵ ਸੁਣ ਸਕਦੇ ਹੋ। USA ਦੇ ਵਿੱਚ ਤੁਸੀਂ ਫੋਨ ਦੇ ਰਾਹੀਂ ਆਪਣੇ ਫੋਨ ਤੋਂ ਫੋਨ ਡਾਇਲ ਕਰਕੇ ਜਿਹੜਾ ਰੇਡੀਓ ਮੇਰਾ ਪੰਜਾਬ ਲਾਈਵ ਸੁਣ ਸਕਦੇ ਹੋ। ਫੋਨ ਨੰਬਰ ਹੈ 518 896 1628। ਸੋ ਇਹ ਸਾਡੇ ਪਲੇਟਫਾਰਮ ਨੇ, ਤੁਸੀਂ ਇਹਨਾਂ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ। ਸੋ ਅਮਰਤ ਜੀ, ਪ੍ਰੋਗਰਾਮ ਦੀ ਸਮਾਪਤੀ ਤੇ ਸੋ ਮੈਂ ਹੁਣ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਕਹਿ ਦਿੰਨਾ ਕਿ ਸਾਡਾ ਬਹੁਤ ਬਹੁਤ ਧੰਨਵਾਦ। ਪਹਿਲੇ ਪ੍ਰੋਗਰਾਮ ਤੋਂ ਲੈ ਕੇ ਸਾਡਾ ਅੱਜ 5ਵਾਂ ਪ੍ਰੋਗਰਾਮ ਹੈ। ਸੋ ਤੁਸੀਂ ਸਾਨੂੰ ਹਰ ਵੀਕ ਜਿਹੜਾ ਕਿ ਬਹੁਤ ਸਾਰਾ ਮਾਣ ਸਤਿਕਾਰ ਸਾਨੂੰ ਦਿੰਦੇ ਹੋ, ਪ੍ਰੋਗਰਾਮ ਨੂੰ ਦੇਖਦੇ ਹੋ, ਜਿਹੜੇ ਕਿ ਸਾਡੀ ਗੱਲਬਾਤ ਨੂੰ ਸੁਣਦੇ ਹੋ। ਸੋ ਤੁਸੀਂ, ਤੁਹਾਡਾ ਸਾਰਿਆਂ ਦਾ ਧੰਨਵਾਦ। ਸੋ ਅਮਰਤ ਜੀ, ਕੈਰੀ ਔਨ। ਧੰਨਵਾਦ ਜੀ। ਮੈਂ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੁੰਦਾ। ਸੈਮੀ, ਸਭ ਤੋਂ ਪਹਿਲਾਂ ਤੁਹਾਡਾ, ਤੇ ਬਾਕੀ ਆਪਣੀ ਕਮਿਊਨਿਟੀ ਦਾ ਜਿਹੜੀ ਆਪਾਂ ਅੱਜ ਗੱਲਬਾਤ ਕੀਤੀ ਹੈ, ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਆਪਾਂ ਨੂੰ ਰੱਖਣਾ ਚਾਹੀਦਾ, ਆਪਾਂ ਨੂੰ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ, ਤੇ ਹਰ ਇੱਕ ਦੇ ਨਾਲ ਤੁਸੀਂ ਪਿਆਰ ਦੇ ਨਾਲ ਗੱਲਬਾਤ ਕਰੋ ਤੇ ਆਪਦੇ ਆਪ ਨੂੰ ਤੰਦਰੁਸਤ ਤੇ ਸਾਰਾ ਕੁਝ ਐਨ ਤੁਸੀਂ ਕਰਕੇ ਰੱਖੋ ਆਪਦੇ ਆਪ ਨੂੰ। ਤੇ ਮੈਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸੈਮੀ ਜੀ ਤੁਹਾਨੂੰ ਵੀ ਥੈਂਕ ਯੂ। ਥੈਂਕ ਯੂ। ਸੋ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਲਦੇ ਹਾਂ ਅਗਲੇ ਐਤਵਾਰ 1 ਵਜੇ। ਸੋ ਤੁਸੀਂ ਫੇਸਬੁੱਕ ਤੇ ਪੇਜ ਤੇ ਜੇਕਰ ਤੁਹਾਡਾ ਕੋਈ ਇਸ ਦੇ ਲਈ ਸਵਾਲ ਹੋਵੇ ਜਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਕਿ ਉਹ ਸਾਡੇ ਭੇਜ ਸਕਦੇ ਹੋ। ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ, ਕਿਉਂਕਿ ਮੈਂ ਆਪਣੇ ਇਹੀ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਕੋਈ ਵੀ ਸਿਆਸਤ ਦੇ ਰਿਲੇਟਡ, ਕਿਉਂਕਿ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੁੰਦੀ, ਸੋ ਇਸ ਕਰਕੇ ਸਿਆਸਤ ਦੇ ਰਿਲੇਟਡ ਜਿਹੜਾ ਸਵਾਲ ਆ ਉਹ ਸਾਨੂੰ ਨਾ ਭੇਜਿਆ ਜਾਵੇ। ਸੋ ਹੋਰ ਕੋਈ ਜਿਹੜਾ ਤੁਹਾਡਾ ਕੋਈ ਸਵਾਲ ਹੈ ਇੰਸ਼ੋਰੈਂਸ ਦੇ ਸੰਬੰਧੀ, ਤੁਸੀਂ ਭੇਜ ਸਕਦੇ ਹੋ। ਅਮਰਤ ਜੀ ਨੇ ਤੁਹਾਡਾ ਜਵਾਬ ਉਹ
ਉਹ ਤੁਹਾਡਾ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਦੇ ਸਕਦੇ ਨੇ, ਜਾਂ ਤੁਹਾਡਾ ਕੋਈ, ਕਿਉਂਕਿ ਸਾਡਾ ਪ੍ਰੋਗਰਾਮ ਦੇ ਵਿੱਚ ਮਕਸਦ ਹੈ ਕਿ ਅਸੀਂ ਸਿਰਫ ਆਪਣੀ ਕਮਿਊਨਿਟੀ ਦੇ ਬਾਰੇ ਦੇ ਵਿੱਚ ਹੀ ਜਿਹੜੀ ਗੱਲਬਾਤ ਕਰੀਏ। ਸੋ ਸਿਆਸਤ ਦੇ ਵਿੱਚ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਸਾਡੇ ਕੋਲੇ ਕੋਈ ਵੀ ਨੌਲੇਜ ਜਿਹੜੀ ਉਹ ਨਹੀਂ ਗੀ ਕਿ ਅਸੀਂ ਗੱਲਬਾਤ ਜਿਹੜੀ ਉਹ ਕਰ ਸਕੀਏ। ਸੋ ਤੁਹਾਡਾ ਸਭ ਦਾ ਧੰਨਵਾਦ। ਮਿਲਦੇ ਹਾਂ ਅਗਲੇ ਐਤਵਾਰ 1 ਵਜੇ ਕੈਲਗਰੀ ਦੇ ਟਾਈਮ ਦੇ ਅਨੁਸਾਰ।